ਕੱਲ ਕਾਲਾ ਦਿਵਸ ਦੇ ਤੌਰ ਤੇ ਮਨਾਇਆ ਜਾਣਾ ਦਿਨ ਤੇ ਪੰਜਾਬ ਦੇ ਸਿਆਸਤਦਾਨ ਵੀ ਇਸ ਵੇਲੇ ਇਸ ਦਿਨ ਨੂੰ ਮਨਾਉਣ ਲਈ ਮੈਦਾਨ 'ਚ ਨਿਤਰੇ ਨੇ। ਦੇਖੋ ਸਿਆਸਤਦਾਨ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਇਹ ਸਿਆਸਤ ਦੇ ਵਿੱਚ ਜਦੋਂ ਹੁੰਦੇ ਤੇ ਇਹਨਾਂ ਨੂੰ ਸਿਰਫ ਔਰ ਸਿਰਫ ਲੋਕ ਭੀੜ ਤੇ ਵੋਟਾਂ ਚਾਹੀਦੀਆਂ। ਕਰੋਨਾ ਦੀ ਇਸ ਭਿਆਨਕ ਸਥਿਤੀ ਨੂੰ ਲੈ ਕੇ ਸਾਬਕਾ ਪ੍ਰਧਾਨ ਮੰਤਰੀ ਤੇ ਮਹਾਨ ਅਰਥ ਸ਼ਾਸਤਰੀ ਡਾਕਟਰ ਮਨਮੋਹਨ ਸਿੰਘ ਨੇ ਵੀ ਮੋਦੀ ਨੂੰ ਫਿਟਕਾਰ ਲਾਈ ਹੈ। ਭਾਰਤ ਦੇ ਵਿੱਚ ਫਿਟਕਾਰ ਲਾਉਣ ਤੋਂ ਕੋਈ ਪਿੱਛੇ ਨਹੀਂ ਰਹਿੰਦਾ, ਭਾਵੇਂ ਉਹ ਆਪ ਕੁਝ ਚੰਗਾ ਹੋਵੇ ਜਾਂ ਮਾੜਾ। ਹਾਲਾਂਕਿ ਅਸੀਂ ਉਹਨਾਂ ਨੂੰ ਐਜ਼ ਏ ਅਰਥ ਸ਼ਾਸਤਰੀ ਬਹੁਤ ਚੰਗਾ ਮੰਨਦੇ ਹਾਂ ਤੇ ਐਜ਼ ਏ ਪ੍ਰਧਾਨ ਮੰਤਰੀ ਜੇ ਉਹ ਬਹੁਤ ਚੰਗੇ ਹੁੰਦੇ ਤਾਂ ਫਿਰ ਬੀਜੇਪੀ ਇੰਨੀ ਪਾਵਰ ਨਾਲ ਨਾ ਜਿੱਤ। ਤੇ ਮੋਦੀ ਸਾਹਿਬ ਦਾ ਜਿਹੜਾ ਰੋਣਾ ਆ ਉਹ ਵੀ ਬਹੁਤ ਦਰੁਸਤ ਆ। ਉਹਨਾਂ ਨੇ ਆਪਣੇ ਜਿਹੜੇ ਉਹਨਾਂ ਦੇ ਭਗਤ ਨੇ, ਜਿਹੜੇ ਉਹਨਾਂ ਨਾਲ ਜੁੜੇ ਹੋਏ ਲੋਕ ਨੇ, ਜਿਹੜੇ ਪਾਰਟੀ ਦੇ ਕਾਰਕੁਨ ਨੇ, ਉਹਨਾਂ ਨੂੰ ਦੱਸਣਾ ਹੈ ਕਿ ਮੈਂ ਬਹੁਤ ਭਾਵੁਕ ਹਾਂ ਤੇ ਮੈਂ ਬਹੁਤ ਦੁਖੀ ਹਾਂ। ਕਿਸੇ ਨੇ ਟਾਈਮਜ਼ ਮੈਗਜ਼ੀਨ ਦਾ ਕਵਰ ਬਣਾ ਕੇ ਉੱਤੇ ਕ੍ਰੋਕੋਡਾਈਲ ਦੀ ਫੋਟੋ ਲਾਤੀ ਕਿ ਇਹ ਕਿਹਾ ਕਿ ਇਹ ਕ੍ਰੋਕੋਡਾਈਲ ਦੇ ਹੰਝੂ ਆ, ਮਗਰਮੱਛ ਦੇ ਹੱਥ। ਇਹ ਇੰਨੇ ਨਲਾਇਕ ਨਾ ਕਹੀਏ ਇਹਨਾਂ ਨੂੰ ਤੇ ਦੂਜਾ ਸ਼ਬਦ ਕਹਿ ਦਈਏ, ਸਮਝਣ ਵਾਲੇ ਸਮਝਣਗੇ ਕਿ ਨਲਾਇਕ ਹੀ ਕਿਹਾ। ਇਹ ਇੰਨੇ ਅਕਲਮੰਦ ਨੇ ਕਿ ਇਹਨਾਂ ਨੇ ਉਹ ਪਹਿਲਾਂ 6.5 ਕਰੋੜ ਟੀਕੇ ਲੋਕਾਂ ਨੂੰ ਵੇਚ ਦਿੱਤੇ ਤੇ ਆਪਣੇ ਲਾਉਣ ਲਈ ਹੁਣ ਟੀਕੇ ਹੈ ਨਹੀਂ। ਬਿਲਕੁਲ, ਕਾਂਗਰਸੀਆਂ 'ਚ ਮੀਟਿੰਗ ਤੇ ਮੀਟਿੰਗ ਚੱਲ ਰਹੀ ਹੈ ਤੇ ਅੰਦਰ ਖਾਤੇ ਖਿਚੜੀ ਕਿਹੜੀ ਪਕਾਉਣ ਦੇ ਨੇ। ਅੱਜ ਦੀ ਤਰੀਕ ਦੇ ਵਿੱਚ ਸਾਰੇ ਹੀ ਕਾਂਗਰਸੀਆਂ ਨੂੰ ਇਹ ਲੱਗਦਾ ਕਿ ਵਿਰੋਧੀ ਧਿਰ ਕੋਈ ਨਹੀਂ ਬਣਨੀ। ਬੀਜੇਪੀ ਦਾ ਵੀ ਹਾਲਾਤ ਖਰਾਬ ਨਜ਼ਰ ਆਉਂਦੇ ਇਹਨਾਂ ਨੂੰ, ਅਕਾਲੀ ਦਲ ਦੇ ਵੀ ਹਾਲਾਤ ਖਰਾਬ ਨਜ਼ਰ ਆਉਂਦੇ ਆ ਤੇ ਆਮ ਆਦਮੀ ਪਾਰਟੀ ਵੀ ਇਹਨਾਂ ਨੂੰ ਟਿੱਚ ਜਾਪਦੀ। ਇਹ ਸਮਝਦੇ ਆ ਕਿ ਸਾਰੇ ਟਿੱਚਿਆ, ਅਸੀਂ ਸਰਵਾ ਆ। ਸਰਕਾਰ ਲੋਕਾਂ ਕੋਲ ਬਦਲ ਕੋਈ ਨਹੀਂ ਤੇ ਸਾਨੂੰ ਹੀ ਵੋਟਾਂ ਪੈਣੀਆਂ ਤੇ ਸਾਨੂੰ ਹੀ ਪੈਣੀਆਂ ਤੇ ਕਿਉਂ ਨਾ ਮੈਂ ਹੀ ਮੁੱਖ ਮੰਤਰੀ ਬਣ ਜਾ। ਸੋ ਰਾਜਨੀਤੀ ਦੇ ਵਿੱਚ ਜੋ ਚੱਲ ਰਿਹਾ ਉਹ ਸਿਰਫ ਸੱਤਾ ਦੀ ਲੜਾਈ ਚੱਲ ਰਹੀ ਆ, ਮੁੱਖ ਮੰਤਰੀ ਬਣਨ ਦੀ ਦੌੜ ਚੱਲ ਰਹੀ ਹੈ। ਜੇ ਥੋੜੇ ਜਿਹੇ ਪਿੱਛੇ ਚਲੇ ਜਾਈਏ ਅਸੀਂ ਕਾਂਗਰਸ ਦੇ ਵਿੱਚ, ਜਦੋਂ ਵਾਕਿਆ ਹੀ 10-15 ਸਟੇਟਾਂ ਦੇ ਵਿੱਚ ਉਹਨਾਂ ਦੀ ਸਰਕਾਰ ਹੁੰਦੀ ਤੇ ਕਾਂਗਰਸ ਦੀ ਗੱਲ, ਹਾਈ ਕਮਾਂਡ ਦੀ ਗੱਲ ਸੁਣੀ ਜਾਂਦੀ। ਹਾਈ ਕਮਾਂਡ ਨੂੰ ਤੇ ਆਪ ਨੂੰ ਪ੍ਰਧਾਨ ਨਹੀਂ ਥਾਪਣਾ ਪੈ ਰਿਹਾ ਹਾਲੇ ਤੱਕ। ਜੇ ਹਾਈ ਕਮਾਂਡ ਤਕੜੀ ਹੁੰਦੀ ਤੇ ਜਾਂ ਤੇ ਹੁਣ ਤੱਕ ਕੈਪਟਨ ਬਦਲ ਹੋ ਜਾਣਾ ਸੀ, ਨਹੀਂ ਤੇ ਜਿਹੜੇ ਬੋਲਣ ਵਾਲੇ ਵਿਧਾਇਕ ਆ ਉਹਨਾਂ ਨੇ ਕੱਢ ਕੇ ਬਾਹਰ ਬਿਠਾ ਦੇਣੇ। ਸ਼ਰਮਾ ਜੀ ਕਹਿੰਦੇ ਹੁੰਦੇ ਵੀ ਸਿਆਣਾ ਉਹ ਹੁੰਦਾ ਜਿਹੜਾ ਸਮੇਂ ਸਿਰ ਸਿਆਣਪ ਵਰਤ ਲੇ। ਜਿਹੜੇ ਬੋਝੇ 'ਚ ਪਾ ਕੇ ਸਿਆਣਪਾ ਤੁਰੀ ਫਿਰਦੇ ਨੇ ਉਹ ਸਿਆਣੇ ਨਹੀਂ ਹੁੰਦੇ। ਸਾਡੀ ਪੰਜਾਬ ਸਰਕਾਰ ਇੰਨੀ ਸਿਆਣੀ ਆ ਵੀ ਮੋਗਾ ਦਾ ਇੱਕ ਪਿੰਡ ਭੁੰਦੜ, ਉੱਥੇ ਆਸ਼ਾ ਵਰਕਰਾਂ ਭੇਜੀਆਂ ਤੇ ਉਹਨਾਂ ਨੇ 36 ਕੇ ਪਤਾ ਨਹੀਂ 38 ਫਤਿਹ ਕਿੱਟਾਂ ਵੰਡੀਆਂ ਤੇ ਉਹ ਆਪ ਪੋਜ਼ਿਟਿਵ ਸੀਗੀਆਂ। ਫਤਿਹ ਕਿੱਟਾਂ ਵੰਡਣ ਲਈ ਜਿਹੜੇ ਮੁਲਾਜ਼ਮ ਭੇਜੇ ਉਹ ਆਪ ਕੋਵਿਡ ਪੋਜ਼ਿਟਿਵ ਸੀ। ਜਦ ਕਿ ਦਾਵਾ ਇਹ ਵੀ ਆ ਕਿ ਕੋਵਿਡ ਦੇ ਜਿਹੜੇ ਇੰਜੈਕਸ਼ਨ ਆ ਸਭ ਤੋਂ ਪਹਿਲਾਂ ਜਿਹੜੇ ਆ ਹੈਲਥ ਵਰਕਰਸ ਨੂੰ, ਆਸ਼ਾ ਵਰਕਰਸ ਨੂੰ, ਮੁਲਾਜ਼ਮਾਂ ਨੂੰ, ਚਾਹੇ ਉਹ ਪੁਲਿਸ ਦੇ ਨੇ ਚਾਹੇ ਉਹ ਐਜੂਕੇਸ਼ਨ ਨਾਲ ਜੁੜੇ ਨੇ, ਜਿੰਨੇ ਵੀ ਸਰਕਾਰੀ ਮੁਲਾਜ਼ਮ ਉਹਨਾਂ ਨੂੰ ਪਹਿਲਾਂ ਲੱਗ ਚੁੱਕੇ ਨੇ। ਜੇ ਗੱਲ ਕਰੀਏ ਰਾਮਦੇਵ ਦੀ ਤੇ ਉਹ ਅੱਜ ਕੱਲ ਬੜਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਆ। ਹੁਣ ਉਹਨੇ ਕਿਹੜਾ ਸੱਪ ਕੱਢਦਾ। ਜਦੋਂ ਆਕਸੀਜਨ ਦੀ ਕਮੀ ਨਾਲ ਲੋਕ ਮਰ ਰਹੇ ਸੀ ਤੇ ਉਹ ਟਿਚਣਾ ਕਰਦੇ ਸੀ ਕਿ ਆਕਸੀਜਨ ਦੇ 2 ਸਿਲੰਡਰ ਨੇ, ਉਹ ਨਾਸਕਾਂ ਨੂੰ ਸਿਲੰਡਰ ਦੱਸਦੇ ਨੇ ਤੇ ਉਹ ਕਹਿੰਦੇ ਨੇ ਬਾਹਰੋਂ ਭਰੀ ਜਾਓ। ਬੋਲਣ ਤੋਂ ਪਹਿਲਾਂ ਸੋਚਣਾ ਜਿਹੜਾ ਉਹ ਚੰਗੀ ਗੱਲ ਆ। ਪੰਜਾਬੀ ਦੀ ਕਹਾਵਤ ਹੈ, ਘੱਟ ਖਾਦੇ ਤੇ ਘੱਟ ਬੋਲੇ ਦਾ ਨੁਕਸਾਨ ਨਹੀਂ ਹੁੰਦਾ ਤੇ ਬੋਲਦੇ ਜ਼ਿਆਦਾ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ ਟੀਵੀ ਤੇ ਪ੍ਰੋਗਰਾਮ ਵਿਚਾਰ ਚਰਚਾ ਲੈ ਕੇ ਇੱਕ ਵਾਰ ਫਿਰ ਤੋਂ ਹਾਜ਼ਰ ਹੋ ਗਏ ਹਾਂ। ਕੱਲ 26 ਮਈ ਹੈ। ਕਿਸਾਨ ਅੰਦੋਲਨ ਨੂੰ ਪੂਰੇ 6 ਮਹੀਨੇ ਹੋ ਜਾਣੇ ਨੇ। 6 ਮਹੀਨੇ ਹੋ ਗਏ ਕਿਸਾਨਾਂ ਨੂੰ ਦਿੱਲੀ ਦੇ ਬੂਹੇ ਤੇ ਬੈਠਿਆਂ ਤੇ 7 ਸਾਲ ਹੋ ਜਾਣੇ ਨੇ ਮੋਦੀ ਸਰਕਾਰ ਦੇ ਕਾਰਜਕਾਲ ਨੂੰ। ਇਸ ਦਿਨ ਕਿਸਾਨਾਂ ਨੇ ਕੋਈ ਨਵੀਂ ਰਣਨੀਤੀ ਉਲੀਕੀ ਹੈ ਜਾਂ ਨਹੀਂ, ਇਸ ਬਾਰੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ। ਇਸ ਤੋਂ ਬਾਅਦ ਇਸ ਵੇਲੇ ਜਿਹੜਾ ਖੌਫ ਦਾ ਮੰਜ਼ਰ ਹੈ ਕਰੋਨਾ ਦਾ। ਕਰੋਨਾ ਕਰਕੇ ਲੋਕ ਡਰੇ ਹੋਏ ਨੇ, ਅਫਵਾਹਾਂ ਦਾ ਬਾਜ਼ਾਰ ਗਰਮ ਹੈ। ਇਸ ਪ੍ਰੋਗਰਾਮ ਦੇ ਵਿੱਚ ਕਰੋਨਾ ਸੰਬੰਧੀ ਜ਼ਰੂਰੀ ਤੇ ਮਹੱਤਵਪੂਰਨ ਜਾਣਕਾਰੀ ਆਪਣੇ ਦਰਸ਼ਕਾਂ ਦੇ ਨਾਲ ਸਾਂਝੀ ਕਰਨ ਦੀ ਕੋਸ਼ਿਸ਼ ਕਰਾਂਗੇ। ਇਸ ਤੋਂ ਇਲਾਵਾ ਰਾਜਨੀਤੀ ਨਾਲ ਜੁੜੀਆਂ ਹੋਈਆਂ ਗੱਲਾਂ ਬਾਤਾਂ ਵੀ ਕਰਾਂਗੇ। ਇਸ ਵੇਲੇ ਮੇਰੇ ਨਾਲ ਸਟੂਡੀਓ 'ਚ ਮੌਜੂਦ ਨੇ ਸਾਡੇ ਮਾਹਿਰ ਮਹਿਮਾਨ ਅੰਮ੍ਰਿਤਪਾਲ ਸ਼ਰਮਾ ਜੀ। ਸਤਿ ਸ਼੍ਰੀ ਅਕਾਲ ਸ਼ਰਮਾ ਜੀ, ਸਵਾਗਤ ਕਰਦੇ ਹਾਂ ਜੀ। ਸਤਿ ਸ਼੍ਰੀ ਅਕਾਲ ਸੁਲੀਨ ਜੀ, ਸ਼ੁਕਰੀਆ। ਸ਼ਰਮਾ ਜੀ, ਸ਼ੁਰੂਆਤ ਕਰਦੇ ਹਾਂ ਅੱਜ ਦੇ ਪ੍ਰੋਗਰਾਮ ਦੀ ਕਿਸਾਨ ਅੰਦੋਲਨ ਤੋਂ। ਜਿਵੇਂ ਮੈਂ ਹੁਣੇ ਦੱਸਿਆ ਵੀ ਕੱਲ ਨੂੰ 6 ਮਹੀਨੇ ਹੋ ਜਾਣੇ ਨੇ। ਹੱਡ ਰਗੜਦਿਆਂ ਨੂੰ ਉੱਥੇ 6 ਮਹੀਨੇ ਹੋ ਗਏ। ਪਹਿਲਾਂ ਮੱਘਰ ਦੇ ਮਹੀਨੇ 'ਚ ਇਹ ਅੰਦੋਲਨ ਮਗਿਆ ਸੀ, ਫਿਰ ਗਰਮੀਆਂ ਵੀ ਆਈਆਂ ਤੇ ਗਿੱਲੇ ਵੀ ਹੋਏ ਇਹਨਾਂ ਦੇ ਜੁੱਲੀ ਬਿਸਤਰੇ। ਉਸ ਤੋਂ ਬਾਅਦ ਹੁਣ ਤਪ ਵੀ ਰਹੇ ਨੇ ਤੇ 6 ਮਹੀਨਿਆਂ ਬਾਅਦ ਕੱਲ ਨੂੰ ਕੀ ਰਣਨੀਤੀ ਇਹਨਾਂ ਨੇ ਘੜੀ ਹੈ ਸਰਕਾਰ ਤੇ ਦਬਾਅ ਬਣਾਉਣ ਲਈ? ਦੇਖੋ, ਜਿੱਦਾਂ ਤੁਸੀਂ ਸਾਰੀ ਗੱਲ ਦੱਸੀ ਆ, ਬਿਲਕੁਲ ਇਹ ਗੱਲ ਠੀਕ ਆ ਕਿ 6 ਮਹੀਨੇ ਜਿਹੜੇ ਆ ਉਹ ਅੱਜ ਪੂਰੇ ਹੋ ਗਏ ਤੇ ਇੱਕ ਇਨਸਾਨੀ ਜ਼ਿੰਦਗੀ ਦਾ 6 ਮਹੀਨੇ ਜਿਹੜਾ ਹੈ ਉਹ ਵੱਡਾ ਹਿੱਸਾ ਆ ਜੀ। ਜੇ 6 ਮਹੀਨੇ ਤੁਸੀਂ ਕੋਈ ਚੀਜ਼ ਸਿੱਖੀ ਹੋਵੇ ਤਾਂ ਤੁਸੀਂ ਉਸ ਕੋਰਸ ਦੇ ਡਿਪਲੋਮਾ ਹੋਲਡਰ ਹੋ ਜਾਂਦੇ ਆ ਤੇ ਕੁੱਲ ਮਿਲਾ ਕੇ ਸਾਲ ਦੇ ਵਿੱਚ 2-3 ਮਹੀਨੇ ਦੀਆਂ ਛੁੱਟੀਆਂ ਕੱਢ ਦਈਏ ਤੇ 6 ਮਹੀਨੇ ਪੜ੍ਹਾਈ ਹੁੰਦੀ ਆ ਤੇ ਜਿਹੜੀ ਬੱਚੇ ਦੀ ਇੱਕ ਕਲਾਸ ਆ ਉਹ ਅੱਗੇ ਪਹੁੰਚ ਜਾਂਦੀ ਹੈ। ਤੇ ਸਾਲ ਦੇ ਵਿੱਚ ਜੇ 6 ਮਹੀਨੇ 'ਚ ਇੱਕ ਫਸਲ ਬੀਜੀ ਜਾਵੇ ਤੇ ਉਹਦਾ ਰਿਜ਼ਲਟ ਆ ਜਾਂਦਾ ਤੇ ਉਹਦੇ ਸਾਨੂੰ ਉਹਦੇ ਲਈ ਦਾਣੇ ਮਿਲ ਜਾਂਦੇ ਨੇ ਤੇ ਅਸੀਂ ਖਾਣ ਪੀਣ ਲਈ ਅੱਗੇ ਵੱਧਦੇ ਹਾਂ ਜੀ।
ਤੁਸੀਂ ਦੋ ਗੱਲਾਂ ਨੂੰ ਜੋੜਿਆ, ਕਿਸਾਨ ਅੰਦੋਲਨ ਦੇ 6 ਮਹੀਨੇ ਤੇ ਮੋਦੀ ਦੇ 7 ਸਾਲ ਤੇ ਤਰੀਕ ਸੰਯੋਗ ਦੇ ਨਾਲੋਂ ਜਿਹੜੀ ਉਹ ਇਕੱਠੀ ਆ ਗਈ। ਤੇ ਗੱਲ ਤੁਸੀਂ ਕੀਤੀ ਕਿ 6 ਮਹੀਨੇ ਦੇ ਵਿੱਚ ਉਹਨਾਂ ਨੇ ਕੀ ਰਣਨੀਤੀ ਬਣਾਈ ਆ। ਬਹੁਤ ਹੌਸਲੇ ਵਾਲੀ ਗੱਲ ਜਿਹੜੀ ਆ ਇਸ ਅੰਦੋਲਨ 'ਚ ਦੇਖਣ ਨੂੰ ਮਿਲੀ ਆ। ਪਹਿਲੇ ਦਿਨ ਤੋਂ ਹੀ ਹਰ ਦਿਨ ਉੱਥੇ ਮਨਾਇਆ ਗਿਆ, ਚਾਹੇ ਉਹ ਲੋਹੜੀ ਸੀ, ਚਾਹੇ ਉਹ ਵਿਸਾਖੀ ਸੀ, ਚਾਹੇ ਉਹ ਕੁਝ ਗੁਰਪੁਰਬ ਸੀ, ਚਾਹੇ ਉਹ 26 ਜਨਵਰੀ ਸੀ ਤੇ ਹੁਣ 26 ਮਈ ਜਿਹੜੀ ਆ ਉਹ ਵੀ ਉਹਨਾਂ ਨੇ ਮਨਾਉਣੀ ਆ, ਪਰ ਉਹ ਕਾਲੇ ਦਿਵਸ ਦੇ ਰੂਪ 'ਚ ਮਨਾਉਣੀ ਆ। ਉਹ ਕਾਲਾ ਦਿਵਸ ਹੁਣ ਦੋਨੋਂ ਜਿਹੜੀਆਂ ਤੁਸੀਂ ਗੱਲਾਂ ਦੱਸੀਆਂ ਉਹਨਾਂ ਦੋਨਾਂ ਦੇ ਨਾਲ ਉਹ ਕੋਰਲੇਟ ਹੋ ਗਿਆ ਕਿ ਸਾਨੂੰ 6 ਮਹੀਨੇ ਹੋ ਗਏ ਬੈਠੇ ਨੂੰ ਤੇ ਸਰਕਾਰ ਸਾਡੀ ਗੱਲ ਨਹੀਂ ਸੁਣਦੀ, ਤੇ ਦੂਸਰੀ ਇਸ ਸਰਕਾਰ ਬਣੀ ਨੂੰ 7 ਸਾਲ ਹੋ ਗਏ ਤੇ ਇਹ ਵੀ ਇੱਕ ਮੁਲਕ ਦੇ ਇਤਿਹਾਸ ਦੇ ਵਿੱਚ ਜਾਂ ਉਹਨਾਂ ਲੋਕਾਂ ਲਈ ਜਿਹੜੇ ਇੱਕ ਮੰਗ ਨੂੰ ਲੈ ਕੇ 6 ਮਹੀਨੇ ਤੋਂ ਬੈਠੇ ਆ ਉਹਨਾਂ ਲਈ ਇਹ ਵੀ ਇੱਕ ਕਾਲਾ ਦਿਨ ਹੀ ਹੈ ਕਿ ਕਿਉਂ ਇਹ ਸਰਕਾਰ ਜਿਹੜੀ ਅਜਿਹੀ ਸਰਕਾਰ ਕਿਉਂ ਇਸ ਦੇਸ਼ ਦੇ ਮੱਥੇ ਤੇ ਲੱਗੀ ਜਿਹੜੀ ਉਹਨਾਂ ਦੀ ਜਿਹੜੀ ਆਮ ਲੋਕਾਂ ਦੀ ਗੱਲ ਹੀ ਨਹੀਂ ਸੁਣਦੀ। ਜਿੱਥੋਂ ਤੱਕ ਰਹੀ ਰਣਨੀਤੀ ਦੀ ਗੱਲ, ਉਹਨਾਂ ਨੇ ਕਾਲਾ ਦਿਵਸ ਮਨਾਉਣ ਦੀ ਗੱਲ ਕੀਤੀ ਆ ਤੇ ਅਪੀਲ ਕੀਤੀ ਆ ਕਿ ਲੋਕ ਆਪਣੇ ਗੱਡੀਆਂ ਤੇ ਵਹੀਕਲਾਂ ਤੇ ਆਪਣੇ ਘਰਾਂ ਤੇ ਕਾਲੇ ਝੰਡੇ ਲਾਉਣ ਤੇ ਵੱਧ ਤੋਂ ਵੱਧ ਇਸ ਗੱਲ ਦੇ ਵਿੱਚ ਸਹਿਯੋਗ ਦੇਣ। ਤੇ ਜਿੱਦਾਂ ਮਹੀਨਾ ਕੁ ਪਹਿਲਾਂ ਸਵਲੀਨ ਜੀ ਗੱਲ ਚੱਲਦੀ ਸੀ ਕਿ ਅੰਦੋਲਨ ਦੇ ਵਿੱਚ ਰਸ਼ ਜਿਹੜਾ ਉਹ ਕਾਫੀ ਘਟ ਗਿਆ ਹੈ, ਬਹੁਤ ਸਾਰੀਆਂ ਸਾਨੂੰ ਗੱਲਾਂ ਸੁਣਨ ਨੂੰ ਮਿਲਦੀਆਂ, ਜਿੱਦਾਂ ਤੁਸੀਂ ਦੱਸਿਆ ਕਿ ਅਫਵਾਹਾਂ ਦਾ ਬਾਜ਼ਾਰ ਜਿਹੜਾ ਉਹ ਗਰਮ ਰਹਿੰਦਾ ਹੈ ਹਿੰਦੁਸਤਾਨ ਦੇ ਵਿੱਚ। ਸਟੀਕ ਜਾਣਕਾਰੀ ਜਿਹੜੀ ਉਹ ਘੱਟ ਟਰੈਵਲ ਕਰਦੀ ਆ, ਜਿਹੜੀਆਂ ਅਫਵਾਹਾਂ ਨੇ ਉਹ ਬਹੁਤ ਤੇਜ਼ੀ ਨਾਲ ਟਰੈਵਲ ਕਰਦੀਆਂ ਨੇ। ਤੇ ਹੁਣ ਕਿਸਾਨ ਜਿਹੜੇ ਆ ਉਹ ਬਹੁਤ ਕਰਕੇ ਵਿਹਲੇ ਹੋ ਗਏ ਨੇ ਕਣਕ ਤੋਂ। ਕਣਕ ਦੀ ਫਸਲ ਚੱਕੀ ਜਾ ਚੁੱਕੀ ਆ, ਵੇਚੀ ਜਾ ਚੁੱਕੀ ਆ, ਤੂੜੀ ਸਾਂਭੀ ਜਾ ਚੁੱਕੀ ਆ, ਬਹੁਤ ਸਾਰੇ ਹੋਰ ਜਿਹੜੇ ਛੋਟੇ ਛੋਟੇ ਕੰਮ ਸੀ ਉਹ ਮੁੱਕ ਚੁੱਕੇ ਨੇ। ਹਾਲਾਂਕਿ ਕਿਸਾਨ ਕਦੇ ਵਿਹਲਾ ਨਹੀਂ ਹੁੰਦਾ, ਹੁਣ ਝੋਨੇ ਦੀ ਜਿਹੜੀ ਲਵਾਈ ਦੀ ਤਿਆਰੀ ਆ, ਪਰ ਹਾਲੇ ਵਿੱਚ ਥੋੜੇ ਜਿਹੇ ਦਿਨ ਹੈਗੇ, ਇਸ ਕਰਕੇ ਬਹੁਤ ਵੱਡੀ ਗਿਣਤੀ ਦੇ ਵਿੱਚ ਕਿਸਾਨ ਜਿਹੜੇ ਆ ਉੱਥੇ ਨੂੰ ਜਾ ਰਹੇ ਨੇ। ਕੱਲ ਦੀ ਇੱਕ ਨਿਊਜ਼ਪੇਪਰ ਨੇ ਇੱਕ ਹੋਰ ਬੜੀ ਹੌਸਲਾ ਵਧਾਉਣ ਵਾਲੀ ਖਬਰ ਦਿੱਤੀ ਹੋਈ ਸੀ ਇਸੇ ਸੰਦਰਭ ਦੇ ਵਿੱਚ ਕਿਸਾਨ ਅੰਦੋਲਨ ਨੂੰ ਲੈ ਕੇ। ਉਹਨਾਂ ਨੇ ਕੁਝ ਮਾਲਵੇ ਦੇ ਪਿੰਡਾਂ ਦਾ ਜ਼ਿਕਰ ਕੀਤਾ ਸੀ ਕਿ ਉਹਨਾਂ ਪਿੰਡਾਂ ਦੇ ਵਿੱਚੋਂ ਕਿੰਨੀ ਰਕਮ ਲੋਕਾਂ ਨੇ ਆਪਣੀਆਂ ਫਸਲਾਂ ਵੇਚਣ ਤੋਂ ਬਾਅਦ ਜੋ ਉਹਨਾਂ ਨੂੰ ਕਮਾਈ ਹੋਈ ਆ ਉਹਨਾਂ ਨੇ ਉਸ ਅੰਦੋਲਨ ਲਈ ਦਾਨ ਕੀਤੀ ਹੈ। ਉਹ 6-7 ਪਿੰਡਾਂ ਦਾ ਜ਼ਿਕਰ ਸੀ। ਉਹ ਜਿਹੜੇ 6-7 ਪਿੰਡ ਆ ਉਹ ਕੜਾਈ ਦੇ ਵਿੱਚ ਪਤੀਲੇ ਦੇ ਵਿੱਚ ਚੌਲਾਂ ਵਾਲੀ ਗੱਲ ਆ ਕਿ ਤੁਸੀਂ ਇੱਕ ਵਾਰ ਹੱਥ ਲਾ ਕੇ ਦੇਖ ਲੈਣੇ ਕਿ ਕਿੰਨੇ ਕੁ ਪੱਕਿਆ, ਤੇ ਜੇ ਇੱਕ ਪੱਕਿਆ ਤੇ ਸਾਰੇ ਪੱਕੇ ਨੇ। ਤੇ ਜੇ 6-7 ਪਿੰਡਾਂ ਦੇ ਵਿੱਚੋਂ ਇਮਦਾਦ ਗਈ ਆ ਤਾਂ ਇਟ ਮੀਨਸ ਸਾਰੇ ਪੰਜਾਬ ਚੋਂ ਹੀ ਜਿਹੜੀ ਇਮਦਾਦ ਉਹ ਗਈ ਆ, ਉਹਦੀ ਰਕਮ ਘੱਟ ਵੱਧ ਹੋ ਸਕਦੀ ਹੈ। ਪਰ ਜਿਹੜੇ ਉਹ 6-7 ਪਿੰਡਾਂ ਦੀ ਗੱਲ ਸੀ ਉਹਨਾਂ ਸਾਰਿਆਂ ਦੀ ਹੀ ਜਿਹੜੀ ਰਕਮ ਸੀ ਉਹ ਲੱਖਾਂ ਦੇ ਵਿੱਚ ਸੀ, ਬਲਕਿ ਕਈ ਲੱਖਾਂ ਦੇ ਵਿੱਚ ਸੀ। ਕਿਸੇ ਦੀ 5 ਲੱਖ ਸੀ, ਕਿਸੇ ਦੀ 7 ਲੱਖ ਸੀ, ਕਿਸੇ ਦੀ 2 ਲੱਖ ਸੀ, ਕਿਸੇ ਦੀ 9 ਲੱਖ ਸੀ। ਸੋ ਇਹ ਫਿਰ ਇੱਕ ਜਵਾਬ ਆ। ਹਾਲਾਂਕਿ ਬਹੁਤ ਵਾਰ ਪੰਜਾਬ ਨੇ ਇਤਿਹਾਸ ਦੇ ਵਿੱਚ ਵੀ ਜਵਾਬ ਦਿੱਤੇ ਨੇ ਤੇ ਮੌਜੂਦਾ ਦੌਰ ਦੇ ਵਿੱਚ ਵੀ ਪੰਜਾਬੀ ਇਸ ਕੰਮ ਲਈ ਜਵਾਬ ਦਿੰਦੇ ਰਹੇ ਨੇ ਕਿ ਅਸੀਂ ਹਰ ਤਰੀਕੇ ਨਾਲ, ਹਰ ਬਿਮਾਰੀ ਨਾਲ, ਹਰ ਮੁਸੀਬਤ ਨਾਲ ਨਜਿੱਠਣ ਲਈ ਤਨੋਂ ਮਨੋਂ ਤੇ ਧਰੋਂ ਤਿਆਰ ਰਹਿੰਦੇ ਹਾਂ। ਬਹੁਤ ਸਾਰੇ ਲੋਕ ਉਦੋਂ ਗੱਲ ਕਰਦੇ ਸੀ ਕਿ ਇਹਦੀ ਫੰਡਿੰਗ ਜਿਹੜੀ ਆ ਉਹ ਟੈਰਰ ਫੰਡਿੰਗ ਆ, ਪਰ ਜੇ ਹੁਣ ਪੰਜਾਬ ਦੇ ਪਿੰਡਾਂ ਦੇ ਵਿੱਚੋਂ ਲੱਖਾਂ ਦੀ ਗਿਣਤੀ ਦੇ ਵਿੱਚ ਰੁਪਈਏ ਉਸ ਅੰਦੋਲਨ ਲਈ ਪਹੁੰਚ ਰਹੇ ਨੇ ਤੇ ਉਹ ਟੈਰਰ ਫੰਡਿੰਗ ਵਾਲੀ ਗੱਲ ਜਿਹੜੀ ਉਹ ਕਿਤੇ ਨਹੀਂ ਹੈਗੀ ਤੇ ਬਹੁਤ ਗਿਣਤੀ ਦੇ ਵਿੱਚ ਲੋਕ ਵੀ ਉੱਥੇ ਜਾ ਰਹੇ ਨੇ। ਸੋ ਅੰਦੋਲਨ ਜਿਹੜਾ ਆ ਉਹ ਬਿਲਕੁਲ ਤਿਆਰ ਆ। ਕੱਲ ਡਾਕਟਰ ਦਰਸ਼ਨਪਾਲ ਜਿਹੜੇ ਅੰਦੋਲਨ ਦੇ ਮੁੱਢਲੇ ਲੀਡਰਾਂ ਦੇ ਵਿੱਚੋਂ ਨੇ, ਉਹਨਾਂ ਦੀ ਵੀ ਗੱਲ ਹੋ ਰਹੀ ਸੀ ਕਿਸੇ ਨਾਲ, ਤੇ ਉਹ ਦੱਸ ਰਹੇ ਸੀਗੇ ਕਿ ਅੰਦੋਲਨ ਦੀ ਜਿਹੜੀ ਪਾਵਰ ਆ ਜਾਂ ਅੰਦੋਲਨ ਦੀ ਜਿਹੜੀ ਸਪਿਰਿਟ ਆ ਉਹ ਨਾ ਤੇ ਮੱਠੀ ਹੋਈ ਆ ਤੇ ਨਾ ਹੀ ਉਹਦੇ ਰੁਕਣ ਦੀ ਕੋਈ ਗੁੰਜਾਇਸ਼ ਆ। ਇਹ ਜਿੱਤ ਹੀ ਹੋਣੀ ਹੈ। ਇਹ ਸਰਕਾਰ ਨੂੰ ਸੋਚਣਾ ਪੈਣਾ ਹੈ, ਸਰਕਾਰ ਨੂੰ ਇਸ ਗੱਲ ਦੇ ਉੱਤੇ ਵਿਚਾਰ ਕਰਨੀ ਪੈਣੀ ਹੈ ਔਰ ਸਰਕਾਰ ਨੂੰ ਇਸ ਗੱਲ ਨੂੰ ਮੰਨਣਾ ਪੈਣਾ ਹੈ ਕਿ ਇਹ ਜਿਹੜੀ ਕਿਸਾਨਾਂ ਦੀ ਗੱਲ ਆ ਉਹ ਠੀਕ ਆ ਤੇ ਜਿਹੜਾ ਉਹਨਾਂ ਦਾ ਰਵੱਈਆ ਆ ਉਹ ਗਲਤ ਆ ਤੇ ਜਿਹੜੇ ਉਹਨਾਂ ਨੇ ਥੋਪੇ ਹੋਏ ਕਾਨੂੰਨ ਨੇ ਉਹ ਵੀ ਗਲਤ ਨੇ ਤੇ ਵਾਪਸ ਲੈਣੇ ਪੈਣਗੇ। ਹਾਲਾਂਕਿ ਇਸ ਗੱਲ ਦਾ ਦਬਾਅ ਬਣਾਇਆ ਜਾ ਰਿਹਾ ਬਹੁਤ ਦਿਨਾਂ ਤੋਂ ਕਿ ਅੰਦੋਲਨ ਨੂੰ ਕਿਸੇ ਤਰੀਕੇ ਨਾਲ ਹਲਕਾ ਕੀਤਾ ਜਾਵੇ ਜਾਂ ਚੁੱਕਿਆ ਜਾਵੇ। ਬਹੁਤ ਵਾਰ ਇਹ ਕੋਸ਼ਿਸ਼ ਹੋ ਚੁੱਕੀ ਆ ਪਰ ਹਰ ਵਾਰ ਜਿਹੜੀ ਇਹ ਕੋਸ਼ਿਸ਼ ਆ ਉਹ ਨਾਕਾਮ ਰਹੀ ਆ। ਜਿਵੇਂ ਤੁਸੀਂ ਹੁਣੇ ਗੱਲ ਕੀਤੀ ਵੀ ਕੱਲ ਕਾਲਾ ਦਿਵਸ ਦੇ ਤੌਰ ਤੇ ਮਨਾਇਆ ਜਾਣਾ ਦਿਨ, ਤੇ ਪੰਜਾਬ ਦੇ ਸਿਆਸਤਦਾਨ ਵੀ ਇਸ ਵੇਲੇ ਇਸ ਦਿਨ ਨੂੰ ਮਨਾਉਣ ਲਈ ਮੈਦਾਨ 'ਚ ਨਿਤਰੇ ਨੇ। ਜੀ ਦੇਖੋ, ਸਿਆਸਤਦਾਨ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਇਹ ਸਿਆਸਤ ਦੇ ਵਿੱਚ ਜਦੋਂ ਹੁੰਦੇ ਤੇ ਇਹਨਾਂ ਨੂੰ ਸਿਰਫ ਔਰ ਸਿਰਫ ਲੋਕ, ਭੀੜ ਤੇ ਵੋਟਾਂ ਚਾਹੀਦੀਆਂ। ਹੁਣ ਇਹਨਾਂ ਨੂੰ ਇਸ ਗੱਲ ਦੀ ਸਮਝ ਲਓ 1 ਸਾਲ ਤੋਂ ਹੀ ਆ ਗਈ ਹੋਈ ਹੈ, ਜਦੋਂ ਤੋਂ ਇਹ ਅੰਦੋਲਨ ਬਣਿਆ, ਭਖਿਆ, ਤਿਆਰ ਹੋਇਆ, ਪੰਜਾਬ 'ਚ ਸ਼ੁਰੂ ਹੋਇਆ, ਫਿਰ ਦਿੱਲੀ ਪਹੁੰਚਿਆ ਕਿ ਲੋਕ ਇਸ ਅੰਦੋਲਨ ਦੇ ਸਮਰਥਨ 'ਚ ਨੇ। ਫਿਰ ਇਹ ਵੀ ਸਮਰਥਨ 'ਚ ਆਏ ਤੇ ਹੁਣ ਅਕਾਲੀ ਦਲ ਦੇ ਸੁਪਰੀਮੋ ਸੁਖਬੀਰ ਸਿੰਘ ਬਾਦਲ ਨੇ ਇਹ ਗੱਲ ਕਹੀ ਆ ਕਿ ਅਕਾਲੀ ਦਲ ਇਸ ਅੰਦੋਲਨ ਦੇ ਨਾਲ ਹੈ। ਉਹ ਪਹਿਲਾਂ ਵੀ ਬਹੁਤ ਵਾਰ ਕਹਿ ਚੁੱਕੇ ਨੇ ਤੇ ਕਾਲਾ ਦਿਵਸ ਮਨਾਉਣ ਦੀ ਉਹਨਾਂ ਨੇ ਗੱਲ ਕੀਤੀ ਆ। ਤੇ ਇਸ ਦੇ ਨਾਲ ਹੀ ਜਿਹੜੇ ਪੰਜਾਬ ਦੇ ਇਸ ਵੇਲੇ ਬਹੁਤ ਚਰਚਿਤ ਲੀਡਰ ਨੇ ਕਾਂਗਰਸ ਤੋਂ, ਪਹਿਲਾਂ ਬੀਜੇਪੀ 'ਚ ਸੀ ਫਿਰ ਕਾਂਗਰਸ ਤੋਂ ਆਏ ਨਵਜੋਤ ਸਿੰਘ ਸਿੱਧੂ, ਉਹਨਾਂ ਨੇ ਵੀ ਕਿਹਾ ਕਿ ਮੈਂ ਆਪਣੇ ਦੋਨਾਂ ਘਰਾਂ ਦੇ ਵਿੱਚ ਅੰਮ੍ਰਿਤਸਰ ਵੀ ਤੇ ਪਟਿਆਲੇ ਵੀ ਕਾਲਾ ਝੰਡਾ ਲਾਵਾਂਗਾ। ਸਾਨੂੰ ਤੇ ਪਤਾ ਨਹੀਂ ਸੀ ਉਹਨਾਂ ਦੇ 2 ਘਰ ਨੇ, ਜਿੱਤੇ ਕਿਤੋਂ ਹੋਰ ਨੇ ਤੇ ਰਹਿੰਦੇ ਕਿਤੇ ਹੋਰ ਨੇ। ਤੇ ਅੱਜ ਕੱਲ ਤੇ ਇਹ ਵੀ ਨਹੀਂ ਪਤਾ ਲੱਗਦਾ ਕਿ ਉਹ ਕਰਦੇ ਕੀ ਨੇ ਤੇ ਕਹਿੰਦੇ ਕੀ ਨੇ। ਉਹਨਾਂ ਨੇ ਵੀ ਕਾਲਾ ਝੰਡਾ ਲਾਇਆ ਤੇ ਇੱਕ ਸਪੀਚ ਵੀ ਦਿੱਤੀ ਉਹਨਾਂ ਨੇ ਜਿਹਦੇ 'ਚ ਉਹਨਾਂ ਨੇ ਦੇਹ ਸ਼ਿਵਾ ਮਰ ਮੋਹ ਇਹ ਦੀ ਗੱਲ ਕੀਤੀ ਆ
ਜੋ ਬੋਲੇ ਸੋ ਨਿਹਾਲ ਦਾ ਨਾਰਾ ਵੀ ਲਾਇਆ ਤੇ ਪੰਜਾਬ ਨੂੰ ਪੰਜਾਬੀਅਤ ਵਾਪਸ ਦਿਵਾਉਣ ਦੀ ਗੱਲ ਵੀ ਕੀਤੀ ਆ। ਪੰਜਾਬ ਦੇ ਲੋਕਾਂ ਨੂੰ ਉਹਨਾਂ ਦੀਆਂ ਫਸਲਾਂ ਦੇ ਮੁੱਲ ਦੀ ਗੱਲ ਵੀ ਕੀਤੀ ਆ ਤੇ ਝੰਡਾ ਉਹਨਾਂ ਨੇ ਲਾ ਦਿੱਤਾ ਪਰ ਉਹ ਸਿਆਸਤ ਹੀ ਹੈ ਜੀ। ਜਿੱਦਾਂ ਬੀਤੇ ਦਿਨ ਖਬਰਾਂ ਆਈਆਂ, ਅਸੀਂ ਸੁਣਿਆ ਪੜ੍ਹਿਆ ਵੀ ਕਿ ਕਿਸਾਨ ਆਗੂਆਂ ਨੇ ਚਿੱਠੀ ਲਿਖੀ ਹੈ ਪ੍ਰਧਾਨ ਮੰਤਰੀ ਨੂੰ 11 ਗੇੜ ਦੀਆਂ ਮੀਟਿੰਗਾਂ ਤੋਂ ਬਾਅਦ। ਇਹ ਚਿੱਠੀ ਸ਼ਰਮਾ ਜੀ 4 ਮਹੀਨਿਆਂ ਬਾਅਦ ਕਿਉਂ ਲਿਖੀ ਗਈ? ਕੀ ਮਨਸ਼ਾ ਹੈ ਇਸ ਚਿੱਠੀ ਪਿੱਛੇ? ਦੇਖੋ, ਅਸੀਂ ਤਬਸਰਾ ਜ਼ਰੂਰ ਕਰਦੇ ਹਾਂ, ਵਿਚਾਰਾਂ ਦੀ ਚਰਚਾ ਜ਼ਰੂਰ ਕਰਦੇ ਹਾਂ। ਸਾਡੇ ਕੋਲ ਕੋਈ ਬਹੁਤ ਡੂੰਘੀਆਂ ਸਾਜ਼ਿਸ਼ ਦੀਆਂ ਖਬਰਾਂ ਨਹੀਂ ਆਉਂਦੀਆਂ ਜਾਂ ਅਸੀਂ ਬਹੁਤ ਇਦਾਂ ਦੀ ਕੋਈ ਗੱਲ ਦੇ ਵਿੱਚ ਘੋਖ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਪਰ ਕਨਸੋਆਂ ਹੈ ਇਸ ਗੱਲ ਦੀਆਂ ਕਿ ਇਹ ਚਿੱਠੀ ਕਿਸਾਨਾਂ ਨੇ ਆਪ ਨਹੀਂ ਲਿਖੀ। ਅੱਛਾ। ਖਬਰ ਹੈ ਇਦਾਂ ਦੀ ਉੱਡਦੀ ਕਿਤੋਂ ਮਿਲਦੀ ਆ ਕਿ ਕਿਸਾਨ 22 ਜਨਵਰੀ ਤੋਂ ਬਾਅਦ ਕਿਸਾਨਾਂ ਨਾਲ ਸਰਕਾਰ ਦੀ ਕੋਈ ਗੱਲਬਾਤ ਨਹੀਂ ਹੋ ਰਹੀ। ਹਾਲਾਂਕਿ ਵਿੱਚ ਸੁਣਨ ਨੂੰ ਮਿਲਦਾ ਸੀ ਕਿ ਕੁਝ ਅਨਉਪਚਾਰਕ ਤੌਰ ਦੇ ਉੱਤੇ ਗੈਰ ਰਸਮੀ ਤੌਰ ਤੇ ਗੱਲਾਂ ਬਾਤਾਂ ਹੁੰਦੀਆਂ ਆ, ਕਿਸੇ ਅਫਸਰ ਨਾਲ ਹੋ ਜਾਂਦੀ ਆ ਜਾਂ ਕਿਸੇ ਮਿਨਿਸਟਰ ਦੀ ਕਿਸੇ ਥਰਡ ਪਾਰਟੀ ਦੇ ਥਰੂ ਹੋ ਜਾਂਦੀ ਆ। ਬਹੁਤ ਵਾਰ ਇਹ ਵੀ ਗੱਲ ਸੁਣਨ ਨੂੰ ਮਿਲੀ ਸੀ ਕਿ ਹੁਣ ਛੇਤੀ ਹੱਲ ਹੋ ਜਾਏਗਾ, ਹੁਣ ਛੇਤੀ ਹੱਲ ਹੋ ਜਾਏਗਾ। ਪਰ ਫਿਰ ਵਿੱਚ ਵਿਚਾਰ ਚਰਚਾ ਇਹ ਵੀ ਛਿੜੀ ਸੀ ਸਵਲੀਨ ਜੀ ਕਿ ਬੰਗਾਲ ਵਾਲੇ ਜਿਹੜੀਆਂ ਇਲੈਕਸ਼ਨਸ ਆ ਉਹਦੇ ਰਿਜ਼ਲਟ ਤੋਂ ਬਾਅਦ ਸਰਕਾਰ ਇਹਨੂੰ ਛੇਤੀ ਖਤਮ ਕਰੇਗੀ। ਅਸੀਂ ਆਪਣੇ ਹੀ ਪ੍ਰੋਗਰਾਮ ਵਿੱਚ ਜੰਮੂ ਕਸ਼ਮੀਰ ਤੋਂ ਜਿਹੜੇ ਗਵਰਨਰ ਸੀ ਸਤਿਆਪਾਲ ਮਲਕ, ਉਹਨਾਂ ਦਾ ਹਵਾਲਾ ਦੇ ਕੇ ਇਹ ਗੱਲ ਕੀਤੀ ਸੀ ਕਿ ਮਲਕ ਸਾਹਿਬ ਨੇ ਕਿਹਾ ਸੀ ਕਿ ਰਿਜ਼ਲਟ ਆ ਲੈਣ ਦਿਓ, ਅਸੀਂ ਇਹਨੂੰ ਛੇਤੀ ਮੁਕਾਵਾਂਗੇ। ਜਿਹੜੇ ਸ਼ੁਰੂ ਦੇ ਵਿੱਚ ਪੰਜਾਬ ਤੋਂ ਵੱਡੇ ਬੀਜੇਪੀ ਦੇ ਲੀਡਰ ਬਣਦੇ ਸੀ ਉਹ ਤੇ ਹੁਣ ਲੱਭਦੇ ਵੀ ਨਹੀਂ ਕਿ ਕਿੱਥੇ ਨੇ ਤੇ ਉਹਨਾਂ ਦੀ ਕੋਈ ਗੱਲ ਸੁਣਦਾ ਕਿ ਨਹੀਂ ਸੁਣਦਾ। ਪਰ ਹੁਣ ਖਬਰ ਇਹ ਆ ਕਿ PMO ਆਫਿਸ ਨੇ ਇਸ ਗੱਲ ਲਈ ਕਿਸਾਨ ਅੰਦੋਲਨ ਦੇ ਮੋਢੀਆਂ ਨਾਲ ਗੱਲ ਕੀਤੀ ਆ ਕਿ ਤੁਸੀਂ ਸਾਨੂੰ ਇੱਕ ਚਿੱਠੀ ਲਿਖੋ ਜਾਂ ਇੱਕ ਗੱਲਬਾਤ ਸ਼ੁਰੂ ਕਰਨ ਦਾ ਜਿਹੜਾ ਆ ਤਰੀਕਾ ਬਣਾਓ। ਇਹਦੇ ਵਿੱਚ ਇਹਨੂੰ ਇਸ ਤਰੀਕੇ ਨਾਲ ਵੀ ਦੇਖਿਆ ਜਾ ਸਕਦਾ ਕਿ ਹਾਲੇ ਵੀ ਜਿਹੜੇ ਪ੍ਰਧਾਨ ਮੰਤਰੀ ਨੇ ਉਹਨਾਂ ਦੀ ਜਿਹੜੀ ਹਉਮੈ ਆ ਉਹ ਹਾਲੇ ਤੱਕ ਨੀਵੀਂ ਨਹੀਂ ਹੋਈ। ਉਹ ਤਾਂ ਕਹਿੰਦੇ ਸੀ ਮੈਂ ਇੱਕ ਕਾਲ ਦੂਰ ਆ ਤੁਹਾਡੇ ਤੋਂ, ਹੁਣ ਤਾਂ ਚਿੱਠੀ ਵੀ ਲਿਖਤੀ। ਬਿਲਕੁਲ ਨਹੀਂ, ਗੱਲ ਉੱਥੋਂ ਸ਼ੁਰੂ ਹੋ ਗਈ ਨਾ ਦੁਬਾਰਾ ਕਿ ਬਹੁਤ ਟਾਈਮ ਹੋ ਗਿਆ ਸੀ ਡੈਡਲੌਕ ਨੂੰ। ਕਿਸਾਨ ਤੇ ਉੱਥੇ ਹੀ ਬੈਠੇ ਨੇ, ਜੇ ਗੱਲ ਕਰਨੀ ਹੋਵੇ ਤੇ ਕੋਈ ਵੀ ਉਹਨਾਂ ਨਾਲ ਉਹਨਾਂ ਨੂੰ ਪੱਤਰ ਲਿਖਿਆ ਜਾ ਸਕਦਾ ਜਾਂ ਉਹਨਾਂ ਨੂੰ ਸੱਦਿਆ ਜਾ ਸਕਦਾ ਗੱਲਬਾਤ ਕਰਨ ਲਈ। ਪਰ ਹੁਣ PMO ਆਫਿਸ ਤੋਂ, ਕਿਉਂਕਿ ਗੈਰ ਰਸਮੀ ਗੱਲ ਆ ਇਹਦਾ, ਮੇਰੇ ਕੋਲ ਕੋਈ ਸਬੂਤ ਨਹੀਂ, ਪਰ ਇੱਕ ਵਿਚਾਰ ਆ, ਇੱਕ ਚਰਚਾ ਆ, ਇੱਕ ਸੁਗ-ਬੁਗਾਹਟ ਆ, ਇੱਕ ਅੰਦੇਸ਼ਾ ਆ ਕਿ ਇਦਾਂ ਦਾ ਕੁਝ ਹੋਇਆ ਤੇ ਉਹਦੇ ਲਈ ਫਿਰ ਕਿਸਾਨ ਅੰਦੋਲਨ ਦੇ ਜਿਹੜੇ ਲੋਕ ਨੇ, ਜਿਹੜੇ ਮੋਢੀ ਨੇ, ਉਹਨਾਂ ਨੇ ਸਾਰਿਆਂ ਨੇ ਸਿਰ ਜੋੜ ਕੇ ਇਸ ਗੱਲ ਨੂੰ ਅੰਜਾਮ ਤੱਕ ਦਿੱਤਾ ਕਿ ਅਸੀਂ ਚਿੱਠੀ ਲਿਖਦੇ ਆ, ਦੇਖਦੇ ਆ ਕੀ ਹੁੰਦਾ। ਕੋਈ ਜਵਾਬ ਆਇਆ ਚਿੱਠੀ ਦਾ? ਜਵਾਬ ਹਾਲੇ ਤੱਕ ਕੋਈ ਨਹੀਂ ਆਇਆ, ਪਰ ਇਦਾਂ ਲੱਗਦਾ ਆ ਕਿ ਹੁਣ ਜਿਹੜਾ ਜਵਾਬ ਆ ਉਹ ਪ੍ਰਧਾਨ ਮੰਤਰੀ ਵੱਲੋਂ ਆਵੇਗਾ ਤੇ ਉਹਦੀ ਗੱਲਬਾਤ ਨੇੜੇ ਹੋਣ ਦੇ ਆਸਾਰ ਲੱਗਦੇ ਨੇ। ਉਹਦੀ ਵਜ੍ਹਾ 2-3 ਗੱਲਾਂ ਜ਼ਿਆਦਾ ਜ਼ਰੂਰੀ ਨੇ। ਇੱਕ ਤਾਂ ਬੰਗਾਲ ਦੇ ਵਿੱਚ ਉਹਨਾਂ ਦੀ ਵੱਡੀ ਹਾਰ ਹੋਈ, ਉਸ ਤੋਂ ਬਾਅਦ ਜਿਹੜੀਆਂ UP ਦੇ ਵਿੱਚ ਪੰਚਾਇਤ ਇਲੈਕਸ਼ਨਸ ਹੋਈਆਂ ਉੱਥੇ ਵੀ ਜਿਹੜੀ ਹਾਰ ਹੀ ਹੋਈ, ਤੇ ਤੀਸਰੀ ਜਿਹੜੀ ਵੱਡੀ ਗੱਲ ਆ ਉਹ ਕੋਵਿਡ ਦੀ ਵੀ ਹੈ। ਕਰੋਨਾ ਦੀ ਪਹਿਲੀ ਹੀ ਲਹਿਰ ਤੇ ਖਤਮ ਹੋ ਗਈ ਸੀ, ਉਸ ਤੋਂ ਬਾਅਦ ਹਾਲਾਤ ਪੰਜਾਬ ਦੇ ਤੇ ਪੂਰੇ ਭਾਰਤ ਦੇ ਜਿਹੜੇ ਸੀ ਉਹ ਕਾਫੀ ਸੁਖਾਵੇਂ ਹੋਣ ਲੱਗ ਗਏ ਸੀ। ਪਰ ਦੂਜੀ ਲਹਿਰ ਨੇ ਉਹਨਾਂ ਸੂਬਿਆਂ ਨੂੰ ਵੀ ਬਹੁਤ ਲੰਬੇ ਹੱਥੀਂ ਲਿਆ ਜਿੱਥੇ ਇਲੈਕਸ਼ਨ ਸੀ, ਤੇ ਜਿੱਥੇ ਇਲੈਕਸ਼ਨਸ ਨਹੀਂ ਵੀ ਸੀਗੀਆਂ ਉਹਨਾਂ ਦਾ ਵੀ ਬਹੁਤ ਬੁਰਾ ਹਾਲ ਹੋਇਆ, ਚਾਹੇ ਉਹ ਪੰਜਾਬ ਸੀ, ਚਾਹੇ ਉਹ ਦਿੱਲੀ ਸੀ, ਚਾਹੇ ਉਹ ਤਾਮਿਲਨਾਡੂ ਸੀ, ਕਰਨਾਟਕਾ ਸੀ, ਬਿਹਾਰ ਸੀ। ਤੇ ਇਲੈਕਸ਼ਨ ਵਾਲੇ ਸੂਬੇ ਜਿਹੜੇ ਆ ਬਿਹਾਰ ਆ ਜਾਂ UP ਦੇ ਵਿੱਚ ਪੰਚਾਇਤ ਇਲੈਕਸ਼ਨ ਸੀ, ਉੱਥੇ ਵੀ ਬਹੁਤ ਜ਼ਿਆਦਾ ਤੜਤੱਲੀ ਮਚੀ। ਜਿਵੇਂ ਤੁਸੀਂ ਹੁਣੇ ਕੋਵਿਡ ਦੀ ਗੱਲ ਕਰ ਰਹੇ ਆ ਤੇ ਕੋਵਿਡ ਦੇ ਫੈਲਣ ਦਾ ਜਿਹੜਾ ਭਾਂਡਾ ਆ ਉਹ ਵੀ ਮੰਤਰੀਆਂ ਨੇ ਕਿਸਾਨਾਂ ਸਿਰ ਹੀ ਭੰਨਿਆ ਸੀ ਵੀ ਇਹੀ ਫੈਲਾ ਰਹੇ ਨੇ, ਤੇ ਇਹਦਾ ਜਵਾਬ ਨਹੀਂ ਦਿੱਤਾ ਕਿਸਾਨ ਆਗੂਆਂ ਨੇ ਕੋਈ? ਕਿਸਾਨ ਆਗੂ, ਅਸੀਂ ਇਸ ਪ੍ਰੋਗਰਾਮ ਵਿੱਚ ਪਹਿਲਾਂ ਵੀ ਗੱਲ ਕੀਤੀ ਆ ਕਿ ਕਿਸਾਨ ਆਗੂ ਇਹ ਗੱਲ ਬਹੁਤ ਵਾਰ ਕਹਿ ਚੁੱਕੇ ਨੇ ਕਿ ਇੱਕ ਤੇ ਅਸੀਂ ਕਿਸਾਨ ਆ, ਸਾਡੀ ਇਮਿਊਨਿਟੀ ਕਾਫੀ ਹੱਦ ਤੱਕ ਚੰਗੀ ਆ, ਤੇ ਦੂਸਰੀ ਗੱਲ ਕਿ ਅਸੀਂ ਉੱਥੇ ਬਹੁਤ ਸਾਰੀਆਂ ਸੁਵਿਧਾਵਾਂ ਜਿਹੜੀਆਂ ਆ, ਚਾਹੇ ਉਹ ਮੈਡੀਕਲ ਨਾਲ ਜੁੜੀਆਂ ਹੋਈਆਂ ਨੇ, ਚਾਹੇ ਉਸ ਇਹ ਤੋਂ ਬਚਾਅ ਨਾਲ ਜੁੜੇ ਹੋਏ ਸਾਧਨ ਨੇ, ਅਸੀਂ ਉਹਨਾਂ ਦਾ ਰੱਖ ਰਖਾਵ ਕਰਦੇ ਹਾਂ, ਖਿਆਲ ਰੱਖਦੇ ਹਾਂ, ਤੇ ਟੀਕਾਕਰਨ ਵੀ ਅਸੀਂ ਕਰਵਾਉਂਦੇ ਹਾਂ। ਮਤਲਬ ਪ੍ਰਬੰਧ ਕਰਕੇ ਬੈਠੇ। ਉਹ ਕਹਿੰਦੇ ਨੇ ਕਿ ਸਾਡੇ ਕੋਲ ਆਪਦੇ ਪ੍ਰਬੰਧ ਨੇ, ਪਰ ਇਸ ਦੇ ਬਾਵਜੂਦ ਵੀ ਕਰੋਨਾ ਜਿਹੜਾ ਆ ਉੱਥੇ ਥੋੜਾ ਬਹੁਤ ਤੇ ਜ਼ਰੂਰ ਫੈਲਿਆ ਹੋਵੇਗਾ। ਇਹ ਤੇ ਹੋ ਨਹੀਂ ਸਕਦਾ ਕਿ ਸਾਰੇ ਹਿੰਦੁਸਤਾਨ ਦੇ ਵਿੱਚ ਹੈ ਤੇ ਕਿਸਾਨ ਅੰਦੋਲਨ 'ਚ ਨਹੀਂ ਹੈ। ਛੋਟੀਆਂ ਅਖਬਾਰਾਂ ਦੇ ਵਿੱਚ ਸੁਰਖੀਆਂ ਲੱਗਦੀਆਂ ਰਹਿੰਦੀਆਂ ਨੇ, ਹਾਲਾਂਕਿ ਪੰਜਾਬੀ ਦੀਆਂ ਜਾਂ ਲੋਕਲ ਅਖਬਾਰਾਂ ਜਿਹੜੀਆਂ ਉਹਨੂੰ ਬਹੁਤੀ ਤਵੱਜੋ ਨਹੀਂ ਦਿੰਦੀਆਂ, ਕਿਉਂਕਿ ਇਹਨਾਂ ਦਾ ਜੁੜਾਵ ਜਿਹੜਾ ਆ ਉਹ ਕਿਸਾਨ ਅੰਦੋਲਨ ਨਾਲ ਹੋਰ ਤਰੀਕੇ ਦਾ ਹੈ। ਪਰ ਨੈਸ਼ਨਲ ਮੀਡੀਆ ਜਾਂ ਇੰਟਰਨੈਸ਼ਨਲ ਮੀਡੀਆ ਇਸ ਗੱਲ ਨੂੰ ਬਿਲਕੁਲ, ਜਦੋਂ ਅਸੀਂ ਸਾਵਾਂ ਰੱਖ ਕੇ ਤੋਲਦਾ, ਤੇ ਉਹ ਇਸ ਗੱਲ ਦਾ ਜ਼ਿਕਰ ਬਾਰ-ਬਾਰ ਆਉਂਦਾ ਆ ਕਿ ਕਿਸਾਨ ਅੰਦੋਲਨ ਦੇ ਵਿੱਚ ਕਰੋਨਾ ਜਿਹੜਾ ਫੈਲਣ ਦਾ ਉਹ ਪੂਰਾ ਖਤਰਾ ਹੈ। ਤੁਹਾਡੀ ਗੱਲ ਜਿਹੜੀ ਤੁਸੀਂ ਇਸ਼ਾਰਾ ਕਰਦੇ ਹੋ ਬਿਲਕੁਲ ਦਰੁਸਤ ਆ। ਇਸ ਚਿੱਠੀ ਲਿਖਣ ਦਾ ਜੇ ਮੇਰੇ ਵਾਲੀ ਗੱਲ ਠੀਕ ਨਾ ਹੋਵੇ ਤਾਂ ਦੂਜੀ ਗੱਲ ਜ਼ਰੂਰ ਠੀਕ ਹੋਵੇਗੀ ਕਿ ਕਿਸਾਨ
ਆਪਣਾ ਪੱਖ ਇੱਕ ਵਾਰ ਫੇਰ ਤੋਂ ਸਾਫ਼ ਸਿੱਧ ਕਰ ਰਹੇ ਨੇ ਕਿ ਤੁਸੀਂ ਸਾਡੇ ਨਾਲ 22 ਜਨਵਰੀ ਨੂੰ ਗੱਲ ਕੀਤੀ ਸੀ, ਫਰਵਰੀ ਵੀ ਲੰਘ ਗਿਆ, ਮਾਰਚ ਵੀ ਲੰਘ ਗਿਆ, ਅਪ੍ਰੈਲ ਵੀ ਲੰਘ ਗਿਆ ਤੇ 22 ਮਈ ਵੀ ਲੰਘ ਗਈ। ਮਈ ਵੀ ਲੰਘਣ ਵਾਲੀ ਹੈ, 22 ਮਈ ਤੇ ਲੰਘ ਗਈ ਕਿ ਅਸੀਂ ਤੁਹਾਨੂੰ ਫਿਰ ਚਿੱਠੀ ਲਿਖੀ ਆ। ਹਾਲਾਂਕਿ ਤੁਸੀਂ ਕਿਹਾ ਸੀ ਫੋਨ ਕਾਲ ਅਵੇ ਆ, ਸਾਨੂੰ ਫੋਨ ਨੰਬਰ ਤੇ ਤੁਹਾਡਾ ਲੱਭਿਆ ਨਹੀਂ, ਪਰ ਅਸੀਂ ਚਿੱਠੀ ਤੁਹਾਨੂੰ ਜਨ ਤੱਕ ਇੱਕ ਲਿਖ ਦਿੱਤੀ ਆ ਕਿ ਸਾਡੇ ਨਾਲ ਗੱਲ ਕਰੋ, ਸਾਡੀਆਂ ਸਮੱਸਿਆਵਾਂ ਦਾ ਹੱਲ ਕਰੋ ਤੇ ਸਾਨੂੰ ਇਸ ਗੱਲ ਤੋਂ ਮੁਕਤੀ ਦਿਓ। ਕਿਸਾਨੀ ਅੱਗੇ ਬਹੁਤ ਰੁਲੀ ਹੋਈ ਆ ਤੇ ਇਹਨਾਂ ਕਾਨੂੰਨਾਂ ਨੂੰ ਵਾਪਸ ਲੈ ਕੇ ਤੇ ਕਿਸਾਨੀ ਨੂੰ ਪੈਰਾਂ ਸਿਰ ਕਰਨ ਲਈ ਯਤਨ ਕਰੋ, ਨਾ ਕਿ ਕਾਰਪੋਰੇਟ ਲਈ ਸਾਰਾ ਕੰਮ ਕਰੋ। ਜਿਹੜੇ ਪਿਛਲੇ ਦਿਨਾਂ ਤੋਂ ਕਹਿ ਰਹੇ ਆ ਕਿ ਕਰੋਨਾ ਆ, ਬਾਅਦ ਚ ਫਿਰ ਅੰਦੋਲਨ ਸ਼ੁਰੂ ਕਰ ਲਿਓ, ਘਰੋਂ ਘਰੀ ਮੁੜ ਜਾਓ। ਹੁਣ ਤਾਂ ਕਿਸਾਨਾਂ ਨੇ ਮੌਕਾ ਦਿੱਤਾ ਘਰਾਂ ਨੂੰ ਮੋੜਨ ਦਾ ਤੇ ਇਹਨਾਂ ਨੂੰ ਮੌਕਾ ਸਾਂਭ ਵੀ ਲੈਣਾ ਚਾਹੀਦਾ। ਬਿਲਕੁਲ ਜੀ। ਸ਼ਰਮਾ ਜੀ, ਗੱਲਬਾਤ ਦਾ ਦੌਰ ਇਸੇ ਤਰ੍ਹਾਂ ਜਾਰੀ ਰੱਖਾਂਗੇ, ਪਰ ਇਸ ਵੇਲੇ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਜਲਦ ਹਾਜ਼ਰ ਹੁੰਨੇ ਆ। ਬ੍ਰੇਕ ਤੋਂ ਬਾਅਦ ਪ੍ਰੋਗਰਾਮ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਸ਼ਰਮਾ ਜੀ, ਕਿਸਾਨ ਅੰਦੋਲਨ ਨਾਲ ਸੰਬੰਧਿਤ ਕੋਈ ਹੋਰ ਗੱਲ ਕਰਨੀ ਜਾਂ ਫਿਰ ਅੱਗੇ ਵਧੀਏ? ਨਹੀਂ, ਅੱਗੇ ਵਧਣ ਤੋਂ ਪਹਿਲਾਂ ਅਸੀਂ ਜਿਹੜੀ ਕਿਸਾਨ ਅੰਦੋਲਨ ਨਾਲ ਜੁੜੀ ਹੋਈ ਗੱਲ ਇਹ ਹੈ ਕਿ ਹੁਣ ਕੇਂਦਰ ਸਰਕਾਰ ਜਾਂ ਸਾਰੇ ਅਸੀਂ ਤੇ ਕਿਸਾਨ ਸੰਗਠਨ ਜਾਂ ਪੰਜਾਬੀ ਜਾਂ ਇਸ ਅੰਦੋਲਨ ਨਾਲ ਜੁੜੇ ਹੋਏ ਲੋਕ ਤਾਂ ਪਹਿਲਾਂ ਵੀ ਚਾਹੁੰਦੇ ਸੀ ਕਿ ਜਿੱਦਣ ਅਸੀਂ ਗਏ ਸੀ ਉਸੇ ਦਿਨ ਸਾਡੀ ਗੱਲ ਸੁਣੀ ਲਈ ਜਾਂਦੀ ਤੇ ਗੱਲ ਖਤਮ ਹੋ ਜਾਂਦੀ ਜੀ। ਹੁਣ ਜਿਹੜੀ ਬੀਜੇਪੀ ਲਈ ਜਿਹੜੀ ਸਮੱਸਿਆ ਆਈ ਆ ਜਾਂ ਕੇਂਦਰ ਦੇ ਵਿੱਚ ਜਿਹੜੀ ਸਰਕਾਰ ਆ ਉਹਦੇ ਲਈ ਜਿਹੜੀ ਸਮੱਸਿਆ ਆ ਉਹ ਇੱਕ ਤਾਂ ਇਹ ਆ ਕਿ ਬੰਗਾਲ ਉਹਨਾਂ ਦੇ ਹੱਥੋਂ ਚਲਾ ਗਿਆ ਤੇ ਯੂਪੀ ਦੀਆਂ ਜਿਹੜੀਆਂ ਪੰਚਾਇਤ ਇਲੈਕਸ਼ਨ ਆ ਉਹਨਾਂ ਨੂੰ ਜ਼ਿਆਦਾ ਸੱਟ ਮਾਰੀ ਤੇ ਸਮਾਂ ਜਿੱਦਾਂ ਤੁਸੀਂ ਕੈਲੰਡਰ ਨੂੰ ਦੇਖਦੇ ਆ ਤੇ ਮਈ ਗਿਆ ਲੰਘ, ਇਹ ਮਹੀਨਾ 5 ਮਹੀਨੇ ਇਸ ਸਾਲ ਦੇ ਗਏ ਲੰਘ ਤੇ ਹੁਣ ਆਉਣ ਵਾਲਾ ਸਮਾਂ ਜਿਹੜਾ ਆ ਉਹਦੇ ਵਿੱਚ ਬਹੁਤ ਥੋੜਾ ਸਮਾਂ ਰਹਿ ਗਿਆ ਜਦੋਂ ਸਰਕਾਰਾਂ ਲਈ, ਬੀਜੇਪੀ ਲਈ, ਸਾਰੀਆਂ ਹੀ ਪੋਲੀਟੀਕਲ ਪਾਰਟੀਆਂ ਲਈ ਯੂਪੀ ਦੀ ਜਿਹੜੀ ਇਲੈਕਸ਼ਨ ਹੈ ਉਹ ਬਹੁਤ ਮਹੱਤਵਪੂਰਨ ਹੈ ਤੇ ਪੰਜਾਬ ਦੀ ਵੀ ਇਲੈਕਸ਼ਨ ਵੀ ਹੈ, ਉੱਤਰਾਖੰਡ ਦੀ ਇਲੈਕਸ਼ਨ ਵੀ ਹੈ। ਉੱਤਰਾਖੰਡ ਜਾਂ ਪੰਜਾਬ ਲਈ ਭਾਵੇਂ ਅਸੀਂ ਉੱਪਰੋਂ ਭਾਵੇਂ ਬੀਜੇਪੀ ਜਾਂ ਸੱਤਾਧਾਰੀ ਧਿਰ ਕਹਿੰਦੀ ਹੋਵੇ ਕਿ ਅਸੀਂ ਸਾਡੇ ਲਈ ਫਰਕ ਨਹੀਂ ਹੈ, ਅਸੀਂ ਛੋਟੀ ਸਟੇਟ ਆ, ਬਹੁਤ ਸਾਰੇ ਵਿਚਾਰਕ ਵੀ ਇਹ ਗੱਲ ਕਹਿੰਦੇ ਨੇ ਕਿ ਛੱਡ ਵੀ ਦਿਆਂਗੇ, ਪਰ ਯੂਪੀ ਨੂੰ ਤੇ ਤੁਸੀਂ ਬਿਲਕੁਲ ਵੀ ਨਹੀਂ ਛੱਡ ਸਕਦੇ। ਸੋ ਇਦਾਂ ਲੱਗਦਾ ਆ ਕਿ ਹੁਣ ਜਿਹੜੀ ਉਹਨਾਂ ਨੇ ਜਿਹੜਾ ਤਰੱਦਦ ਕੀਤਾ ਹੈ, ਕਿਸਾਨਾਂ ਨੇ ਚਿੱਠੀ ਲਿਖੀ ਹੈ ਜਾਂ ਮੋਦੀ ਸਾਹਿਬ ਨੇ ਕਰਕੇ ਲਿਖਵਾਈ ਹੈ, ਮੈਨੂੰ ਇੰਜ ਜਾਪਦਾ ਆ ਕਿ ਆਉਣ ਵਾਲੇ ਨੇੜਲੇ ਦੇ ਭਵਿੱਖ ਦੇ ਵਿੱਚ ਇਹ ਜਿਹੜਾ ਹੱਲ ਆ ਮਸਲਾ ਉਹ ਕਰਨਾ ਉਹਨਾਂ ਲਈ ਵੀ ਜ਼ਰੂਰੀ ਹੈ, ਕਿਉਂਕਿ ਟਕੈਤ ਸਾਹਿਬ ਨੇ ਬੰਗਾਲ ਇਲੈਕਸ਼ਨ ਦੀ ਜਿੱਤ ਤੋਂ ਬਾਅਦ ਪਹਿਲਾਂ ਹੀ ਅਨਾਉਂਸ ਕਰ ਦਿੱਤਾ ਸੀ ਕਿ ਕਿਸਾਨਾਂ ਦੀ ਜਿੱਤ ਹੋਈ ਆ ਉੱਥੇ ਤੇ ਹੁਣ ਸਾਡਾ ਜਿਹੜਾ ਅਗਲਾ ਕਦਮ ਆ, ਅਗਲਾ ਜਿਹੜਾ ਪੜਾਅ ਆ, ਅਗਲਾ ਸਾਡਾ ਨਿਸ਼ਾਨਾ ਆ ਉਹ ਬੀਜੇਪੀ ਨੂੰ ਉੱਤਰਾਖੰਡ ਤੇ ਬੀਜੇਪੀ ਦੇ ਵਿੱਚ ਵੀ ਯੂਪੀ ਦੇ ਵਿੱਚ ਵੀ ਅਸੀਂ ਇਦਾਂ ਹੀ ਢਾਹ ਲਾਵਾਂਗੇ, ਲੋਕਾਂ ਦੇ ਵਿੱਚ ਪ੍ਰਚਾਰ ਕਰਾਂਗੇ ਤੇ ਇਹਨਾਂ ਦੇ ਖਿਲਾਫ ਜਾਵਾਂਗੇ। ਉਮੀਦ ਤੇ ਦੁਨੀਆ ਕਾਇਮ ਆ ਤੇ ਅਸੀਂ ਉਮੀਦ ਕਰਦੇ ਹਾਂ ਕਿ ਕਿਸਾਨਾਂ ਦਾ ਜਿਹੜਾ ਇਹ ਮਸਲਾ ਹੈ ਜਲਦ ਤੋਂ ਜਲਦ ਹੱਲ ਹੋਵੇ। ਸ਼ਰਮਾ ਜੀ, ਇਸ ਵੇਲੇ ਖੌਫ ਦਾ ਮੰਜ਼ਰ ਹੈ, ਜਿਵੇਂ ਪ੍ਰੋਗਰਾਮ ਦੇ ਸ਼ੁਰੂ 'ਚ ਅਸੀਂ ਗੱਲ ਕੀਤੀ, ਤੇ ਖੌਫ ਹੈਗਾ ਇਸ ਵੇਲੇ ਕਰੋਨਾ ਦਾ। ਸਾਰੀ ਦੁਨੀਆ 'ਚ ਤਹਿਲਕਾ ਮੱਚਿਆ ਹੋਇਆ, ਖਾਸ ਕਰਕੇ ਭਾਰਤ ਦੇ ਵਿੱਚ ਬੜਾ ਖੌਫ ਹੈ। ਸਾਡੇ ਦਰਸ਼ਕਾਂ ਨੇ ਵੀ ਕਹਿਣਾ ਵੀ ਜਦੋਂ ਬੈਠਦੇ ਨੇ ਤੇ ਪਹਿਲਾਂ ਹੀ ਕਰੋਨਾ ਲੈ ਕੇ ਬਹਿ ਜਾਂਦੇ ਨੇ। ਬਹੁਤ ਸਾਰੇ ਦਰਸ਼ਕ ਇਦਾਂ ਦੇ ਨੇ ਜਿਹੜੇ ਰਿਮੋਟ ਲੈ ਕੇ ਤੇ ਚੈਨਲ ਚੇਂਜ ਕਰਦੇ ਨੇ ਜਦੋਂ ਕਰੋਨਾ ਦੀ ਗੱਲ ਕਰਦੇ ਆ। ਪਰ ਅਸੀਂ ਆਪਣੇ ਦਰਸ਼ਕਾਂ ਨੂੰ ਇਹ ਦੱਸ ਦਈਏ ਕਿ ਸਾਡੇ ਦਰਸ਼ਕ ਸਾਡੇ ਪਰਿਵਾਰ ਵਰਗੇ ਨੇ ਤੇ ਕਰੋਨਾ ਨਾਲ ਸੰਬੰਧਿਤ ਜਦੋਂ ਵੀ ਕੋਈ ਸਕਾਰਾਤਮਕ ਜਾਂ ਮਹੱਤਵਪੂਰਨ ਜਾਣਕਾਰੀ ਸਾਡੇ ਕੋਲ ਹੁੰਦੀ ਹੈ ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਆਪਣੇ ਦਰਸ਼ਕਾਂ ਦੇ ਨਾਲ ਉਹ ਸਾਂਝੀ ਕਰੀਏ। ਸ਼ਰਮਾ ਜੀ, ਤਾਜ਼ਾ ਅੰਕੜੇ ਜੇ ਗੱਲ ਕਰੀਏ ਤਾਜ਼ਾ ਅੰਕੜਿਆਂ ਦੀ ਮੁਲਕ ਦੀ, ਤੇ ਇਸ ਵੇਲੇ ਅੰਕੜੇ ਕੀ ਕਹਿੰਦੇ ਨੇ ਕਿ ਕਰੋਨਾ ਦੇ ਕੀ ਹਾਲਾਤ ਨੇ ਮੁਲਕ ਦੇ ਵਿੱਚ? ਜਿੱਦਾਂ ਤੁਸੀਂ ਦੱਸਿਆ ਕਿ ਸਕਾਰਾਤਮਕ ਗੱਲ ਅਸੀਂ ਜ਼ਰੂਰ ਦੱਸਦੇ ਹਾਂ ਤੇ ਮੈਨੂੰ ਲੱਗਦਾ ਆ ਕਿ ਵਿਚਾਰ ਚਰਚਾ ਸਕਾਰਾਤਮਕ ਤੇ ਨਕਾਰਾਤਮਕ ਦੋਨੋਂ ਤਰ੍ਹਾਂ ਦੀਆਂ ਗੱਲਾਂ ਦਰਸ਼ਕਾਂ ਨੂੰ ਦੱਸਣੀਆਂ ਚਾਹੁੰਦਾ। ਪਰ ਕਰੋਨਾ ਦੇ ਟਾਈਮ ਦੇ ਵਿੱਚ ਜਿੱਦਾਂ ਲੋਕ ਡਰੇ ਹੋਏ ਨੇ, ਮੈਨੂੰ ਲੱਗਦਾ ਕਿ ਪੋਜ਼ਿਟਿਵ ਗੱਲਾਂ ਹੀ ਜ਼ਿਆਦਾ ਉਹਨਾਂ ਨੂੰ ਦੇਣੀਆਂ ਚਾਹੀਦੀਆਂ, ਨੈਗੇਟਿਵਿਟੀ ਤੋਂ ਥੋੜਾ ਜਿਹਾ ਪਰਹੇਜ਼ ਹੀ ਕਰਨਾ ਚੰਗਾ। ਬਿਲਕੁਲ ਤੁਹਾਡੀ ਗੱਲ ਠੀਕ ਹੈ ਸੁਖਲੀਨ ਜੀ। ਜੇ ਤਾਜ਼ਾ ਅੰਕੜਿਆਂ ਦੀ ਗੱਲ ਕਰੀਏ ਤੇ ਉਹ ਕਾਫੀ ਬਹੁਤ ਸਕੂਨ ਦੇਣ ਵਾਲੇ ਤਾਂ ਨਹੀਂ ਕਹਿ ਸਕਦੇ, ਪਰ ਇਦਾਂ ਕਹਿ ਸਕਦੇ ਹਾਂ ਕਿ ਥੋੜੀ ਜਿਹੀ ਜਿਹੜੀ ਆ ਰਾਹਤ ਜ਼ਰੂਰ ਹੈ, ਕਿਉਂਕਿ ਅੰਕੜੇ ਜਿਹੜੇ ਆ ਉਹ ਘਟਣੇ ਜ਼ਰੂਰ ਸ਼ੁਰੂ ਹੋ ਗਏ। ਇੱਕ ਸਮਾਂ ਸੀ ਜਦੋਂ ਅੰਕੜੇ ਰੋਜ਼ ਦੀ ਰੋਜ਼ ਜਿਹੜੇ ਸੀ 4 ਲੱਖ ਤੋਂ ਪਲੱਸ 7 ਮਈ ਨੂੰ ਸਭ ਤੋਂ ਜ਼ਿਆਦਾ ਜਿਹੜਾ ਸੀ ਉਹ ਅੰਕੜੇ ਸੀਗੇ ਜੀ। ਪਰ ਹੁਣ ਜਿਹੜੇ ਅੰਕੜੇ ਆ ਪਿਛਲੇ 24 ਘੰਟਿਆਂ ਦੇ ਜੋ ਅੱਜ ਤੱਕ ਸਾਡੇ ਸਾਹਮਣੇ ਨੇ, ਵੱਖ-ਵੱਖ ਸੋਰਸਾਂ ਤੋਂ ਅਸੀਂ ਦੇਖੇ ਨੇ, ਉਹ 2 ਲੱਖ ਤੋਂ ਘੱਟ ਅੰਕੜੇ ਭਾਰਤ ਦੇ ਵਿੱਚ 24 ਘੰਟਿਆਂ ਦੇ ਵਿੱਚ ਆਏ ਨੇ। ਜੇ ਪੰਜਾਬ ਦੀ ਗੱਲ ਕਰੀਏ ਤਾਂ ਉਹ 4500 ਤੋਂ ਘੱਟ ਨੇ, ਜਿਹੜੇ ਕਦੇ 7000 8000 ਤੱਕ ਪਹੁੰਚ ਗਏ ਸੀ। ਜੇ 4 ਲੱਖ ਦੇ ਮੁਕਾਬਲੇ ਅਸੀਂ ਗੱਲ ਕਰੀਏ 2 ਲੱਖ ਨੂੰ, ਤੇ ਅੱਧੇ ਅੰਕੜੇ ਰਹਿ ਗਏ ਨੇ। ਪੋਜ਼ਿਟਿਵਿਟੀ ਜਿਹੜਾ ਟੈਸਟ ਜਿੰਨੇ ਟੈਸਟ ਹੋ ਰਹੇ ਨੇ ਉਹਦੇ ਮੁਕਾਬਲੇ ਜਿਹੜਾ ਪੋਜ਼ਿਟਿਵ ਹੋਣ ਦਾ ਰੇਟ ਆ ਉਹ ਜ਼ਰੂਰ ਘਟਿਆ ਹੈ। ਪਰ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਪਿਛਲੇ ਮਹੀਨੇ ਡੇਢ ਮਹੀਨੇ ਤੋਂ ਅੰਕੜੇ ਲਗਾਤਾਰ ਵੱਧ ਰਹੇ ਸੀ, ਮਰੀਜ਼ਾਂ ਦੀ ਗਿਣਤੀ ਬਹੁਤ ਸੀ ਤੇ ਮੌਤਾਂ ਦੀ ਗਿਣਤੀ ਦੇ ਵਿੱਚ ਹਾਲੇ ਓਨਾ ਨਿਗਾਰ ਜਿਹੜਾ ਉਹ ਨਹੀਂ ਆਇਆ। ਮੌਤਾਂ ਹਾਲੇ ਵੀ ਓਨੀਆਂ ਹੀ ਹੋ ਰਹੀਆਂ, ਥੋੜੀ ਜਿਹੀ ਗਿਣਤੀ ਉਹਦੇ 'ਚ ਇੱਕ ਅੱਧਾ ਦਿਨ ਘਟਦੀ ਆ ਤੇ ਇੱਕ ਅੱਧਾ ਦਿਨ ਫਿਰ ਵੱਧ ਜਾਂਦੀ ਹੈ। ਤੇ ਹੁਣ ਸਰਕਾਰ ਨੇ ਇਹ ਵੀ ਗੱਲ ਦੱਸਣੀ ਜੇ ਸ਼ੁਰੂ ਕੀਤੀ ਆ ਕਿ ਅਸੀਂ ਰੋਜ਼ 20 ਲੱਖ ਟੈਸਟ ਕਰਦੇ ਹਾਂ, 22 ਲੱਖ ਟੈਸਟ ਕਰਦੇ ਹਾਂ। ਟੈਸਟਾਂ ਦੀ ਗਿਣਤੀ ਵੀ ਜਿਹੜੀ ਉਹ ਕਾਫੀ ਹੱਦ ਤੱਕ ਵੱਧ ਰਹੀ ਹੈ। ਸੋ ਇਦਾਂ ਸਮਝਿਆ ਜਾਣਾ ਚਾਹੀਦਾ ਹੈ ਕਿ ਜੇ
4 ਲੱਖ ਤੋਂ ਅਸੀਂ 2 ਲੱਖ ਤੱਕ ਆਏ ਆ ਤੇ ਮੌਤਾਂ ਦੀ ਗਿਣਤੀ ਹਾਲੇ ਬਰਕਰਾਰ ਆ। ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਜਿਹੜੀ ਆ ਇੱਕ ਟਾਈਮ ਤੇ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ ਤੋਂ ਘੱਟ ਸੀ। ਯਾਨੀ ਕਿ ਕਹਿਣ ਦਾ ਮਤਲਬ ਜੇ ਆਪਾਂ ਨੂੰ ਸੌਖੀ ਗੱਲ ਸਮਝਾਈਏ ਤੇ ਮਰੀਜ਼ ਵੱਧ ਆ ਰਹੇ ਸੀ ਤੇ ਠੀਕ ਹੋ ਕੇ ਘੱਟ ਜਾ ਰਹੇ ਸੀ। ਤੇ ਹੁਣ ਹਾਲਾਤ ਇਹ ਨੇ ਕਿ ਬੀਤੇ 24 ਘੰਟਿਆਂ 'ਚ 1,90,95,000 ਜੇ ਮਰੀਜ਼ ਆਏ ਨੇ ਤਾਂ ਠੀਕ ਹੋ ਕੇ ਜਾਣ ਵਾਲਿਆਂ ਦੀ ਗਿਣਤੀ 3 ਲੱਖ ਹੈ। ਕਿਉਂਕਿ ਜਿਹਨੂੰ ਟੈਸਟ ਦੀ ਸਹੂਲਤ ਮਿਲ ਗਈ, ਜਿੰਨੀ ਜਲਦੀ ਟੈਸਟ ਹੋ ਗਿਆ, ਜਿੰਨੀ ਜਲਦੀ ਬਿਮਾਰੀ ਡਾਇਗਨੋਸ ਹੋ ਗਈ, ਉਨੀ ਜਲਦੀ ਇਲਾਜ ਸ਼ੁਰੂ ਹੋ ਜਾਏ ਤੇ ਫਿਰ ਜਿਹੜਾ ਆ ਉਹ ਤੋਂ ਮੁਸੀਬਤ ਤੋਂ ਜਿਹੜੀ ਨਿਜਾਤ ਆ ਉਹ ਛੇਤੀ ਪਾਈ ਜਾ ਸਕਦੀ। ਜਿਵੇਂ ਤੁਸੀਂ ਕਿਹਾ ਵੀ ਮੌਤ ਦਰ ਵਧਿਆ ਤੇ ਪੰਜਾਬ ਦੇ ਜਿਹੜੇ ਪਿੰਡ ਨੇ ਉੱਥੇ ਵੀ ਇਹ ਬੜੀ ਇਸ ਵੇਲੇ ਦਰਦਨਾਕ ਸਥਿਤੀ ਬਣੀ ਹੋਈ ਹੈ ਕਿ ਸ਼ਹਿਰਾਂ ਦੇ ਮੁਕਾਬਲੇ ਪਿੰਡਾਂ ਦੇ ਵਿੱਚ ਮੌਤ ਦਰ ਕਿਤੇ ਜ਼ਿਆਦਾ ਆ। ਕੀ ਕਾਰਨ ਹੋ ਸਕਦਾ ਸ਼ਰਮਾ ਜੀ ਪਿੰਡਾਂ ਦੇ ਵਿੱਚ ਇਸ ਦਾ ਖੰਭ ਖਿਲਾਰੇ ਹੋਏ ਕਰੋਨਾ ਨੇ? ਸਵਲੀਨ ਜੀ, ਬੜੀ ਪੁਰਾਣੀ ਪੰਜਾਬੀ ਦੀ ਕਹਾਵਤ ਹੈ, ਵਸੀਏ ਸ਼ਹਿਰ ਭਾਵੇਂ ਹੋਵੇ ਕਹਿਰ। ਸ਼ਹਿਰ ਦਾ ਮਤਲਬ ਹੈ ਸ਼ਹਿਰੀ ਜੀਵਨ ਤੇ ਸ਼ਹਿਰ ਦਾ ਮਤਲਬ ਸਭ ਤੋਂ ਵੱਡੀ ਗੱਲ ਹੈ ਕਿ ਸਹੂਲਤਾਂ, ਚਾਹੇ ਉਹ ਸਿਹਤ ਸੰਬੰਧੀ ਨੇ, ਚਾਹੇ ਉਹ ਤੁਹਾਡੇ ਟਰਾਂਸਪੋਰਟ ਸੰਬੰਧੀ ਨੇ, ਚਾਹੇ ਉਹ ਸਿੱਖਿਆ ਸੰਬੰਧੀ ਨੇ। ਤੇ ਸ਼ਹਿਰਾਂ ਦੇ ਵਿੱਚ ਹੀ ਵੱਡੇ ਹਸਪਤਾਲ ਨੇ, ਉੱਥੇ ਟੈਸਟ ਦੀਆਂ ਸਹੂਲਤਾਂ ਨੇ ਤੇ ਲੋਕਾਂ ਦਾ ਜਿਹੜੀ ਅਵੇਅਰਨੈਸ ਦਾ ਲੈਵਲ ਆ, ਜਿਹੜੀ ਜਾਗਰੂਕਤਾ ਦਾ ਪੱਧਰ ਆ, ਉਹ ਵੀ ਪਿੰਡ ਨਾਲੋਂ ਵੱਧ ਆ ਮੁਕਾਬਲਤਨ। ਮੈਂ ਇਹ ਨਹੀਂ ਕਹਿੰਦਾ ਕਿ ਪਿੰਡਾਂ ਵਾਲੇ ਲੋਕ ਘੱਟ ਜਾਗਰੂਕ ਆ, ਪਰ ਉਹਨਾਂ ਤੱਕ ਉਹਨਾਂ ਸਹੂਲਤਾਂ ਦਾ ਜਿਹੜਾ ਪਹੁੰਚਣਾ ਆ, ਉੱਥੇ ਤੱਕ ਉਹਨਾਂ ਗੱਲਾਂ ਦਾ ਜਿਹੜਾ ਉਹਨਾਂ ਨੂੰ ਮਿਲਣਾ ਆ ਸਹੂਲਤਾਂ, ਉਹ ਥੋੜਾ ਜਿਹਾ ਟਾਈਮ ਲੱਗਦਾ। ਬਿਲਕੁਲ। ਜੇ ਅਸੀਂ ਆਪਣੇ ਪਿੰਡਾਂ ਦੀ ਗੱਲ ਕਰੀਏ, ਹਾਲਾਂਕਿ ਸ਼ਹਿਰ ਤੋਂ ਬਹੁਤੀ ਦੂਰ ਨਹੀਂ ਹੈਗੇ, 15-20 ਕਿਲੋਮੀਟਰ ਹੀ ਆ, ਪਰ ਫਿਰ ਵੀ ਉੱਥੇ 4-5 ਦਿਨਾਂ ਤੋਂ ਟੈਸਟ ਟੀਮ ਜਿਹੜੀ ਆ ਰੈਗੂਲਰ ਆਉਣੀ ਸ਼ੁਰੂ ਹੋਈ ਆ ਤੇ ਸ਼ਹਿਰਾਂ ਦੇ ਵਿੱਚ ਇਹ ਫੈਸਿਲਿਟੀ ਪਹਿਲਾਂ ਤੋਂ ਹੀ ਮੌਜੂਦ ਹੈ। ਤੇ ਜੇ ਪਿੰਡ ਦੇ ਬੰਦੇ ਨੂੰ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਅਸੀਂ ਸਭ ਤੋਂ ਪਹਿਲਾਂ ਇਹੀ ਸੋਚਦੇ ਹਾਂ ਕਿ ਫਾਰਮਾਸਿਸਟ ਜਿੱਥੇ ਜਿਹੜੀ ਮੈਡੀਕਲ ਸਟੋਰ ਆ ਉੱਥੇ ਜਾਂ ਜਿਹੜਾ ਪਿੰਡ ਦੇ ਵਿੱਚ ਛੋਟਾ-ਮੋਟਾ ਡਾਕਟਰ ਹੈ, ਜਿਹੜਾ ਆਰਐਮਪੀ ਸਾਡੀ ਸਹੂਲਤ ਲਈ ਬੈਠਾ ਹੈ, ਉਹਦੇ ਕੋਲੋਂ ਹੀ ਦਵਾਈ ਲੈ ਲਈ। ਤੇ ਸ਼ਹਿਰ ਦੇ ਵਿੱਚ ਸਾਡੇ ਕੋਲ ਉਹ ਜਿਹੜੀਆਂ ਫੈਸਿਲਿਟੀਆਂ ਉਹ ਮੌਜੂਦ ਨੇ। ਤੁਹਾਡੀ ਗੱਲ ਦੇ ਅੰਕੜੇ ਵੀ ਤਸ਼ਬੀਹ ਉਹਦੀ ਕਰਦੇ ਆ ਕਿ ਜੇ ਅਸੀਂ ਪਿੰਡਾਂ ਤੇ ਸ਼ਹਿਰਾਂ ਦੇ ਵਿੱਚ ਜਿਹੜੀ ਉਹਦੀ ਅੰਕੜਿਆਂ ਦੀ ਗੱਲ ਕਰੀਏ ਤੇ ਜਿਹੜੀ ਪੋਜ਼ਿਟਿਵਿਟੀ ਰੇਟ ਜਿਹੜੀ ਪਿੰਡਾਂ ਦੇ ਵਿੱਚ ਹੈ ਉਹ 27% ਹੈ ਤੇ ਸ਼ਹਿਰਾਂ ਦੇ ਵਿੱਚ ਉਹ 73%। ਜਾਨੀ ਕਿ ਜੇ 100 ਮਰੀਜ਼ ਆ ਰਿਹਾ ਤੇ ਪਿੰਡਾਂ ਚੋਂ 27 ਲੱਭ ਰਹੇ ਆ ਤੇ ਸ਼ਹਿਰਾਂ ਚੋਂ 73। ਤਾਂ ਸਿੱਧੀ ਗੱਲ ਹੈ ਕਿ ਸ਼ਹਿਰਾਂ ਦੇ ਵਿੱਚ ਟੈਸਟ ਜਿਹੜੇ ਨੇ ਵੱਧ ਹੋ ਰਹੇ ਨੇ। ਤੇ ਉਸ ਤੋਂ ਉਲਟ ਜਿਹੜੀ ਅਗਲੀ ਗੱਲ ਆ ਉਹ ਡਰਾਉਣ ਵਾਲੀ ਆ। ਪਿੰਡਾਂ ਦੇ ਵਿੱਚ ਜਿਹੜਾ ਡੈਥ ਰੇਟ ਆ ਉਹੀ ਜੇ 100 ਮੌਤ ਦੀ ਅਸੀਂ ਗਿਣਤੀ ਕਰੀਏ, ਪੰਜਾਬ ਦੀ ਗੱਲ ਆ ਇਹ ਸਵਲੀਨ ਜੀ, ਤੇ ਜੇ 100 ਮੌਤ ਹੁੰਦੀ ਆ ਪੰਜਾਬ ਦੇ ਵਿੱਚ ਤੇ 58 ਉਹਦੇ ਵਿੱਚੋਂ ਪਿੰਡਾਂ 'ਚ ਹੁੰਦੀਆਂ ਤੇ 42 ਜਿਹੜੀਆਂ ਹੁੰਦੀਆਂ ਸ਼ਹਿਰਾਂ 'ਚ। ਮਤਲਬ ਮੌਤ ਦਰ ਪਿੰਡਾਂ 'ਚ ਕਿਤੇ ਜ਼ਿਆਦਾ ਆ ਸ਼ਹਿਰਾਂ ਨਾਲੋਂ। ਉਹਦੀ ਵਜ੍ਹਾ ਬਿਲਕੁਲ ਉਹੀ ਸਾਫ਼ ਹੈ ਕਿ ਟੈਸਟ ਲੇਟ ਹੋ ਰਹੇ ਨੇ, ਲੋਕ ਅਵੇਅਰ ਘੱਟ ਨੇ ਤੇ ਇਲਾਜ ਦੇ ਜਿਹੜੇ ਸਾਧਨ ਨੇ ਉਹ ਘੱਟ ਨੇ। ਸ਼ਰਮਾ ਜੀ ਕਹਿੰਦੇ ਹੁੰਦੇ ਵੀ ਸਿਆਣਾ ਉਹ ਹੁੰਦਾ ਜਿਹੜਾ ਸਮੇਂ ਸਿਰ ਸਿਆਣਪ ਵਰਤ ਲੇ। ਜਿਹੜੇ ਬੋਝੇ 'ਚ ਪਾ ਕੇ ਸਿਆਣਪਾ ਤੁਰੀ ਫਿਰਦੇ ਨੇ ਉਹ ਸਿਆਣੇ ਨਹੀਂ ਹੁੰਦੇ। ਸਾਡੀ ਪੰਜਾਬ ਸਰਕਾਰ ਇੰਨੀ ਸਿਆਣੀ ਆ ਵੀ ਮੋਗਾ ਦਾ ਇੱਕ ਪਿੰਡ ਭੁੰਦੜ, ਉੱਥੇ ਆਸ਼ਾ ਵਰਕਰਾਂ ਭੇਜੀਆਂ ਤੇ ਉਹਨਾਂ ਨੇ 36 ਕੇ ਪਤਾ ਨਹੀਂ 38 ਫਤਿਹ ਕਿੱਟਾਂ ਵੰਡੀਆਂ ਤੇ ਉਹ ਆਪ ਪੋਜ਼ਿਟਿਵ ਸੀਗੀਆਂ, ਖੁਦ ਕਰੋਨਾ ਪੋਜ਼ਿਟਿਵ, ਔਰ ਬਾਅਦ 'ਚ ਇਹ ਕਹਿ ਰਹੇ ਸਾਡੇ ਕੋਲ ਸਟਾਫ ਘੱਟ ਸੀ ਤਾਂ ਭੇਜਤਾ। ਇੰਨੀ ਸਿਆਣਪ ਦੇ ਨਾਲ ਤੇ ਕਰੋਨਾ ਦੇ ਨਾਲ ਨਜਿੱਠਣ ਦੇ ਕੰਮ ਕਰ ਰਹੇ ਨੇ ਤੇ ਇਹਨਾਂ ਕੋ ਕੀ ਉਮੀਦ ਕਰ ਸਕਦੇ ਆਪਾਂ? ਜਦੋਂ ਸਰਕਾਰ ਬਣਾਉਂਦੇ ਨੇ ਪਿਛਲੇ 20 ਸਾਲਾਂ ਦੇ ਤੁਸੀਂ ਜਿਸ ਕਿਸੇ ਵੀ ਸਰਕਾਰ ਦੇ, ਚਾਹੇ ਉਹ ਰਾਜ ਦੀ ਹੋਵੇ, ਚਾਹੇ ਉਹ ਕੇਂਦਰ ਦੀ ਹੋਵੇ, ਚਾਹੇ ਪੂਰੇ ਭਾਰਤ ਦੀਆਂ ਸਰਕਾਰਾਂ ਦੇ ਲੈ ਲਓ, ਇਹਨਾਂ ਦੇ ਚੋਣ ਮੈਨੀਫੈਸਟੋ ਪੜ੍ਹ ਲਓ, ਇਹ ਲੱਖਾਂ ਨੌਕਰੀਆਂ ਦੀ ਗੱਲ ਕਰਦੇ ਨੇ, ਕਰੋੜਾਂ ਨੌਕਰੀਆਂ ਦੀ ਗੱਲ ਕਰਦੇ ਨੇ। ਤੇ ਦੂਸਰੇ ਪਾਸੇ ਤੁਸੀਂ ਅੱਜ ਦੇ ਅੰਕੜੇ ਲੈ ਲਓ, ਚਾਹੇ ਆਰਟੀਆਈ ਤੋਂ ਕਢਾ ਲਓ, ਚਾਹੇ ਗੂਗਲ ਕਰਕੇ ਦੇਖ ਲਓ, ਪੂਰੇ ਭਾਰਤ ਦੇ ਵਿੱਚ ਮੈਂ ਗਾਰੰਟੀ ਨਾਲ ਕਹਿ ਸਕਦਾ ਕਿਸੇ ਵੀ ਡਿਪਾਰਟਮੈਂਟ ਦੇ ਵਿੱਚ ਜੇ ਸਰਕਾਰੀ ਮੁਲਾਜ਼ਮ ਪੂਰੇ ਹੋਣ ਤੇ ਗੱਲ ਦੱਸੋ। ਦੇਣ ਲਈ ਨੌਕਰੀਆਂ ਬਹੁਤ ਨੇ, ਵਾਅਦੇ ਕਰਨ ਲਈ ਬਹੁਤ ਨੇ, ਪਰ ਦਿੱਤੀਆਂ ਕਿੰਨਿਆਂ ਨੂੰ ਨੇ ਉਹਦੇ ਬਾਰੇ ਜਾਣਕਾਰੀ ਜਿਹੜੀ ਆ ਉਹ ਫਿਰ ਅਧੂਰੀ ਆ। ਸੋ ਫਤਿਹ ਕਿੱਟਾਂ ਵੰਡਣ ਲਈ ਜਿਹੜੇ ਮੁਲਾਜ਼ਮ ਭੇਜੇ ਉਹ ਆਪ ਕੋਵਿਡ ਪੋਜ਼ਿਟਿਵ ਸੀ, ਜਦ ਕਿ ਦਾਵਾ ਇਹ ਵੀ ਆ ਕਿ ਕੋਵਿਡ ਦੇ ਜਿਹੜੇ ਇੰਜੈਕਸ਼ਨ ਆ ਸਭ ਤੋਂ ਪਹਿਲਾਂ ਜਿਹੜੇ ਆ ਹੈਲਥ ਵਰਕਰਸ ਨੂੰ, ਆਸ਼ਾ ਵਰਕਰਸ ਨੂੰ, ਮੁਲਾਜ਼ਮਾਂ ਨੂੰ, ਚਾਹੇ ਉਹ ਪੁਲਿਸ ਦੇ ਨੇ, ਚਾਹੇ ਉਹ ਐਜੂਕੇਸ਼ਨ ਨਾਲ ਜੁੜੇ ਨੇ, ਜਿੰਨੇ ਵੀ ਸਰਕਾਰੀ ਮੁਲਾਜ਼ਮ ਉਹਨਾਂ ਨੂੰ ਪਹਿਲਾਂ ਲੱਗ ਚੁੱਕੇ ਨੇ। ਪੰਜਾਬ ਦੀਆਂ 1412 ਡਿਸਪੈਂਸਰੀਆਂ ਤੇ ਇਸ ਵੇਲੇ ਮੁਲਾਜ਼ਮ ਉਡੀਕ ਰਹੀਆਂ ਨੇ ਵੀ ਆਓ ਤੇ ਕੁਝ ਕਰੋ, ਉਹ ਤੇ ਆਪ ਇੱਕ ਇਮਾਰਤਾਂ ਬਣ ਕੇ ਰਹਿ ਗਈਆਂ ਨੇ। ਬਿਲਕੁਲ। ਤਾਂ ਸਿਹਤ ਢਾਂਚੇ ਦੀ ਅਸੀਂ ਬੜੀ ਗੱਲ ਦੇਖਦੇ ਹਾਂ, ਜਾਣਕਾਰੀ ਰੱਖਦੇ ਹਾਂ। ਜਦੋਂ ਅਸੀਂ ਗੱਲ ਕੀਤੀ ਸੀ ਕਿ 1 ਲੱਖ ਪਿੱਛੇ ਡਾਕਟਰ ਕਿੰਨੇ ਨੇ ਤੇ ਸਭ ਤੋਂ ਥੱਲੇ ਨੰਬਰ ਹਿੰਦੁਸਤਾਨ ਦਾ ਆਉਂਦਾ। ਅਫਰੀਕਨ ਕੰਟਰੀਜ਼ ਨੂੰ ਛੱਡ ਦਈਏ, ਜੇ ਅਸੀਂ ਚੰਗੇ ਮੁਲਕਾਂ ਨਾਲ ਆਪਣੀ ਤੁਲਨਾ ਕਰਦੇ ਹਾਂ ਤੇ ਕਤਰ ਵਰਗੇ ਮੁਲਕ ਨਾਲੋਂ ਸਾਡੇ ਕੋਲ ਤੇ 10 ਗੁਣਾ ਡਾਕਟਰ ਘੱਟ ਨੇ ਤੇ ਹਾਲਾਤ ਜਿਹੜੇ ਨੇ ਉਹ ਸੁਖਾਵੇਂ ਨਹੀਂ ਹੈ। ਜਿਹੜੀ ਹੁਣ ਗੱਲ ਕਰੋਨਾ ਦੇ ਵਿੱਚ ਹੈ ਉਹ ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਸ਼ਹਿਰਾਂ ਤੇ ਪਿੰਡਾਂ ਦੇ ਵਿੱਚ ਜਿਹੜਾ ਫਰਕ ਹੈ ਉਹ ਸਿਹਤ ਸਹੂਲਤਾਂ ਦੀ ਜਿਹੜੀ ਉਹਦੇ ਚ ਗੈਪ ਨੂੰ ਦਰਸਾਉਂਦਾ। ਜੀ, ਕਰੋਨਾ ਦੇ ਖੌਫ ਤੋਂ ਬਾਅਦ ਮਨ ਭੱਜ ਕੇ ਜਾਂਦਾ ਵੈਕਸੀਨੇਸ਼ਨ ਵੱਲ ਕਿ ਸਾਨੂੰ ਟੀਕਾ ਲੱਗ ਜੇ। ਇਸ ਵੇਲੇ ਵੈਕਸੀਨੇਸ਼ਨ ਦੀ ਕੀ ਸਥਿਤੀ ਹੈ? ਇਹ ਵੀ ਖਬਰਾਂ ਆਈਆਂ ਨੇ ਕਿ ਜਿਹੜੀਆਂ ਬਾਹਰਲੀਆਂ ਕੰਪਨੀਆਂ ਨੇ ਉਹਨਾਂ ਨੇ ਸੂਬਾ ਸਰਕਾਰਾਂ ਨੂੰ ਟੀਕਾ ਦੇਣ ਤੋਂ ਸਾਫ਼ ਮਨਾ ਕਰ ਦਿੱਤਾ ਹੈ। ਜੀ, ਬੀਤੇ ਦਿਨੀ ਜਿਹੜੀ ਪ੍ਰਧਾਨ ਮੰਤਰੀ ਨਾਲ ਮੀਟਿੰਗ ਹੋਈ ਸੀ, ਮੁੱਖ ਮੰਤਰੀਆਂ ਦੀ ਡਿਜੀਟਲ ਮੀਟਿੰਗ ਜਿਹੜੀ ਉਹ ਟੈਲੀਵਿਜ਼ਨ ਤੇ ਬੈਠ ਕੇ ਕਰਦੇ ਨੇ ਮਾਸਕ ਲਾ ਕੇ, ਕਿਉਂਕਿ ਆਪਣੇ ਆਫਿਸ 'ਚ ਇਕੱਲੇ ਬੈਠੇ ਹੁੰਦੇ ਨੇ ਤੇ ਮਾਸਕ ਲਾਉਣਾ ਜ਼ਰੂਰੀ ਹੁੰਦਾ। ਜਦੋਂ ਰੈਲੀ 'ਚ ਜਾਣਾ ਹੈ ਤੇ ਫੋਟੋ ਖਿਚਾਉਣੀ ਹੈ ਫਿਰ ਤੇ ਤੁਸੀਂ ਮਾਸਕ ਨਾ ਵੀ ਲਾਓ, ਪਛਾਣ ਨਾ ਆਈ ਲੋਕਾਂ ਨੂੰ ਤੇ ਪਤਾ ਕਿੱਦਾਂ ਲੱਗੇਗਾ। ਉਸ ਮੀਟਿੰਗ ਵਿੱਚ ਇਹਨਾਂ ਨੇ ਕਿਹਾ ਸੀਗਾ ਕਿ ਰਾਜ ਆਪਣੇ ਤੌਰ ਤੇ ਯਤਨ ਕਰਨ ਟੀਕੇ ਲਈ।
ਤੇ ਬਹੁਤ ਸਾਰੇ ਰਾਜਾਂ ਨੇ ਯਤਨ ਕੀਤੇ। ਬਿਲਕੁਲ। ਦਿੱਲੀ ਸਰਕਾਰ ਨੇ ਵੀ ਕੀਤੇ, ਪੰਜਾਬ ਸਰਕਾਰ ਨੇ ਵੀ ਕੀਤੇ। ਜੋ ਪੰਜਾਬ ਸਰਕਾਰ ਦੀ ਖਬਰ ਸੀ, ਉਹਨਾਂ ਨੇ 4 ਕੰਪਨੀਆਂ ਨੂੰ ਹੀ ਇਹ ਕੀਤਾ ਸੀ। ਜੌਨਸਨ ਐਂਡ ਜੌਨਸਨ ਨਾਲ ਕੀਤਾ ਸੀ, ਮੋਡਰਨਾ ਨਾਲ ਸੰਪਰਕ ਕਾਇਮ ਕੀਤਾ ਸੀ, ਫਾਈਜ਼ਰ ਨਾਲ ਕੀਤਾ ਸੀ ਤੇ ਸਪੂਤਨਿਕ ਨਾਲ ਕੀਤਾ ਸੀ। ਦੋਨਾਂ ਤੋਂ ਜਵਾਬ ਮਿਲ ਗਿਆ, ਫਾਈਜ਼ਰ ਤੋਂ ਵੀ ਤੇ ਮੋਡਰਨਾ ਤੋਂ ਵੀ। ਨਾ ਕਰਤੀ। ਉਹਨਾਂ ਨੇ ਕਿਹਾ ਕਿ ਜਿਹੜਾ ਸਾਡਾ ਸੌਦਾ ਹੈ ਉਹ ਅਸੀਂ ਰਾਸ਼ਟਰੀ ਸਰਕਾਰ, ਜਿਹੜੀ ਤੁਹਾਡੀ ਕੇਂਦਰ ਸਰਕਾਰ ਹੈ, ਉਹਦੇ ਨਾਲ ਹੀ ਕਰਾਂਗੇ, ਸਟੇਟ ਨਾਲ ਸਾਡਾ ਸੌਦਾ ਕਰਨ ਦਾ ਜਾਂ ਤੁਹਾਨੂੰ ਟੀਕੇ ਸਿੱਧੇ ਵੇਚਣ ਦਾ ਸਾਡਾ। ਤੇ ਬਾਕੀ 2 ਕੰਪਨੀਆਂ ਜਿਹੜੀਆਂ, ਉਹਨਾਂ ਦਾ ਜਵਾਬ ਨਹੀਂ ਹਾਲੇ ਤੱਕ ਆਇਆ। ਤੇ ਦੇਖੋ, ਹੋ ਸਕਦਾ ਉਹ ਦੇ ਦੇਣ, ਹੋ ਸਕਦਾ ਨਾ ਦੇਣ, ਕੋਈ ਕੰਪਨੀ ਦੀ ਆਪਣੀ ਪਾਲਿਸੀ ਹੋ ਸਕਦੀ। ਸ਼ਰਮਾ ਜੀ, ਕਰੋਨਾ ਦੀ ਜਿੱਥੋਂ ਉਤਪਤੀ ਹੋਈ ਹੈ ਵੁਹਾਨ ਸ਼ਹਿਰ ਤੋਂ, ਉੱਥੋਂ ਵੀ ਇੱਕ ਖਬਰ ਆ ਰਹੀ ਹੈ, ਉਹ ਕੀ ਹੈ? ਦੇਖੋ ਜੀ, ਜਿਸ ਦਿਨ ਤੋਂ ਇਹ ਬਿਮਾਰੀ ਸਾਡੇ ਸਾਹਮਣੇ ਆਈ, ਨਵੰਬਰ 19 ਤੋਂ, ਉਦੋਂ ਤੋਂ ਹੀ ਇਹਦੇ ਬਾਰੇ ਰੌਲਾ ਇਹੀ ਪੈ ਰਿਹਾ। ਟਰੰਪ ਸਾਹਿਬ ਨੇ ਬਹੁਤ ਬੋਲਡ ਹੋ ਕੇ ਗੱਲ ਕਹੀ ਸੀ ਕਿ ਇਹ ਬਿਮਾਰੀ ਜਿਹੜੀ ਆ ਇਹ ਕਿਸੇ ਚਮਗਿੱਦੜ ਤੋਂ ਨਹੀਂ ਆਈ, ਇਹ ਚੀਨ ਦੀ ਲੈਬ ਦੀ ਹੈ। ਬੀਤੇ ਦਿਨੀ ਉਹਦੇ ਤੇ ਬਹੁਤ ਸਾਰੀ ਰਿਸਰਚ ਹੋਈ ਆ, ਹਾਲੇ ਵੀ ਹੋ ਰਹੀ ਆ, ਤੇ ਬਹੁਤ ਸਾਰੇ ਵਿਦਵਾਨ ਜਿਹੜੇ ਪ੍ਰੋਫੈਸਰ ਨੇ ਜਾਂ ਮਾਹਰ ਨੇ ਜਿਹੜੇ ਇਹਦੀ ਰਿਸਰਚ ਕਰ ਰਹੇ ਆ, ਉਹਨਾਂ ਨੇ ਹੁਣ ਇਹ ਗੱਲ, ਆਸਟ੍ਰੇਲੀਆ ਮੀਡੀਆ ਨੇ ਵੀ ਇੱਕ ਵਾਰ ਦਿੱਤੀ ਸੀ ਤੇ ਹੁਣ ਵਾਲ ਸਟਰੀਟ ਜਰਨਲ 'ਚ ਅਮਰੀਕਾ ਨੇ ਇਹ ਗੱਲ ਛਾਪੀ ਆ ਕਿ ਜਿਹੜੇ ਉਸ ਲੈਬੋਰਟਰੀ ਦੇ ਵਿੱਚ, ਵੁਹਾਨ ਜਿਹੜੀ ਲੈਬ ਸੀ, ਉੱਥੇ ਜਿਹੜੇ ਕੰਮ ਕਰਦੇ ਸੀ ਵਿਗਿਆਨੀ, ਉਹਨਾਂ ਨੂੰ ਇਹ ਸਮੱਸਿਆ ਨਵੰਬਰ 'ਚ ਆਈ ਸੀ ਤੇ ਉਹਨਾਂ ਨੇ ਹਸਪੀਟਲਾਈਜ਼ ਵੀ ਹੋਏ ਸੀ ਤੇ ਉਹਨਾਂ ਦੇ ਜਿਹੜੇ ਲੱਛਣ ਸੀ ਉਹ ਕੋਵਿਡ ਵਰਗੇ ਹੀ ਸੀ। ਤੇ ਉਹਨਾਂ ਨੇ ਇਹ ਵੀ ਕਿਹਾ ਕਿ ਚੀਨ ਇਹਦੇ ਬਾਰੇ ਕੁਝ ਨਹੀਂ ਦੱਸ ਰਿਹਾ ਤੇ ਇਹਦੇ ਲਈ ਹੋਰ ਰਿਸਰਚ ਦੀ ਲੋੜ ਹੈ। ਸੋ ਕੁੱਲ ਮਿਲਾ ਕੇ ਦੁਨੀਆ ਦੇ ਵਿੱਚ 2 ਤਰੀਕਿਆਂ ਨਾਲ ਵੰਡੀ ਹੋਈ ਆ। ਇਹਦੇ 'ਚ ਬਹੁਤ ਸਾਰੇ ਲੋਕ ਇਹ ਕਹਿ ਰਹੇ ਨੇ ਕਿ ਇਹ ਕੁਦਰਤੀ ਆਫਤ ਆ, ਕਿ ਜਾਨੀ ਕਿ ਜਾਨਵਰਾਂ ਤੋਂ ਇਹ ਆਈ ਆ ਬੰਦਿਆਂ ਦੇ ਵਿੱਚ, ਤੇ ਦੂਸਰੇ ਪਾਸੇ ਉਹਦਾ ਜਿਹੜਾ ਪੱਖ ਬਹੁਤ ਮਜ਼ਬੂਤੀ ਨਾਲ ਰੱਖ ਰਹੇ ਨੇ ਬਹੁਤ ਲੋਕ, ਉਹ ਕਹਿ ਰਹੇ ਨੇ ਕਿ ਇਹ ਚੀਨ ਨੇ ਇੱਕ ਜਿਹੜਾ ਹੈਗਾ ਤੁਹਾਡਾ ਬਾਇਓ ਹਥਿਆਰ ਜਿਹੜਾ ਉਹ ਪੈਦਾ ਕੀਤਾ ਤੇ ਆਪ ਹੀ ਇਹਨੂੰ ਦੁਨੀਆ ਦੇ ਵਿੱਚ ਫੈਲਾਇਆ। ਤੇ ਉਹਨਾਂ ਦੀ ਉਹਦੇ ਪਿੱਛੇ ਮਨਸ਼ਾ ਕੀ ਆ, ਉਹ ਤਾਂ ਹੌਲੀ ਹੌਲੀ ਰਿਸਰਚ ਹੋਵੇਗੀ ਤੇ ਸਾਹਮਣੇ ਆਊਗਾ ਜੀ। ਬਿਲਕੁਲ। ਗੱਲਬਾਤ ਦਾ ਦੌਰ ਇਸੇ ਤਰ੍ਹਾਂ ਜਾਰੀ ਰੱਖਾਂਗੇ, ਪਰ ਇਸ ਵੇਲੇ ਵੇਲਾ ਹੋ ਗਿਆ ਇੱਕ ਨਿੱਕੀ ਜਿਹੀ ਬ੍ਰੇਕ ਦਾ। ਜਲਦ ਹਾਜ਼ਰ ਹੁੰਨੇ ਆ। ਬ੍ਰੇਕ ਤੋਂ ਬਾਅਦ ਪ੍ਰੋਗਰਾਮ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਸ਼ਰਮਾ ਜੀ, ਕਰੋਨਾ ਦੀ ਇਸ ਭਿਆਨਕ ਸਥਿਤੀ ਨੂੰ ਲੈ ਕੇ ਸਾਬਕਾ ਪ੍ਰਧਾਨ ਮੰਤਰੀ ਤੇ ਮਹਾਨ ਅਰਥ ਸ਼ਾਸਤਰੀ ਡਾਕਟਰ ਮਨਮੋਹਨ ਸਿੰਘ ਨੇ ਵੀ ਮੋਦੀ ਨੂੰ ਫਟਕਾਰ ਲਾਈ ਹੈ। ਉਹ ਵੀ ਆਪਣੇ ਦਰਸ਼ਕਾਂ ਦੇ ਨਾਲ ਸਾਂਝੀ ਕਰ ਲਈਏ, ਕੀ ਕਹਿੰਦੇ ਨੇ? ਬਿਲਕੁਲ ਜੀ, ਇੱਥੇ ਭਾਰਤ ਦੇ ਵਿੱਚ ਫਟਕਾਰ ਲਾਉਣ ਤੋਂ ਕੋਈ ਪਿੱਛੇ ਨਹੀਂ ਰਹਿੰਦਾ, ਭਾਵੇਂ ਉਹ ਆਪ ਕੁਝ ਚੰਗਾ ਹੋਵੇ ਜਾਂ ਮਾੜਾ। ਹਾਲਾਂਕਿ ਅਸੀਂ ਉਹਨਾਂ ਨੂੰ ਐਜ਼ ਏ ਅਰਥ ਸ਼ਾਸਤਰੀ ਬਹੁਤ ਚੰਗਾ ਮੰਨਦੇ ਹਾਂ ਤੇ ਐਜ਼ ਏ ਪ੍ਰਧਾਨ ਮੰਤਰੀ ਜੇ ਉਹ ਬਹੁਤ ਚੰਗੇ ਹੁੰਦੇ ਤਾਂ ਫਿਰ ਬੀਜੇਪੀ ਇੰਨੀ ਪਾਵਰ ਨਾਲ ਨਾ ਜਿੱਤਦੀ ਜੀ। ਪਰ ਉਹਨਾਂ ਨੇ ਜਿਹੜਾ ਟਵੀਟ ਕੀਤਾ ਉਹ ਬਹੁਤ ਖੂਬਸੂਰਤ ਹੈ, ਬਹੁਤ ਚੰਗੀ ਗੱਲ ਤੇ ਬਹੁਤ ਘੱਟ ਸ਼ਬਦਾਂ 'ਚ ਕਹੀ ਉਹਨਾਂ ਨੇ। ਹਾਲਾਂਕਿ ਉਹਨਾਂ ਨੂੰ ਗੂੰਗੇ ਪ੍ਰਧਾਨ ਮੰਤਰੀ ਕਿਹਾ ਜਾਂਦਾ ਸੀ ਤੇ ਸਭ ਤੋਂ ਜ਼ਿਆਦਾ ਉਹਨਾਂ ਦੀ ਜਿਹੜੀ ਟੀਕਾ ਟਿੱਪਣੀ ਉਹ ਬੀਜੇਪੀ ਹੀ ਕਰਦੀ ਸੀ, ਕਿਉਂਕਿ ਇਹਨਾਂ ਨੇ ਹੀ ਕਰਨੀ ਸੀ। ਉਦੋਂ ਇਹ ਵਿਰੋਧੀ ਧਿਰ 'ਚ ਬੈਠੇ ਸੀ ਤੇ ਕਹਿੰਦੇ ਸੀ ਕਿ ਕੁਛ ਨਹੀਂ ਬੋਲਦੇ। ਹਾਲਾਂਕਿ ਉਹਨਾਂ ਦੀ ਪ੍ਰਧਾਨ ਮੰਤਰੀ ਕਾਲ ਦੇ ਉੱਤੇ ਫਿਲਮ ਬਣਾਈ ਗਈ, ਐਕਸੀਡੈਂਟਲ ਪ੍ਰਾਈਮ ਮਿਨਿਸਟਰ, ਉਹਨਾਂ ਨੂੰ ਗਲਤੀ ਨਾਲ ਬਣਿਆ ਹੋਇਆ ਜਾਂ ਐਕਸੀਡੈਂਟ ਨਾਲ ਬਣਿਆ ਹੋਇਆ ਪ੍ਰਧਾਨ ਮੰਤਰੀ ਦੱਸਿਆ ਗਿਆ। ਇਕਨੋਮੀ ਨੂੰ ਲੈ ਕੇ ਬਹੁਤ ਸਜਗ ਸੀ ਤੇ ਬਹੁਤ ਚੰਗਾ ਕੰਮ ਇਕਨੋਮੀ ਦੇ ਮਾਮਲੇ 'ਚ ਕੀਤਾ ਵੀ। ਹਾਲਾਂਕਿ ਬਹੁਤ ਸਾਰੀਆਂ ਗੱਲਾਂ ਖਰਾਬ ਵੀ ਉਹਨਾਂ ਦੇ ਦੌਰ ਦੇ ਵਿੱਚ ਰਹੀਆਂ। ਚੰਗਾ ਮਾੜਾ ਦੋਨੋਂ ਚੀਜ਼ਾਂ ਹੁੰਦੀਆਂ ਨੇ। ਜਿਹੜਾ ਉਹਨਾਂ ਨੇ ਟਵੀਟ ਕੀਤਾ, ਉਹਨਾਂ ਨੇ ਕਿਹਾ, ਜਦੋਂ ਬੀਤੇ ਦਿਨੀ ਪ੍ਰਧਾਨ ਮੰਤਰੀ ਸਾਹਿਬ ਭਾਵੁਕ ਹੋ ਗਏ ਤੇ ਫਿਰ ਇਹਨਾਂ ਨੇ ਆਪਣੀਆਂ ਅੱਖਾਂ 'ਚੋਂ ਹੰਝੂ ਵੀ ਦਿਖਾਏ ਤੇ ਫਿਰ ਜਿਹੜਾ ਟਵੀਟ ਕੀਤਾ ਉਹਨਾਂ ਨੇ ਕਿਹਾ ਕਿ ਮਨਮੋਹਨ ਸਿੰਘ ਨੇ ਜਿਹੜੀ ਲਾਈਨ ਲਿਖੀ, ਉਹਨਾਂ ਨੇ ਕਿਹਾ ਕਿ ਸਾਰੀ ਦੁਨੀਆ ਦੇ ਵਿੱਚ ਕਰੋਨਾ ਜਿਹੜਾ ਉਹ ਫੈਲਿਆ। ਅਮਰੀਕਾ, ਕੈਨੇਡਾ, ਇਟਲੀ, ਰੂਸ, ਫਰਾਂਸ, ਉਹਨਾਂ ਨੇ ਕਾਫੀ ਦੇਸ਼ਾਂ ਦੇ ਨਾਮ ਲਏ, ਪਰ ਉਹਨਾਂ ਨੇ ਕਿਹਾ ਕਿ ਕਿਸੇ ਵੀ ਦੇਸ਼ ਦਾ ਜਿਹੜਾ ਮੁਖੀ ਸੀ ਉਹ ਰੋਇਆ ਨਹੀਂ। ਦੇਸ਼ ਨੂੰ ਤੁਹਾਡੇ ਹੰਝੂਆਂ ਦੀ ਲੋੜ ਨਹੀਂ, ਇੰਜੈਕਸ਼ਨਸ ਦੀ ਲੋੜ ਆ, ਵੈਕਸੀਨੇਸ਼ਨਸ ਦੀ ਲੋੜ ਆ, ਟੀਕਿਆਂ ਦੀ ਲੋੜ ਆ, ਬੁਨਿਆਦੀ ਸੁਵਿਧਾਵਾਂ ਦੀ ਲੋੜ ਆ ਜਿਹੜੀਆਂ ਤੁਸੀਂ ਨਹੀਂ ਦੇ ਸਕੇ। 7 ਸਾਲ ਹੋ ਗਏ। ਪਰ ਮਨਮੋਹਨ ਸਿੰਘ ਦਾ ਟਵੀਟ ਬਿਲਕੁਲ ਸਹੀ ਆ, ਦਰੁਸਤ ਆ, ਸਟੀਕ ਆ, ਤੇ ਮੋਦੀ ਸਾਹਿਬ ਦਾ ਜਿਹੜਾ ਰੋਣਾ ਆ ਉਹ ਵੀ ਬਹੁਤ ਦਰੁਸਤ ਆ। ਉਹਨਾਂ ਨੇ ਆਪਣੇ ਜਿਹੜੇ ਉਹਨਾਂ ਦੇ ਭਗਤ ਨੇ, ਜਿਹੜੇ ਉਹਨਾਂ ਨਾਲ ਜੁੜੇ ਹੋਏ ਲੋਕ ਨੇ, ਜਿਹੜੇ ਪਾਰਟੀ ਦੇ ਕਾਰਕੁਨ ਨੇ, ਉਹਨਾਂ ਨੂੰ ਦੱਸਣਾ ਹੈ ਕਿ ਮੈਂ ਬਹੁਤ ਭਾਵੁਕ ਹਾਂ ਤੇ ਮੈਂ ਬਹੁਤ ਦੁਖੀ ਹਾਂ। ਜਦੋਂ ਦੁਖੀ ਹੋਣ ਦਾ ਸਮਾਂ ਸੀ, ਜਦੋਂ ਇਸ ਚੀਜ਼ ਨੂੰ ਸਜਗਤਾ ਨਾਲ ਲੈਣ ਦਾ ਸਮਾਂ ਸੀ, ਉਦੋਂ ਤਾਂ ਇਹ ਇਲੈਕਸ਼ਨ 'ਚ ਬਿਜ਼ੀ ਸੀ। ਜਦੋਂ ਦੂਸਰੀ ਲਹਿਰ ਫੜ ਗਈ ਜ਼ੋਰ ਤੇ ਫਿਰ ਇਹ ਰੋਣ ਲਈ ਆਪਣੇ ਆਪ ਹੰਝੂ ਦਿਖਾ ਰਹੇ ਨੇ। ਤੁਹਾਨੂੰ ਯਾਦ ਹੋਣਾ ਜੇ ਇਹਦੇ 'ਚ ਆਪਾਂ ਦੂਸਰੀ ਇੱਕ ਗੱਲ ਕਰੀਏ ਸਵਲੀਨ ਜੀ, ਫਰਵਰੀ ਮਾਰਚ ਦੇ ਵਿੱਚ ਇਹਨਾਂ ਨੇ ਬੜਾ ਰੌਲਾ ਪਾਇਆ ਕਿ ਸਾਡੇ ਕੋਲ ਬਹੁਤ ਟੀਕੇ ਨੇ, ਬਿਲਕੁਲ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਟੀਕੇ ਬਣਾਉਣ ਵਾਲਾ ਹੈ। ਦਾਵੋਸ ਦੇ ਵਿੱਚ ਇਹਨਾਂ ਨੇ ਜਿਹੜਾ ਭਾਸ਼ਣ ਦਿੱਤਾ ਉਹਦੇ ਵਿੱਚ ਵੀ ਇਹਨਾਂ ਨੇ ਕਿਹਾ ਕਿ ਭਾਰਤ ਨੇ ਕਰੋਨਾ ਤੇ ਜਿੱਤ ਪਾ ਲਈ ਆ। ਇਹਨਾਂ ਦੀ ਜਿੱਤ ਹੁਣ ਲੋਕ ਅੱਡੀਆਂ ਚੁੱਕ ਦੇਖ ਰਹੇ ਨੇ। ਬਿਲਕੁਲ, ਸਾਰੀ ਦੁਨੀਆ ਦੇਖ। ਗੱਪਾਂ ਜਾਂ ਝੂਠੀਆਂ ਖਬਰਾਂ ਵੀ ਇਹੋ ਜਿਹੀਆਂ ਫੈਲ ਰਹੀਆਂ ਨੇ। ਕਿਸੇ ਨੇ ਟਾਈਮਜ਼ ਮੈਗਜ਼ੀਨ ਦਾ ਕਵਰ ਬਣਾ ਕੇ ਉੱਤੇ ਕ੍ਰੋਕੋਡਾਈਲ ਦੀ ਫੋਟੋ ਲਾਤੀ ਕਿ ਇਹ ਕਿਹਾ ਕਿ ਇਹ ਕ੍ਰੋਕੋਡਾਈਲ ਦੇ ਹੰਝੂ ਆ, ਮਗਰਮੱਛ ਦੇ ਹੱਥੋਂ। ਸੋ ਜਦੋਂ ਇਹਨਾਂ ਨੇ ਦਾਵੋਸ 'ਚ ਭਾਸ਼ਣ ਦਿੱਤਾ ਸੀ, ਉਦੋਂ ਇਹਨਾਂ ਨੇ ਕਿਹਾ ਸੀ ਕਿ ਵਾਸੂਦੇਵ ਕੁਟੁੰਬਕਮ, ਕਿ ਅਸੀਂ ਸਾਰੀ ਦੁਨੀਆ ਦਾ ਖਿਆਲ ਰੱਖਦੇ ਹਾਂ, ਅਸੀਂ 90-92 ਦੇਸ਼ਾਂ ਨੂੰ ਟੀਕੇ ਭੇਜ ਰਹੇ ਹਾਂ।
ਤੇ ਜਦੋਂ ਅਸੀਂ ਅੱਜ ਉਸ ਚੀਜ਼ ਨੂੰ ਚੈੱਕ ਕਰਦੇ ਹਾਂ ਤੇ ਇਹਨਾਂ ਨੇ 90-92 ਦੇਸ਼ਾਂ ਨੂੰ ਜਿਹੜੇ ਟੀਕੇ ਭੇਜੇ ਉਹ ਭਾਰਤ ਸਰਕਾਰ ਨੇ ਨਹੀਂ ਭੇਜੇ ਜੀ। ਇੱਕ ਤਾਂ ਕੋਵੈਕਸ ਕਰਕੇ ਪ੍ਰੋਗਰਾਮ ਸੀ ਪੂਰੀ ਦੁਨੀਆ ਦਾ ਕਿ ਜਿਹੜੇ ਟੀਕੇ ਆ ਉਹ ਵੰਡੇ ਜਾਣੇ ਨੇ ਜਿੱਥੇ ਜਿੱਥੇ ਜ਼ਰੂਰਤ ਆ। 30% ਟੀਕੇ ਤਾਂ ਇਹਨਾਂ ਨੇ ਵੰਡੇ ਨੇ, ਕੋਈ 14% ਟੀਕੇ ਇਹਨਾਂ ਨੇ 16% ਦਾਨ ਕੀਤੇ ਨੇ, ਕੁਝ ਦੇਸ਼ਾਂ ਨੂੰ ਦਿੱਤੇ ਨੇ ਜਿੱਥੇ ਕੋਈ ਬਹੁਤ ਜ਼ਿਆਦਾ ਜ਼ਰੂਰਤ ਸੀ ਜਾਂ ਇਹਨਾਂ ਦੇ ਨਾਲ ਚੰਗੇ ਸੰਬੰਧ ਸੀ। 54% ਟੀਕਿਆਂ ਦਾ ਵਪਾਰ ਕੀਤਾ, ਉਹਦੇ ਚ ਭਾਰਤ ਸਰਕਾਰ ਦਾ ਕੋਈ ਲੈਣਾ ਦੇਣਾ ਨਹੀਂ, ਉਹ ਕੰਪਨੀਆਂ ਨੇ ਵਪਾਰ ਕੀਤਾ। ਹੁਣ ਸਵਾਲ ਇਹ ਉੱਠਦਾ ਕਿ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਦੀ ਵੈਬਸਾਈਟ ਕੁਝ ਹੋਰ ਕਹਿ ਰਹੀ ਹੈ ਤੇ ਇਹ ਜਿਹੜੇ ਲੀਡਰ ਨੇ, ਚਾਹੇ ਉਹ ਪ੍ਰਧਾਨ ਮੰਤਰੀ ਆ, ਚਾਹੇ ਉਹ ਗ੍ਰਹਿ ਮੰਤਰੀ ਆ, ਚਾਹੇ ਉਹ ਵਿਦੇਸ਼ ਮੰਤਰੀ ਆ, ਸਮੇਂ-ਸਮੇਂ ਤੇ ਜਿਹੜੇ ਬਿਆਨ ਦੇ ਰਹੇ ਨੇ ਉਹ ਆਪਣੀ ਪਿੱਠ ਥਪਥਪਾ ਰਹੇ ਆ, ਉਹ ਆਪਣੀ ਵਡਾਈ ਆਪ ਕਰ ਰਹੇ ਆ, ਆਪਣੇ ਆਪ ਨੂੰ ਬਹੁਤ ਚੰਗੇ ਦੱਸ ਰਹੇ ਕਿ ਅਸੀਂ ਦੁਨੀਆ ਦੇ ਲੀਡਰ ਆ, ਸਾਰੀ ਦੁਨੀਆ ਦਾ ਭਲਾ ਕੀਤਾ। ਉਹ ਭਲਿਓ ਲੋਕੋ, ਜੇ ਤੁਸੀਂ ਦੁਨੀਆ ਦਾ ਭਲਾ ਕੀਤਾ ਸੀ ਤੇ ਫਿਰ ਤੁਸੀਂ ਉਹ ਸਮਝੌਤੇ ਕਿੱਦਾਂ ਕੀਤੇ? ਉਹ ਟੀਕੇ ਵੇਚੇ ਕਿਉਂ? ਟੀਕੇ ਵੇਚ ਕੇ ਤਾਂ ਭਲਾ ਨਹੀਂ ਹੋਇਆ। ਤੇ ਹੁਣ ਜੇ ਤੁਸੀਂ ਇਹ ਗੱਲ ਕਹਿ ਰਹੇ ਆ, ਹੁਣ ਇਹਨਾਂ ਨੇ ਇਹ ਗੱਲ ਕਰ ਦਿੱਤੀ ਆ ਕਿ ਅਕਤੂਬਰ ਤੱਕ ਭਾਰਤ ਦੇ ਵਿੱਚੋਂ ਕੋਈ ਵੀ ਟੀਕਾ ਬਾਹਰ ਨਹੀਂ ਜਾਏਗਾ। ਮਤਲਬ ਜਿਹੜੇ ਸੌਦੇ ਆ ਉਹ ਕੰਪਨੀਆਂ ਨਹੀਂ ਵੇਚਣਗੀਆਂ ਨਹੀਂ। ਤੇ ਪਹਿਲਾਂ ਕੰਪਨੀਆਂ ਨੂੰ ਕਿਹਨੇ ਕਿਹਾ ਸੀ ਵੇਚਣ ਲਈ? ਲੋਕਾਂ ਨੇ ਆਪ ਜਮ੍ਹਾਂ ਕੀਤੇ ਨੇ, ਵੇਚ ਨਹੀਂ ਰਹੇ। ਬਾਕੀ ਮੁਲਕਾਂ ਦੇ ਦੇਖੋ ਟੀਕੇ ਲਗਾ ਕੇ ਉਹਨਾਂ ਨੇ ਜਮ੍ਹਾਂ ਕੀਤੇ ਨੇ ਤੇ ਇਹਨਾਂ ਨੇ ਲਗਾਉਣ ਤੋਂ ਪਹਿਲਾਂ ਹੀ ਵੇਚਤੇ। ਇਹ ਇੰਨੇ ਨਲਾਇਕ ਨਾ ਕਹੀਏ ਇਹਨਾਂ ਨੂੰ ਤੇ ਦੂਜਾ ਸ਼ਬਦ ਕਹਿ ਦਈਏ, ਸਮਝਣ ਵਾਲੇ ਸਮਝਣਗੇ ਕਿ ਨਲਾਇਕ ਹੀ ਕਿਹਾ। ਇਹ ਇੰਨੇ ਅਕਲਮੰਦ ਨੇ ਕਿ ਇਹਨਾਂ ਨੇ ਉਹ ਪਹਿਲਾਂ 6.5 ਕਰੋੜ ਟੀਕੇ ਲੋਕਾਂ ਨੂੰ ਵੇਚ ਦਿੱਤੇ ਜਾਂ ਦਾਨ ਕਰ ਦਿੱਤੇ ਤੇ ਜਾਂ ਕਾਮਨ ਪ੍ਰੋਗਰਾਮ ਜਿਹੜਾ ਸੀ ਦੁਨੀਆ ਦਾ WHO ਦਾ ਉਹਨੂੰ ਦੇ ਦਿੱਤੇ ਤੇ ਆਪਣੇ ਲਾਉਣ ਲਈ ਹੁਣ ਟੀਕੇ ਹੈ ਨਹੀਂ। ਬਿਲਕੁਲ। ਤੇ ਗੱਲਾਂ ਇਹ ਕਰਦੇ ਆ ਵਸੁਦੇਵ ਕੁਟੁੰਬਕਮ ਦੀਆਂ। ਤੁਸੀਂ ਪਹਿਲਾਂ ਆਪਣੇ ਆਪ ਦਾ ਬਚਾਅ ਕਰ ਲਓ, ਫਿਰ ਹੁਣ ਤੁਸੀਂ ਕਿਉਂ ਕਹਿ ਰਹੇ ਆ ਕਿ ਅਸੀਂ ਨਹੀਂ ਉਹ ਭੇਜੇ, ਕੰਪਨੀਆਂ ਨੇ ਵੇਚੇ? ਜਦੋਂ ਆਪਣੀ ਵਾਹਵਾਹੀ ਕਰਾਉਣੀ ਸੀ ਉਦੋਂ ਆਪਣੇ ਆਪ ਤੇ ਲੈ ਲਿਆ। ਸੋ ਕਹਿਣ ਦਾ ਮਤਲਬ ਇਹ, ਚਾਹੇ ਉਹ ਟਾਈਮ ਨੇ ਝੂਠੀ ਖਬਰ ਲਾਈ ਆ ਕਿ ਕ੍ਰੋਕੋਡਾਈਲ ਦੇ ਹੰਝੂ, ਪਰ ਹੈ ਇਹ ਲੋਕ ਵਾਕਿਆ ਹੀ ਕ੍ਰੋਕੋਡਾਈਲ। ਤੇ ਦੂਸਰੀ ਗੱਲ, ਇਹ ਪਾਲਿਸੀ ਫੇਲੂਅਰ ਵੀ ਨੇ। ਜੇ ਇਹਨਾਂ ਨੂੰ ਸਮਝ ਹੁੰਦੀ ਤੇ ਫਿਰ ਇਹ ਇਸ ਗੱਲ ਜਿਹੜਾ ਅਕਤੂਬਰ ਦੀ ਰੋਕ ਲਾਈ ਆ, ਇਹ ਰੋਕ ਇਹ ਫਰਵਰੀ ਚ ਲਾਉਂਦੇ, ਮਾਰਚ ਚ ਲਾਉਂਦੇ ਕਿ ਟੀਕੇ ਅਸੀਂ ਬਾਹਰ ਭੇਜਾਂਗੇ ਜ਼ਰੂਰ, ਤੁਸੀਂ ਕੰਪਨੀ ਵਾਲਿਓ ਵੇਚਿਓ ਜ਼ਰੂਰ, ਪਰ ਹਾਲੇ ਨਾ ਵੇਚੋ, ਹਾਲੇ ਸਾਡੇ ਕੋਲੋਂ ਪੈਸੇ ਲੈ ਲਓ। ਹੁਣ ਵੀ ਤਾਂ ਖਰੀਦ ਹੀ ਰਹੇ ਆ, ਕੇਂਦਰ ਸਰਕਾਰ ਉਹ ਟੀਕੇ ਖਰੀਦ ਰਹੀ ਆ, ਖਰੀਦ ਕੇ ਲੋਕਾਂ ਨੂੰ ਦੇ ਰਹੀ ਆ, ਕੰਪਨੀ ਤਾਂ ਫ੍ਰੀ ਦੇ ਨਹੀਂ ਰਹੀ। ਤੇ ਉਹ ਪਹਿਲਾਂ ਆਪ ਖਰੀਦ ਲੈਂਦੇ, ਲੋਕਾਂ ਨੂੰ ਬਾਅਦ ਵਿੱਚ ਲਾ ਲੈਂਦੇ। ਸੋ ਇਹ ਜਿਹੜਾ ਕੰਪਲੀਟ ਫੇਲਿਅਰ ਆ, ਆਪਣੀ ਜਿਹੜੀ ਟੌਰ ਬਣਾਉਣ ਦੀ, ਆਪਣੀ ਆਪ ਪ੍ਰਸ਼ੰਸਾ ਕਰਨ ਦੀ ਜਿਹੜੀ ਕੋਈ ਮੌਕਾ ਛੱਡਦੇ ਨਹੀਂ ਤੇ ਬਾਅਦ ਵਿੱਚ ਹੁੰਦੀ ਜਿਹੜੀ ਉਹ ਫਜੀਅਤ ਹੀ ਆ। ਜੀ, ਉਦੋਂ ਮੁਲਾਜ਼ੇਦਾਰੀਆਂ ਪਗਾਉਂਦੇ ਸੀ ਤੇ ਹੁਣ ਅੱਡੀਆਂ ਸਿਰ ਤੇ ਰੱਖ ਕੇ ਦੌੜਦੇ ਨੇ। ਮੁਲਾਜ਼ੇਦਾਰੀ ਵੀ ਨਹੀਂ ਪਗਾਈ, ਸੌਦੇ ਤੇ ਕੰਪਨੀਆਂ ਨੇ ਕੀਤੇ ਨੇ, ਪੈਸੇ ਉਹਨਾਂ ਨੇ ਕਮਾਏ ਨੇ। ਇਹਨਾਂ ਨੇ ਤੇ ਸਿਰਫ ਝੂਠੀ ਸ਼ੋਹਰਤ ਖੱਟੀ ਸੀ ਤੇ ਹੁਣ ਉਹ ਜੋ ਝੂਠੀ ਸੀ ਉਹ ਸਿਰ 'ਚ ਪੈ ਗਈ। ਆਪਾਂ ਟੀਕਿਆਂ ਦੀ ਗੱਲ ਕਰ ਰਹੇ ਹਾਂ ਤੇ ਜਿਹੜੇ 18+ ਲੋਕਾਂ ਨੂੰ ਜਿਹੜੇ ਟੀਕੇ ਲੱਗਣੇ ਨੇ ਉਹਦੇ ਵਿੱਚ ਥੋੜੇ ਜਿਹੇ ਰਜਿਸਟ੍ਰੇਸ਼ਨ ਥੋੜੀ ਚੇਂਜਸ ਕੀਤੀਆਂ ਗਈਆਂ ਨੇ। ਜੀ, ਪੰਜਾਬ ਸਰਕਾਰ ਨੇ 2 ਗੱਲਾਂ ਕੀਤੀਆਂ ਨੇ ਕੱਲ ਬੀਤੇ ਦਿਨੀ। ਇੱਕ ਤਾਂ ਉਹਨਾਂ ਨੇ ਕਿਹਾ ਕਿ 18 ਤੋਂ 44 ਜਿਹੜਾ ਪਹਿਲਾ ਗਰੁੱਪ ਹੈ ਉਹਨੂੰ ਟੀਕਾ ਲਵਾਉਣ ਲਈ ਹੁਣ ਪ੍ਰਾਇਰ ਕੋਈ ਰਜਿਸਟ੍ਰੇਸ਼ਨ ਕਰਨ ਦੀ ਲੋੜ ਨਹੀਂ ਆ। ਟੀਕਾਕਰਨ ਕੇਂਦਰ ਤੇ ਚਲੇ ਜਾਓ ਤੇ ਉੱਥੇ ਜਾ ਕੇ ਤੁਸੀਂ ਉਸੇ ਵੇਲੇ ਤੁਹਾਡੀ ਮੌਕੇ ਤੇ ਰਜਿਸਟ੍ਰੇਸ਼ਨ ਜਿਹੜੀ ਉਹ ਹੋ ਜਾਏਗੀ ਤੇ ਤੁਹਾਨੂੰ ਜਿਹੜਾ ਟੀਕਾ ਲੱਗ ਜਾਏਗਾ। ਦੂਸਰੀ ਗੱਲ ਜਿਹੜੀ ਉਹਨਾਂ ਨੇ ਕੀਤੀ ਆ ਕਿ ਜਿਹੜੇ ਮਰੀਜ਼ ਜਿਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਹੋ ਜਾਂਦੀ ਆ, ਉਸ ਤੋਂ ਬਾਅਦ ਵੀ ਜੇ ਉਹਨਾਂ ਨੂੰ ਆਕਸੀਜਨ ਦੀ ਲੋੜ ਆ ਤਾਂ ਉਹ ਆਪਣੇ ਜ਼ਿਲ੍ਹੇ ਦੇ ਵਿੱਚ ਸੰਪਰਕ ਕਰਨ, ਉਹਨਾਂ ਨੂੰ ਆਕਸੀਜਨ ਕਨਸੈਂਟਰੇਟਰ ਸਰਕਾਰ ਉਹਨਾਂ ਦੇ ਘਰ 'ਚ ਦੇਵੇਗੀ, ਉਹਨਾਂ ਨੂੰ ਖਰੀਦਣ ਦੀ ਲੋੜ ਨਹੀਂ ਆ। ਉਹ ਵਰਤ ਲੈਣ, ਉਹਦੀ ਲੋੜ ਮੁਤਾਬਕ ਜਿੰਨੀ ਦੇਰ ਉਹਨਾਂ ਨੂੰ ਆਕਸੀਜਨ ਦੀ ਲੋੜ ਆ ਉਹ ਜਿਹੜੀ ਆਕਸੀਜਨ ਆ ਆਕਸੀਜਨ ਕਨਸੈਂਟਰੇਟਰ ਤੋਂ ਲੈ ਲੈਣ, ਪਰ 4 ਹਫ਼ਤੇ ਬਾਅਦ ਜਿਹੜਾ ਉਹ ਕਨਸੈਂਟਰੇਟਰ ਆ ਉਹ ਸਰਕਾਰ ਨੂੰ ਵਾਪਸ ਕਰਨਾ ਹੋਵੇਗਾ। ਇੱਕ ਚੰਗੀ ਪਹਿਲ ਆ, ਇਹਦੇ ਲਈ ਜ਼ਿਲ੍ਹਾ ਪੱਧਰ ਤੇ ਸਟੋਰ ਬਣਨੇ ਚਾਹੀਦੇ ਆ। ਦੇਖੋ ਸਵਲੀਨ ਜੀ, ਇਹ ਗੱਲ ਇਹ ਆ ਕਿ ਇਹ ਹੁਣ ਜੋ ਬਣ ਰਹੇ ਆ, ਇਹ ਜੇ ਇਹਨਾਂ ਨੂੰ ਸਾਰੀਆਂ ਗੱਲਾਂ ਦਾ ਪਤਾ ਸੀ, ਸਿਆਣੇ ਲੋਕ ਇਹਨਾਂ ਦੇ ਸ਼ਾਮਲ ਨੇ, ਇਹਨਾਂ ਕੋਲ ਸਲਾਹਕਾਰ ਨੇ, ਤੇ ਇਹ ਗੱਲਾਂ ਦੂਜੀ ਲਹਿਰ ਆਉਣ ਤੋਂ ਪਹਿਲਾਂ ਸਾਰੀਆਂ ਕਰਨੀਆਂ ਚਾਹੀਦੀਆਂ ਸੀ। ਜੀ, ਅਗਲੇ ਮੁੱਦੇ ਦੀ ਜੇ ਗੱਲ ਕਰੀਏ ਤੇ ਇੱਕ ਕਮਾਂਡਿੰਗ ਅਫਸਰ ਨੇ ਅਦਾਕਾਰ ਸੋਨੂ ਸੂਦ ਨੂੰ ਚਿੱਠੀ ਲਿਖੀ ਆ, ਕੋਵਿਡ ਨਾਲ ਸੰਬੰਧਿਤ ਇੱਕ ਚਿੱਠੀ ਲਿਖੀ ਆ, ਤੇ ਕੀ ਆ ਉਹ ਚਿੱਠੀ ਦੇ ਵਿੱਚ ਅਸੀਂ ਦਰਸ਼ਕਾਂ ਦੇ ਨਾਲ ਸਾਂਝੀ ਕਰਨੀ ਚਾਹੁੰਦੇ ਆ। ਦੇਖੋ, ਆਰਮੀ ਜਦੋਂ ਅਸੀਂ ਬਜਟ ਆਪਣਾ ਪੜ੍ਹਦੇ ਆ ਨਾ ਜੀ, ਜਦੋਂ ਬਜਟ ਪੇਸ਼ ਹੁੰਦਾ ਤੇ ਉਹਦੇ 'ਚ ਸਭ ਤੋਂ ਵੱਡਾ ਹਿੱਸਾ ਜਿਹੜਾ ਉਹ ਦੇਸ਼ ਦੀ ਰੱਖਿਆ ਤੇ ਖਰਚ ਕੀਤਾ ਜਾਂਦਾ। ਦੂਜੇ ਨੰਬਰ ਤੇ ਉਹਦੇ 'ਚ ਜਿਹੜੇ ਕਰਜ਼ੇ ਦੇ ਵਿਆਜ ਹੁੰਦੇ ਆ ਉਹ ਦਿੱਤੇ ਜਾਂਦੇ ਨੇ, ਤੇ ਬਾਕੀ ਗੱਲਾਂ ਜਿਹੜੀਆਂ ਉਹ ਬਾਅਦ ਵਿੱਚ ਸਾਡੀਆਂ ਸਾਰੇ ਸਾਹਮਣੇ ਆਉਂਦੀਆਂ। ਤੇ ਜੇਕਰ ਅਸੀਂ ਬਜਟ ਦਾ ਇੱਕ ਵੱਡਾ ਹਿੱਸਾ ਖਰਚਣ ਤੋਂ ਬਾਅਦ ਵੀ ਆਪਣੀਆਂ ਰੱਖਿਆਵਾਂ ਜਿਹੜੀਆਂ ਸੁਰੱਖਿਆ ਸੇਨਾਵਾਂ ਨੇ ਜਿਹੜੀਆਂ, ਚਾਹੇ ਉਹ ਆਰਮੀ ਹੈ, ਚਾਹੇ ਉਹ ਨੇਵੀ ਹੈ, ਚਾਹੇ ਉਹ 에ਅਰ ਫੋਰਸ ਹੈ, ਜੇ ਅਸੀਂ ਉਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਨਹੀਂ ਕਰ ਪਾਉਂਦੇ ਤੇ ਬਹੁਤ ਹੀ ਸ਼ਰਮਨਾਕ ਗੱਲ ਹੈ। ਆਰਮੀ ਦੇ ਇੱਕ ਬਟਾਲੀਅਨ ਦੇ CEO ਕਮਾਂਡਿੰਗ ਆਫੀਸਰ ਨੇ ਸੋਨੂ ਸੂਦ ਨੂੰ ਇੱਕ ਚਿੱਠੀ ਲਿਖੀ ਹੈ ਕਿ ਤੁਸੀਂ ਬਹੁਤ ਚੰਗਾ ਕੰਮ ਕਰ ਰਹੇ ਹੋ ਤੇ ਚੰਗਾ ਹੋਵੇ ਜੇ ਤੁਸੀਂ ਆਪਣੀਆਂ ਉਹਨਾਂ ਨੇ ਨਾਲ ਲੋੜਾਂ ਦੱਸੀਆਂ ਕਿ 200 ਬੈੱਡ ਦਾ ਹਸਪੀਟਲ ਹੈ, ਕੁਝ ਜਨਰੇਟਰ ਹੈ, ਕੁਝ ਬੈੱਡ ਨੇ ਜਾਂ ਹੋਰ ਜੋ ਉਹਨਾਂ ਨੂੰ ਚਾਹੀਦਾ ਸੀ ਉਹਨਾਂ ਨੇ ਦੱਸਿਆ ਕਿ ਸਾਨੂੰ ਤੁਸੀਂ ਪ੍ਰੋਵਾਈਡ ਕਰਾਓ।
ਦੋ ਗੱਲਾਂ ਨੇ, ਜਾਂ ਤਾਂ ਇਸ ਗੱਲ ਦੀ ਬਿਲਕੁਲ ਜਾਂਚ ਹੋਣੀ ਚਾਹੀਦੀ ਹੈ ਕਿ ਉਹ ਸਾਰੀਆਂ ਚੀਜ਼ਾਂ ਉਹਨਾਂ ਨੇ ਇਸ ਤੋਂ ਪਹਿਲਾਂ ਆਪਣੇ ਹੈੱਡਕੁਆਟਰ ਤੋਂ ਮੰਗੀਆਂ, ਜੇ ਉਹਨਾਂ ਨੂੰ ਨਹੀਂ ਮਿਲੀਆਂ ਤੇ ਫਿਰ ਉਹ ਕਿਸੇ ਬਾਹਰੋਂ ਮੰਗ ਰਹੇ ਨੇ। ਆਮ ਦੇਖਣ 'ਚ ਨਹੀਂ ਆਉਂਦਾ ਇੰਜ ਕਿ ਆਰਮੀ ਦੇ ਜਿਹੜੇ ਆਫੀਸਰਸ ਨੇ ਉਹ ਬਾਹਰੋਂ ਡੋਨੇਸ਼ਨਸ ਲੈਣ। ਆਰਮੀ ਕੋਲੋਂ ਮਦਦ ਮੰਗਣੀ ਅਸੀਂ ਆਮ ਸੁਣੀ, ਪਰ ਆਰਮੀ ਕਿਸੇ ਹੋਰ ਤੋਂ ਮੰਗ ਰਹੀ ਹੈ ਪਹਿਲੀ ਵਾਰੀ ਸੁਣਿਆ। ਬਿਲਕੁਲ, ਤੇ ਇਹ ਬਹੁਤ ਕੋਈ ਚੰਗੀ ਗੱਲ ਨਹੀਂ ਹੈ। ਹਾਲਾਂਕਿ ਸੋਨੂ ਸੂਦ ਦੀ ਇਹਦੇ ਵਿੱਚ ਚੰਗੀ ਗੱਲ ਹੈ। ਸੋਨੂ ਸੂਦ ਇੱਕ ਚੰਗੇ ਸਮਾਜ ਸੇਵਕ ਦੇ ਤੌਰ ਤੇ ਸਾਹਮਣੇ ਆਏ ਨੇ ਇਸ ਕੋਵਿਡ ਦੇ ਦੌਰ ਦੇ ਵਿੱਚ। ਪਹਿਲਾਂ ਅਸੀਂ ਉਹਨਾਂ ਨੂੰ ਸਿਰਫ ਇੱਕ ਐਕਟਰ ਦੇ ਤੌਰ ਤੇ ਜਾਣਦੇ ਸੀ, ਪਰ ਇਹ ਜੋ ਵੀ ਮਸਲਾ ਆ ਇਹ ਆਰਮੀ ਨੂੰ ਤੇ ਰਾਜਨਾਥ ਸਿੰਘ ਸਾਡੇ ਮਿਨਿਸਟਰ ਨੇ ਇਸ ਸਮੱਸਿਆ ਦੇ, ਇਸ ਗੱਲ ਦੇ ਇਸ ਵਿਸ਼ੇ ਦੇ, ਉਹਨਾਂ ਨੂੰ ਇਸ ਚੀਜ਼ ਨੂੰ ਦੇਖਣਾ ਪਊਗਾ। ਤੇ ਜੇ ਇਹ ਇਦਾਂ ਹੋਇਆ ਤੇ ਉਹਨਾਂ ਲਈ ਇਹ ਗਲਤ ਗੱਲ ਹੈ, ਇਹਦਾ ਧਿਆਨ ਰੱਖਣ ਤੇ ਇਹਦੀ ਜਾਂਚ ਜ਼ਰੂਰ ਹੋਣੀ ਚਾਹੀਦੀ। ਸ਼ਰਮਾ ਜੀ, ਜੇ ਪੰਜਾਬ ਦੀ ਗੱਲ ਕਰੀਏ, ਹੁਣ ਤੇ ਖਬਰਾਂ ਆ ਰਹੀਆਂ ਨੇ ਕਿ ਪੰਜਾਬ ਦੇ 163 MLAs ਤੇ ਮਾਮਲੇ ਦਰਜ ਨੇ। ਕੀ ਹੈ ਪੂਰੀ ਕਹਾਣੀ? ਸੁਪਰੀਮ ਕੋਰਟ ਦੇ ਵਿੱਚ ਇੱਕ ਕੇਸ ਦਾਇਰ ਸੀਗਾ, ਉਹਦੇ ਵਿੱਚ ਸੁਪਰੀਮ ਕੋਰਟ ਨੇ ਕਿਹਾ ਸੀਗਾ ਕਿ ਉਸ ਕੇਸ ਦੇ ਸੰਬੰਧ ਵਿੱਚ ਉਹਨਾਂ ਨੇ ਕਿਹਾ ਸੀ ਕਿ ਦੇਸ਼ ਦੀਆਂ ਸਾਰੀਆਂ ਹਾਈ ਕੋਰਟਾਂ ਆਪਣੇ ਆਪਣੇ ਸਟੇਟ ਦੇ ਜਿਹੜੇ ਵਿਧਾਇਕ ਨੇ ਚਾਹੇ ਉਹ MP ਨੇ, ਚਾਹੇ ਉਹ MLA ਨੇ, ਚਾਹੇ ਉਹ ਮੌਜੂਦਾ ਨੇ ਤੇ ਚਾਹੇ ਉਹ ਸਾਬਕਾ ਨੇ, ਉਹਨਾਂ ਦੀ ਗਿਣਤੀ ਜਿਹੜੀ ਆ ਸੁਪਰੀਮ ਕੋਰਟ ਦੇ ਵਿੱਚ ਦੇਣ। ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕੱਲ ਜਿਹੜੇ ਅੰਕੜੇ ਜਾਰੀ ਕੀਤੇ ਉਸ ਕੇਸ ਦੇ ਸੰਬੰਧ ਵਿੱਚ, ਉਹਦੇ 'ਚ ਉਹਨਾਂ ਨੇ ਦੱਸਿਆ ਕਿ 191 ਕੇਸ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ MLA MP ਮੌਜੂਦਾ ਤੇ ਸਾਬਕਾ ਦੋਨਾਂ ਤੇ ਮਿਲਾ ਕੇ ਜਿਹੜੇ ਨੇ ਉਹ ਚੱਲ ਰਹੇ ਨੇ। ਤੇ 191 ਦੇ ਵਿੱਚੋਂ 163 ਜਿਹੜੇ ਕੇਸ ਨੇ ਉਹ ਇਕੱਲੇ ਪੰਜਾਬ ਦੇ ਵਿੱਚ ਨੇ, ਜਿਹਦੇ ਵਿੱਚ 96 ਤੋਂ ਜ਼ਿਆਦਾ ਜਿਹੜੇ ਨੇ ਮੌਜੂਦਾ ਤੇ ਸਾਬਕਾ ਵਿਧਾਇਕ ਨੇ, ਨਾਲ ਹੀ MP ਵੀ ਨੇ, ਉਹਨਾਂ ਤੇ ਜਿਹੜੇ ਕੇਸ ਨੇ ਉਹ ਚੱਲ ਰਹੇ ਨੇ। ਤੇ ਪੰਜਾਬ ਦੇ ਜਦੋਂ ਅਸੀਂ MPs ਦੀ ਗੱਲ ਕਰੀਏ, ਸੁਖਬੀਰ ਸਿੰਘ ਬਾਦਲ ਵੀ ਉਹਦੇ 'ਚ ਸ਼ਾਮਲ ਨੇ, ਭਗਵੰਤ ਮਾਨ ਵੀ ਸ਼ਾਮਲ ਨੇ, ਰਵਨੀਤ ਬਿੱਟੂ ਵੀ ਸ਼ਾਮਲ ਨੇ, ਤੇ ਬਲਵਿੰਦਰ ਸਿੰਘ ਭੂੰਦੜ ਜਿਹੜੇ ਰਾਜ ਸਭਾ ਮੈਂਬਰ ਨੇ ਉਹ ਵੀ ਉਹਦੇ 'ਚ ਸ਼ਾਮਲ ਨੇ। ਤੇ ਜਦੋਂ 96 MLAs ਦੀ ਗੱਲ ਕਰਾਂਗੇ ਫਿਰ ਤੇ ਸਾਰੇ ਹੀ ਸ਼ਾਮਲ ਹੋ ਜਾਣੇ ਆ। ਬਿਲਕੁਲ। ਤੇ 163 ਕੇਸ ਨੇ, ਤਾਂ ਤੁਸੀਂ ਹੁਣ ਸੋਚੋਗੇ ਬਾਕੀ ਕੌਣ ਨੇ, ਉਹ ਸਾਬਕਾ ਹੋਣੇ ਨੇ। ਸੋ ਜਿਹੜੀ ਚੋਣਾਂ ਦੇ ਸੰਬੰਧ ਵਿੱਚ ਬਹੁਤ ਸਾਰੀਆਂ ਸੰਸਥਾਵਾਂ ਕੰਮ ਕਰਦੀਆਂ ਨੇ ਕਿ ਕਿਹੜੇ ਲੋਕ ਚੁਣੇ ਜਾਂਦੇ ਨੇ, ਉਹਨਾਂ ਦੀ ਐਜੂਕੇਸ਼ਨ ਕੈਸੀ ਹੈ, ਉਹਨਾਂ ਦੇ ਕੋਲ ਪੈਸੇ ਕਿੰਨੇ ਨੇ, ਉਹਨਾਂ ਕੋਲ ਧਨ ਸੰਪਦਾ, ਉਹਨਾਂ ਨੇ ਪ੍ਰਾਪਰਟੀਆਂ ਕਿੰਨੀਆਂ ਇਕੱਠੀਆਂ ਕੀਤੀਆਂ ਨੇ, ਤੇ ਉਹਨਾਂ ਦੇ ਉੱਤੇ ਕਿਹੋ ਜਿਹੇ ਕੇਸ ਚੱਲਦੇ ਨੇ। ਇਹ ਗੱਲਾਂ ਅਸੀਂ ਬਿਹਾਰ 'ਚ ਸੁਣਦੇ ਹੁੰਦੇ ਸੀ, UP 'ਚ ਸੁਣਦੇ ਹੁੰਦੇ ਸੀ, ਪਰ ਪਸਾਰ ਜਿਹੜਾ ਉਹ ਸਾਰੇ ਹਿੰਦੁਸਤਾਨ ਦੇ ਵਿੱਚ ਹੀ ਅਜਿਹਾ ਹੈ। ਬਹੁਤ ਸਾਰੇ ਛੋਟੇ-ਮੋਟੇ ਕੇਸ ਵੀ ਹੁੰਦੇ ਆ ਤੇ ਕਈ ਵਾਰ ਕੇਸ ਜਿਹੜੇ ਆ ਬਦਨੀਤੀ ਨਾਲ ਵੀ ਦਾਇਰ ਕੀਤੇ ਹੁੰਦੇ ਨੇ, ਪਰ ਫੇਰ ਵੀ ਜੇ 10-20% ਕੇਸ ਨੂੰ ਛੋਟੇ-ਮੋਟੇ ਮੰਨ ਲਈਏ ਜਾਂ ਬਦਨੀਤੀ ਨਾਲ ਮੰਨ ਲਈਏ, ਫਿਰ ਵੀ 117 ਮੈਂਬਰ ਨੇ ਸਾਡੇ ਕੋਲ MLAs ਤੇ 13 ਸਾਡੀਆਂ ਸੀਟਾਂ ਨੇ ਲੋਕ ਸਭਾ ਦੀਆਂ, 130 ਟੋਟਲ ਬਣਦਾ, ਕੁਝ ਰਾਜ ਸਭਾ ਦੀਆਂ ਸੀਟਾਂ ਹੋਣਗੀਆਂ ਤੇ 163 ਕੇਸ ਨੇ। ਇਟ ਮੀਨਸ ਕਿ ਬਹੁਤਿਆਂ ਤੇ 2-2 ਕੇਸ ਵੀ ਹੋਣਗੇ ਤੇ ਸ਼ਾਇਦ ਹੀ ਕੋਈ ਮਾਈ ਦਾ ਲਾਲ ਬਚਿਆ ਹੋਵੇ ਜਿਹਦੇ ਤੇ ਕੋਈ ਕੇਸ ਨਹੀਂ ਹੋਵੇਗਾ। ਸੋ ਇਹ ਸਾਡੇ ਜਿਹੜੀ ਪੋਲੀਟੀਕਲ ਸੈਟਅਪ ਆ ਉਹਨੂੰ ਇਹ ਦੇਖਣ ਲਈ ਇਹ ਗੱਲ ਬਹੁਤ, ਇਹਦੇ ਲਈ ਬਚਣੀ ਪਊਗੀ। ਚੋਣ ਸੁਧਾਰਾਂ ਦੀ ਬਹੁਤ ਵੱਡੀ ਲੋੜ ਆ। ਖਰਚੀਲੀਆਂ ਚੋਣਾਂ ਨੇ, ਚੋਣਾਂ ਦੇ ਵਿੱਚ ਹਿੰਸਾ ਦੀ ਬੜੀ ਡਿਮਾਂਡ ਰਹਿੰਦੀ ਆ, ਚੋਣਾਂ ਦੇ ਵਿੱਚ ਬਹੁਤ ਸਾਰੀਆਂ ਕੁਰੀਤੀਆਂ ਪਾਈਆਂ ਜਾਂਦੀਆਂ ਨੇ ਤੇ ਉਹਨਾਂ ਚੀਜ਼ਾਂ ਨੂੰ ਇਹ ਜਿਹੜੀ ਰਿਪੋਰਟ ਆ ਦਰਸਾਉਂਦੀ ਆ। ਅਸੀਂ ਜਾਣਦੇ ਬਹੁਤ ਕੁਝ ਆ ਪਰ ਕਰਦੇ ਕੁਝ ਨਹੀਂ, ਤੇ ਕਈ ਵਾਰ ਅਸੀਂ ਇਦਾਂ ਵੀ ਹੁੰਨਾ ਕਿ ਕਰ ਸਕਦੇ ਕੁਝ ਨਹੀਂ, ਕਿਉਂਕਿ ਕਾਨੂੰਨ ਬਣਾਉਣ ਵਾਲੇ ਲੋਕ ਵੀ ਆਪ ਨੇ ਤੇ ਉਹਨਾਂ ਦੇ ਵਿੱਚ ਸੋਧਾਂ ਕਰਨ ਵਾਲੇ ਲੋਕ ਵੀ ਆਪ ਨੇ। ਗੱਲਬਾਤ ਦਾ ਦੌਰ ਇਸੇ ਤਰ੍ਹਾਂ ਜਾਰੀ ਰੱਖਾਂਗੇ, ਪਰ ਇਸ ਵੇਲੇ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਜਲਦ ਹਾਜ਼ਰ ਹੁੰਨੇ ਆ। ਪ੍ਰੋਗਰਾਮ ਦੇ ਅਖੀਰਲੇ ਹਿੱਸੇ ਵਿੱਚ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਸ਼ਰਮਾ ਜੀ, ਜੇ ਪੰਜਾਬ ਦੀ ਸਿਆਸਤ ਦੀ ਗੱਲ ਕਰੀਏ ਤੇ ਕਾਂਗਰਸੀਆਂ 'ਚ ਮੀਟਿੰਗ ਤੇ ਮੀਟਿੰਗ ਚੱਲ ਰਹੀ ਹੈ ਤੇ ਅੰਦਰ ਖਾਤੇ ਖਿਚੜੀ ਕਿਹੜੀ ਪਕਾਉਣ ਦੇ ਨੇ? ਸੱਤਾ ਦੀ ਭੁੱਖ ਹੈ ਜੀ। ਜਿੰਨੇ ਵੀ ਵੱਡੇ ਲੀਡਰ ਨੇ, ਵੈਸੇ ਤੇ ਸਾਰੇ ਹੀ ਵੱਡੇ ਨੇ, ਉਹ ਸਾਰੇ ਇਹ ਚਾਹੁੰਦੇ ਆ ਕਿ ਮੁੱਖ ਮੰਤਰੀ ਅਸੀਂ ਬਣ ਜਾਈਏ, ਗ੍ਰਹਿ ਮੰਤਰੀ ਅਸੀਂ ਬਣ ਜਾਈਏ, ਸਟੇਟ ਸਾਡੇ ਕੋਲ ਆ ਜਾਵੇ। ਸਟੇਟ ਦਾ ਕਰਨਾ ਕੀ ਹੈ ਇਹਦੇ ਬਾਰੇ ਕਿਸੇ ਨੂੰ ਨਹੀਂ ਪਤਾ ਸ਼ਾਇਦ ਇਹਨਾਂ ਨੂੰ ਸਾਡੇ ਨਾਲੋਂ ਜ਼ਿਆਦਾ ਆ, ਪਰ ਕਰਨਾ ਕਿਸੇ ਨੇ ਕੁਝ ਨਹੀਂ, ਚਾਹੁੰਦੇ ਵੀ ਕੁਝ ਨਹੀਂ ਕਰਨਾ। ਸਿਰਫ ਔਰ ਸਿਰਫ ਜਿਹੜੀ ਸੱਤਾ ਆ ਉਹਨੂੰ ਮੰਨਣਾ ਚਾਹੁੰਦੇ ਆ। ਤੇ ਅੱਜ ਦੀ ਤਰੀਕ ਦੇ ਵਿੱਚ ਸਾਰੇ ਹੀ ਕਾਂਗਰਸੀਆਂ ਨੂੰ ਇਹ ਲੱਗਦਾ ਕਿ ਵਿਰੋਧੀ ਧਿਰ ਕੋਈ ਨਹੀਂ ਬਣਨੀ। BJP ਦਾ ਵੀ ਹਾਲਾਤ ਖਰਾਬ ਨਜ਼ਰ ਆਉਂਦੇ ਇਹਨਾਂ ਨੂੰ, ਅਕਾਲੀ ਦਲ ਦੇ ਵੀ ਹਾਲਾਤ ਖਰਾਬ ਨਜ਼ਰ ਆਉਂਦੇ ਆ, ਤੇ ਆਮ ਆਦਮੀ ਪਾਰਟੀ ਵੀ ਇਹਨਾਂ ਨੂੰ ਟਿੱਚ ਜਾਪਦੀ। ਇਹ ਸਮਝਦੇ ਆ ਕਿ ਸਾਰੇ ਟਿੱਚ ਆ, ਅਸੀਂ ਸਰਵਾ ਆ, ਸਰਕਾਰ ਲੋਕਾਂ ਕੋਲ ਬਦਲ ਕੋਈ ਨਹੀਂ ਤੇ ਸਾਨੂੰ ਹੀ ਵੋਟਾਂ ਪੈਣੀਆਂ, ਤੇ ਸਾਨੂੰ ਹੀ ਪੈਣੀਆਂ ਤੇ ਕਿਉਂ ਨਾ ਮੈਂ ਹੀ ਮੁੱਖ ਮੰਤਰੀ ਬਣ ਜਾ। ਹਰ ਤੀਜਾ ਬੰਦਾ ਇਹ ਸੋਚਦਾ। ਤੇ ਜਿਹੜੇ ਕੁਝ ਚੰਗੇ ਨੇ ਉਹ ਚੁੱਪ ਕਰਕੇ ਬੈਠੇ ਨੇ ਜਾਂ ਪਰੇਸ਼ਾਨ ਨੇ ਵੀ ਕਰੀਏ ਤੇ ਕੀ ਕਰੀਏ। ਜੇ ਬੋਲਦੇ ਆ ਤੇ ਸਰਕਾਰ ਕੋਈ ਨਾ ਕੋਈ ਡੰਡਾ ਲੈ ਕੇ ਆ ਜਾਂਦੀ ਹੈ, ਚਾਹੇ ਉਹ CBI ਦਾ ਹੋਵੇ, ਚਾਹੇ ਉਹ ਇਨਕਮ ਟੈਕਸ ਦਾ ਹੋਵੇ, ਚਾਹੇ ਉਹ ਮਹਿਲਾ ਕਮਿਸ਼ਨ ਦਾ ਹੋਵੇ, ਚਾਹੇ ਉਹ ਪੁਲਿਸ ਵਾਲਾ ਹੋਵੇ। ਸੋ ਰਾਜਨੀਤੀ ਦੇ ਵਿੱਚ ਜੋ ਚੱਲ ਰਿਹਾ ਉਹ ਸਿਰਫ ਸੱਤਾ ਦੀ ਲੜਾਈ ਚੱਲ ਰਹੀ ਆ, ਮੁੱਖ ਮੰਤਰੀ ਬਣਨ ਦੀ ਦੌੜ ਚੱਲ ਰਹੀ ਹੈ। ਕੈਪਟਨ ਸਾਹਿਬ ਇਸ ਗੱਲ ਦੇ ਵਿੱਚ ਬਿਲਕੁਲ ਫੇਲ ਸਾਬਤ ਹੋਏ ਆ ਪਿਛਲੇ 4.5 ਸਾਲਾਂ ਦੇ ਵਿੱਚ ਕਿ ਉਹ ਆਪਣੇ
ਵਿਧਾਇਕਾਂ ਨੂੰ ਜਾਂ ਮਿਨਿਸਟਰਾਂ ਨੂੰ ਜਾਂ ਜਿਹੜੇ ਉਹਨਾਂ ਦੇ ਨੇੜੇ ਦੇ ਲੋਕ ਸੀ ਉਹਨਾਂ ਨੂੰ ਪ੍ਰੋਪਰ ਤੌਰ ਤੇ ਕਮਿਊਨੀਕੇਸ਼ਨ ਦੇ ਵਿੱਚ ਰੱਖ ਨਹੀਂ ਸਕੇ। ਜੇ ਉਹ ਟਾਈਮ ਤੇ ਮਿਲਦੇ ਰਹਿੰਦੇ, ਜਿੱਦਾਂ ਸੰਵਿਧਾਨ 'ਚ ਲਿਖਿਆ, ਜਿੱਦਾਂ ਲੋਕ ਸਭਾ ਦੀ ਕਾਰਜਕਾਰੀ ਚੱਲਦੀ ਆ ਜਾਂ ਵਿਧਾਨ ਸਭਾ ਦੀ ਜਿਹੜੀ ਕਾਰਜਕਾਰੀ ਚੱਲਦੀ ਆ, ਸੈਸ਼ਨ ਹੁੰਦੇ ਆ ਤੇ ਸੈਸ਼ਨਾਂ ਦੇ ਵਿੱਚ ਗੱਲਬਾਤ ਨਹੀਂ ਹੁੰਦੀ, ਸਿਰਫ ਔਰ ਸਿਰਫ ਰੌਲਾ ਰੱਪਾ ਹੁੰਦਾ, ਬਾਈਕਾਟ ਹੋ ਜਾਂਦਾ, ਜਿਹਦਾ ਦਿਲ ਕਰਦਾ ਉਹ ਆਉਂਦਾ, ਜਿਹਦਾ ਦਿਲ ਕਰਦਾ ਉਹ ਨਹੀਂ ਆਉਂਦਾ ਜੀ। ਤੇ ਇਹਦੇ ਵਿੱਚ ਸੋਧਾਂ ਦੀ ਜਿਹੜੀ ਬਹੁਤ ਗੁੰਜਾਇਸ਼ ਹੈ। ਜੇ ਸਰਕਾਰ ਸਹੀ ਤਰੀਕੇ ਨਾਲ ਚੱਲ ਰਹੀ ਹੁੰਦੀ, ਤਾਲਮੇਲ ਕਮੇਟੀਆਂ ਆਪਣਾ ਕੰਮ ਕਰ ਰਹੀਆਂ ਹੁੰਦੀਆਂ, ਹਰ ਵਿਧਾਇਕ ਦੀ ਪਹੁੰਚ ਆਪਣੇ ਮੁਖੀ ਤੱਕ ਹੁੰਦੀ, ਹਰ ਵਿਧਾਇਕ ਦੀ ਗੱਲ ਉਹਦੇ ਸੰਬੰਧਿਤ ਮੰਤਰਾਲੇ ਨਾਲ, ਸੰਬੰਧਿਤ ਮਿਨਿਸਟਰੀ ਦੇ ਮਿਨਿਸਟਰ ਨਾਲ ਹੁੰਦੀ, ਉਹਨਾਂ ਦੀ ਗੱਲਬਾਤ ਸੁਣੀ ਜਾਂਦੀ, ਉਹਨਾਂ ਦੇ ਮਸਲੇ ਹੱਲ ਹੁੰਦੇ, ਤੇ ਫੇਰ ਜਿਹੜਾ ਸੀ ਇੰਨਾ ਕਾਟੋ ਕਲੇਸ਼ ਨਹੀਂ ਸੀ ਹੋਣਾ ਜੀ। ਜੇ ਪ੍ਰਗਟ ਸਿੰਘ ਅੱਜ ਖੁੱਲ੍ਹ ਕੇ ਬੋਲ ਰਹੇ ਨੇ ਤਾਂ ਉਹਦੀ ਵਜ੍ਹਾ ਇਹੀ ਆ ਕਿ 4 ਸਾਲ ਤੱਕ ਜਿਹੜੀਆਂ ਗੱਲਾਂ ਨੂੰ ਲੈ ਕੇ ਉਹ ਬੋਲੇ, ਉਹਨਾਂ ਦੀ ਗੱਲ ਕਿਸੇ ਨੇ ਨਹੀਂ ਸੁਣੀ, ਉਹ ਮਸਲੇ ਨਹੀਂ ਹੱਲ ਹੋਏ। ਜੇ ਅੱਜ ਸੁਰਜੀਤ ਧੀਮਾਨ ਕਹਿ ਰਹੇ ਨੇ ਕਿ ਇਸ ਸਰਕਾਰ ਦੇ ਵਿੱਚ ਜਿੰਨੇ ਬਾਗੀ ਵਿਧਾਇਕਾਂ ਨੂੰ ਇਕੱਠੇ ਹੋ ਕੇ ਸਰਕਾਰ ਨੂੰ ਸੁੱਟ ਦੇਣਾ ਚਾਹੀਦਾ, ਤੇ ਉਹ ਸਰਕਾਰ ਨੂੰ ਸੁੱਟਣ ਦੀ ਗੱਲ ਨਹੀਂ ਕਰਦੇ, ਉਹ ਸਰਕਾਰ ਦੇ ਮੁਖੀ ਤੋਂ ਨਾਰਾਜ਼ ਨੇ। ਤੇ ਸਰਕਾਰ ਦਾ ਮੁਖੀ ਇਸ ਕੰਮ ਦੇ ਵਿੱਚ ਫੇਲ ਆ ਕਿ ਉਹ ਬਾਕੀ ਸਾਰੇ ਕੰਮ ਤਾਂ ਬਹੁਤ ਤਰੀਕੇ ਨਾਲ ਕਰਦੇ ਨੇ, ਆਪਣੀ ਸਿਹਤ ਦਾ ਧਿਆਨ ਵੀ ਰੱਖਦੇ ਨੇ, ਆਪਣੀਆਂ ਦੋਸਤਾਂ ਸਹੇਲੀਆਂ ਦਾ ਵੀ ਧਿਆਨ ਰੱਖਦੇ ਨੇ, ਪਰ ਆਪਣੇ ਵਿਧਾਇਕਾਂ ਦਾ, ਜਿਨ੍ਹਾਂ ਨੇ ਉਹਨਾਂ ਨੂੰ ਚੁਣ ਕੇ ਮੁੱਖ ਮੰਤਰੀ ਬਣਾਇਆ ਹੈ, ਉਹਦਾ ਧਿਆਨ ਉਹ ਨਹੀਂ ਰੱਖਦੇ। ਸਟੇਟ ਦਾ ਧਿਆਨ ਤੇ ਬਿਲਕੁਲ ਹੀ ਨਹੀਂ ਰੱਖਦੇ ਜੀ। ਤੇ ਇੱਕ ਗੱਲ ਤੋਂ ਉਹ ਹੋਰ ਬਹੁਤ ਤਸੱਲੀ 'ਚ ਨੇ ਕਿ ਹਾਈ ਕਮਾਂਡ ਉਹਨਾਂ ਨੂੰ ਕੁਝ ਕਹਿਣ ਦੀ ਸਥਿਤੀ 'ਚ ਨਹੀਂ। ਜੇ ਹਾਈ ਕਮਾਂਡ 20 ਸਾਲ ਪਹਿਲਾਂ ਵਾਲੀ ਕਾਂਗਰਸ ਦੀ ਹੁੰਦੀ, ਜੇ ਥੋੜੇ ਜਿਹੇ ਪਿੱਛੇ ਚਲੇ ਜਾਈਏ ਅਸੀਂ ਕਾਂਗਰਸ ਦੇ ਵਿੱਚ, ਜਦੋਂ ਵਾਕਿਆ ਹੀ 10-15 ਸਟੇਟਾਂ ਦੇ ਵਿੱਚ ਉਹਨਾਂ ਦੀ ਸਰਕਾਰ ਹੁੰਦੀ ਤੇ ਕਾਂਗਰਸ ਦੀ ਗੱਲ, ਹਾਈ ਕਮਾਂਡ ਦੀ ਗੱਲ ਸੁਣੀ ਜਾਂਦੀ, ਹਾਈ ਕਮਾਂਡ ਨੂੰ ਤੇ ਆਪ ਨੂੰ ਪ੍ਰਧਾਨ ਨਹੀਂ ਥਾਪਣਾ ਪੈ ਰਿਹਾ ਹਾਲੇ ਤੱਕ, ਉਹਨਾਂ ਨੂੰ ਤੇ ਆਪਣਾ ਪ੍ਰਧਾਨ ਅਨਾਉਂਸ ਕਰਨ ਦੀ ਵੀ ਹੌਸਲਾ ਹੈ ਨਹੀਂ। ਜੇ ਸੋਨੀਆ ਗਾਂਧੀ ਨੂੰ ਬਣਾਉਣਾ ਤੇ ਇੰਟਰਮ ਕਾਹਤੇ ਰੱਖਿਆ, ਕਹਿ ਦਿਓ ਉਹਨੂੰ। ਪੁਤਨ ਨੇ ਵੀ ਤਾਂ ਕਹਿ ਹੀ ਦਿੱਤਾ ਕਿ ਜਦ ਤੱਕ ਮੈਂ ਆ ਮੈਂ ਹੀ ਰਹੂੰਗਾ, ਸ਼ੀ ਜਿਨਪਿੰਗ ਨੇ ਵੀ ਕਹਿ ਦਿੱਤਾ ਜਦ ਤੱਕ ਮੈਂ ਰਾਸ਼ਟਰਪਤੀ ਆ ਮੈਂ ਹੀ ਰਹੂੰਗਾ, ਤੇ ਤੁਸੀਂ ਵੀ ਕਹਿ ਦਿਓ ਕਿ ਜਦ ਤੱਕ ਸੋਨੀਆ ਗਾਂਧੀ ਜਿੰਦਾ ਹੈ ਇਹੀ ਪ੍ਰਧਾਨ ਰਹੂਗੀ। ਪਰ ਹਾਈ ਕਮਾਂਡ ਜਿਹੜੀ ਉਹ ਬਹੁਤ ਕਮਜ਼ੋਰ ਆ। ਜੇ ਹਾਈ ਕਮਾਂਡ ਤਾਕਤਵਰ ਹੁੰਦੀ, ਜਿੱਦਾਂ ਬੀਜੇਪੀ ਦੀ ਹਾਈ ਕਮਾਂਡ ਇਸ ਵੇਲੇ ਤਾਕਤਵਰ ਹੈ, ਉੱਤਰਾਖੰਡ ਦੇ ਮੁੱਖ ਮੰਤਰੀ ਤੋਂ ਸ਼ਿਕਾਇਤ ਆਈ, ਉਹਨੇ ਬਦਲ ਕੇ ਉਹ ਮਾਰਿਆ। ਜੇ ਹਾਈ ਕਮਾਂਡ ਤਕੜੀ ਹੁੰਦੀ ਤੇ ਜਾਂ ਤੇ ਹੁਣ ਤੱਕ ਕੈਪਟਨ ਬਦਲ ਹੋ ਜਾਣਾ ਸੀ, ਨਹੀਂ ਤੇ ਜਿਹੜੇ ਬੋਲਣ ਵਾਲੇ ਵਿਧਾਇਕ ਆ ਉਹਨਾਂ ਨੇ ਕੱਢ ਕੇ ਬਾਹਰ ਬਿਠਾ ਦੇਣੀ ਸੀ। ਪਰ ਇੱਥੇ ਇੱਕ ਗੱਲ ਹੋਰ ਸਵਲੀਨ ਜੀ ਕਰਨੀ ਬਣਦੀ ਆ, ਅਸੀਂ ਇਹਨਾਂ ਦੀਆਂ ਗੱਲਾਂ ਤੋਂ ਸੁਣ ਕੇ ਖੁਸ਼ ਵੀ ਹੁੰਨੇ ਆ ਤੇ ਚੁਟਕਲਿਆਂ ਵਰਗੀਆਂ ਵੀ ਲੱਗਦੀਆਂ। ਸਿੱਧੂ ਰੋਜ਼ 6 ਟਵੀਟ ਕਰ ਦਿੰਦਾ, ਕਦੀ ਕੁਛ ਬੋਲਦਾ, ਕਦੀ ਕੁਛ ਬੋਲਦਾ, ਕਦੀ ਬਰਗਾੜੀ ਤੇ ਬੋਲਦੇ ਨੇ, ਕਦੀ ਉਹ ਅੱਜ ਕਿਸਾਨ ਅੰਦੋਲਨ ਤੇ ਬੋਲਦੇ ਨੇ, ਕਦੀ ਰੇਤਾ ਬਜਰੀ ਤੇ ਬੋਲਦੇ ਨੇ, ਤੇ ਕੈਪਟਨ ਸਾਹਿਬ ਬਹੁਤ ਦਿਨਾਂ ਤੋਂ ਕੁਝ ਨਹੀਂ ਬੋਲ ਰਹੇ। ਜਾਖੜ ਸਾਹਿਬ ਦੋਨੋਂ ਪਾਸੇ ਹੱਥ ਰੱਖ ਕੇ ਚੱਲ ਰਹੇ ਨੇ, ਉਹਨਾਂ ਦਾ ਧਿਆਨ ਇਸੇ ਗੱਲ ਦੇ ਵਿੱਚ ਆ ਕਿ ਅਸੀਂ ਇਹਨਾਂ ਨੂੰ ਸਾਰਿਆਂ ਨੂੰ ਮਨਾ ਲਈਏ ਤੇ ਇਕੱਠੇ ਰੱਖੀਏ। ਡੱਡੂਆਂ ਦੀ ਪੰਸੇਰੀ ਆ, ਇਕੱਠੀ ਰਹੂਗੀ ਕਿੱਦਾਂ? ਹੋ ਸਕਦਾ ਸੱਤਾ ਦੇ ਲਾਲਚ ਇਕੱਠੀ ਵੀ ਰਵੇ, ਪਰ ਕੀ ਜਿੱਦਾਂ ਦੇ ਇਹ ਵਿਧਾਇਕ ਬੋਲਬਾਣੀ ਕਰ ਰਹੇ ਨੇ, ਜਿੱਦਾਂ ਦਾ ਇਹਨਾਂ ਦਾ ਆਪਸ ਦੇ ਵਿੱਚ ਦਾਇਰਾ ਆ, ਕੀ ਆਮ ਲੋਕ ਤਵੱਕੋਂ ਰੱਖ ਸਕਦੇ ਆ ਕਿ ਇਹ ਇੱਕ ਚੰਗੀ ਸਰਕਾਰ ਆ ਤੇ ਇਹ ਲੋਕਾਂ ਲਈ ਬਣੀ ਹੋਈ ਸਰਕਾਰ ਆ ਤੇ ਲੋਕਾਂ ਦੀ ਬਣਾਈ ਹੋਈ ਸਰਕਾਰ ਆ ਤੇ ਲੋਕਾਂ ਲਈ ਕੰਮ ਕਰਨ ਵਾਲੀ ਸਰਕਾਰ ਆ? ਸਮਾਂ ਦੇਖੋ ਕਿਹੋ ਜਿਹਾ ਆ, ਬਿਮਾਰੀ ਦੀ ਜਿਹੜੀ ਆ ਉਹ ਪੂਰਾ ਪ੍ਰਕੋਪ ਫੈਲਿਆ ਹੋਇਆ। 5000 7000 8000 ਕੇਸ ਰੋਜ਼ ਆ ਰਿਹਾ, 200 ਤੋਂ ਪਲੱਸ ਬੰਦੇ ਮਰ ਰਹੇ ਨੇ, ਤੇ ਇਹਨਾਂ ਨੂੰ ਕੀ ਫਿਕਰ ਪਿਆ ਹੋਇਆ ਕਿ ਮੁੱਖ ਮੰਤਰੀ ਕਿਹਨੇ ਬਣਨਾ ਹੈ, ਗ੍ਰਹਿ ਮੰਤਰੀ ਕਿਹਨੇ ਬਣਨਾ ਹੈ, ਤੇ ਸਰਕਾਰ ਕਿਹਦੀ ਆਉਣੀ। ਤੇ ਮਾਨ ਸਾਹਿਬ ਕਹਿੰਦੇ ਆ ਸਿੱਧੂ ਨੂੰ ਬਣਾ ਦਿਓ, ਬਾਜਵਾ ਜੀ ਕਹਿੰਦੇ ਆ ਮੈਨੂੰ ਬਣਾ ਦਿਓ, ਭਗਵੰਤ ਮਾਨ ਸੋਚਦਾ ਮੈਂ ਬਣ ਜਾਵਾਂ, ਕੈਪਟਨ ਕਹਿੰਦਾ ਜਿੰਨੀ ਦੇਰ ਮੈਂ ਉਨੀ ਦੇਰ ਕਿਸੇ ਨੇ ਬਣਨਾ ਨਹੀਂ। ਸੋ ਇਹਨਾਂ ਦੇ ਕੋਲ ਸਿਰਫ ਔਰ ਸਿਰਫ ਸੱਤਾ ਦੀ ਭੁੱਖ ਆ। ਤੇ ਲੋਕਾਂ ਨੂੰ ਇਹ ਗੱਲ ਸੋਚਣੀ ਚਾਹੀਦੀ ਆ ਕਿ ਜਦੋਂ ਇਹਨਾਂ ਨੇ ਤੁਹਾਡੇ ਕੋਲ ਵੋਟਾਂ ਮੰਗਣ ਆਉਣਾ, ਫੇਰ ਤੁਸੀਂ ਇਹਨਾਂ ਨੂੰ ਜਵਾਬ ਜ਼ਰੂਰ ਦਿਓ, ਪਰ ਲੋਕ ਵੀ ਸਿਰਫ ਔਰ ਸਿਰਫ ਆਪਣੀਆਂ ਨਿੱਜੀ ਜ਼ਰੂਰਤਾਂ ਕਰਕੇ, ਛੋਟੀਆਂ-ਛੋਟੀਆਂ ਮੁਹਾਫਜ਼ਾਂ ਕਰਕੇ ਇਹਨਾਂ ਦੇ ਕੋਲ ਡਰਦੇ ਵੀ ਨੇ, ਝੱਕਦੇ ਵੀ ਨੇ, ਤੇ ਆਪਣੇ ਕੰਮ ਕਰਵਾਉਣ ਲਈ ਫਿਰ ਇਹਨਾਂ ਲੀਡਰਾਂ ਕੋਲ ਵੀ ਜਾਂਦੇ ਨੇ, ਤੇ ਇਸ ਕਰਕੇ ਲੋਕ ਵੀ ਜਿਹੜੇ ਨੇ ਉਹ ਵੱਜੇ ਹੋਏ ਨੇ। ਜੇ ਸਰਕਾਰ ਕਾਨੂੰਨ ਦੀ ਹੋਵੇ, ਸਾਰਿਆਂ ਲਈ ਇੱਕੋ ਜਿਹੀ ਹੋਵੇ, ਲੋਕਾਂ ਨੂੰ ਇਹਨਾਂ ਕੋਲ ਜਾਣਾ ਨਾ ਪਵੇ, ਫਿਰ ਲੋਕ ਇਹਨਾਂ ਨੂੰ ਜਵਾਬ ਦੇਣ, ਜਿਵੇਂ ਪ੍ਰਗਤੀ ਜਿਹੜੇ ਤਰੱਕੀ ਯਾਫਤਾ ਮੁਲਕ ਨੇ ਜਿੱਥੇ ਉੱਥੇ ਹੁੰਦਾ ਹੈ। ਪਰ ਇੱਥੇ ਹਾਲਾਤ ਜਿਹੜੇ ਉਹ ਬਹੁਤ ਸੁਖਾਵੇਂ ਨਹੀਂ। ਸਰਕਾਰ ਕਿਸੇ ਦੀ ਵੀ ਬਣ ਜਾਏ, ਪੰਜਾਬ ਦੀ ਨਹੀਂ ਬਣਨੀ। ਸੋ ਰਾਜਨੀਤੀ ਦੀ ਗੱਲ ਜਿੰਨੀ ਮਰਜ਼ੀ ਕਰ ਲਈਏ ਸਵਲੀਨ ਜੀ, ਇਹਨਾਂ ਤੋਂ ਮੁਲਕ ਦੇ ਭਲੇ ਦੀ, ਆਮ ਲੋਕਾਂ ਦੇ ਭਲੇ ਦੀ ਆਸ ਨਹੀਂ ਹੈਗੀ। ਇਹ ਸਿਰਫ ਔਰ ਸਿਰਫ ਆਪਣੀ ਲੜਾਈ ਲੜ ਰਹੇ ਨੇ ਜੀ। ਚਲੋ ਅਗਲੇ ਮੁੱਦੇ ਤੇ ਜਾਂਦੇ ਆਪਾਂ, ਰਾਜਨੀਤੀ ਨੂੰ ਇੱਥੇ ਛੱਡਦੇ ਹਾਂ। ਜੇ ਗੱਲ ਕਰੀਏ ਰਾਮਦੇਵ ਦੀ, ਤੇ ਉਹ ਅੱਜ ਕੱਲ ਬੜਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਆ। ਹੁਣ ਉਹਨੇ ਕਿਹੜਾ ਸੱਪ ਕੱਢਦਾ? ਪ੍ਰੋਗਰਾਮ ਸੰਜੀਦਾ ਜ਼ਿਆਦਾ ਹੋ ਗਿਆ ਸੀ, ਤੁਸੀਂ ਹੁਣ ਕਮੇਡੀ ਕਰਨ ਦੇ ਮੂਡ 'ਚ ਆ। ਰਾਮਦੇਵ ਕੁਛ ਨਾ ਕੁਛ ਅਜਿਹਾ ਕਰਦੇ ਰਹਿੰਦੇ ਆ ਜਿਹਦੇ ਨਾਲ ਉਹਨਾਂ ਦੀ ਜਿਹੜੀ ਆ ਚਰਚਾ ਮੀਡੀਆ 'ਚ ਹੁੰਦੀ ਰਹੇ। ਉਹਨਾਂ ਦੀ ਜੀਵਨੀ ਲਿਖੀ ਆ ਮਿਸਟਰ ਕੌਸ਼ਿਕ ਡੇਕਾ ਨੇ, ਜਿਨ੍ਹਾਂ ਨੇ ਦੱਸਿਆ, ਜਦੋਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਰਾਮਦੇਵ ਦੀ ਜੀਵਨੀ ਲਿਖੀ, ਤੁਸੀਂ ਉਹਨਾਂ ਨੂੰ ਕਿੰਨਾ ਕੁ ਜਾਣਦੇ ਹੋ ਤੇ ਕਿਹੋ ਜਿਹੇ ਲੋਕ ਨੇ, ਉਹਨਾਂ ਨੇ ਕਿਹਾ ਜੀ ਉੱਦਾਂ ਤੇ ਉਹ ਬਹੁਤ ਚੰਗੇ ਨੇ ਜਾਂ ਜੋ ਵੀ ਨੇ,
ਉਹਨਾਂ ਨਾਲੋਂ ਜ਼ਿਆਦਾ ਚੰਗੇ ਉਹਨਾਂ ਨੇ ਉਹਨਾਂ ਦੇ ਜਿਹੜੇ ਆਚਾਰੀਆ ਬਾਲਕ੍ਰਿਸ਼ਨ ਨੇ, ਜਿਹੜੇ ਰਿਸਰਚ ਦੇ ਨੇ ਵਿੱਚ ਡਾਕਟਰ ਨੇ, ਆਯੁਰਵੇਦ ਨੇ, ਉਹਨਾਂ ਨੂੰ ਦੱਸਿਆ। ਤੇ ਉਹਨਾਂ ਦੇ ਨਾਲ ਦੀ ਨਾਲ ਇਹ ਕਿਹਾ ਕਿ ਜਦੋਂ ਮੀਡੀਆ ਸਾਹਮਣੇ ਆਉਂਦਾ ਫਿਰ ਉਹ ਥੋੜੇ ਜਿਹੇ ਨਾ ਚਾਮਲ ਜਾਂਦੇ ਆ, ਖੁਸ਼ ਹੋ ਜਾਂਦੇ ਆ, ਟੀਚਰਾਂ ਵੀ ਕਰਦੇ ਆ, ਟੀਚਰਾਂ ਤੇ ਕਰਦੇ ਕਰਦੇ ਉਹਨਾਂ ਨੇ ਕਿਹਾ ਕਿ ਮੀਡੀਆ ਦੀ ਉਪਸਥਿਤੀ ਦੇ ਵਿੱਚ ਰਾਮਦੇਵ ਕੁਝ ਵੀ ਬੋਲ ਸਕਦੇ ਆ, ਉਹ ਬਿਨਾਂ ਸੋਚੇ ਬੋਲ ਦਿੰਦੇ। ਤੇ ਜਦੋਂ ਉਹਨਾਂ ਨੇ ਬਿਨਾਂ ਸੋਚੇ ਬੋਲਣ ਦੀਆਂ ਗੱਲਾਂ ਅਸੀਂ ਸਵਲੀਨ ਜੀ ਦੇਖੀਏ ਤੇ ਬਹੁਤ ਪਹਿਲਾਂ ਇਹਨਾਂ ਨੇ ਕਿਹਾ ਸੀਗਾ ਕਿ ਆਯੁਰਵੇਦ ਦੇ ਵਿੱਚ ਸਾਡੇ ਕੋਲ ਕੈਂਸਰ ਤੇ ਏਡ ਦੀ ਦਵਾਈ ਜਿਹੜੀ ਉਹ ਮਨਜ਼ੂਰ ਆ, ਅਸੀਂ ਟੈਸਟ ਕਰ ਰਹੇ ਆ, ਬਸ ਛੇਤੀ ਉਹ ਜਿਹੜੀ ਦਵਾਈ ਆ ਉਹ ਆ ਜਾਣੀ। ਉਹ ਇੱਕ ਬਹੁਤ ਵੱਡੀ ਗੱਪ ਸੀ। ਮੈਂ ਆਯੁਰਵੇਦ ਦੀ ਬਹੁਤ ਰਿਸਪੈਕਟ ਕਰਦਾ ਤੇ ਇਦਾਂ ਆ ਕਿ ਇਲਾਜ ਕਰਨ ਦੀਆਂ, ਮਨੁੱਖੀ ਸਰੀਰ ਦਾ ਇਲਾਜ ਕਰਨ ਦੀਆਂ ਬਹੁਤ ਸਾਰੀਆਂ ਪੱਧਤੀਆਂ ਨੇ। ਮਾਡਰਨ ਜਿਹੜੀ ਵਿਧੀ ਆ ਉਹ ਐਲੋਪੈਥੀ ਆ, ਜਿਹਨੂੰ ਅਸੀਂ ਅੰਗਰੇਜ਼ੀ ਦਵਾਈਆਂ ਕਹਿੰਦੇ ਆ ਜੀ। ਭਾਰਤ ਦੇ ਵਿੱਚ ਪੁਰਾਣੀ ਵਿਧੀ ਜਿਹੜੀ ਆ ਆਯੁਰਵੇਦ ਆ। ਸਾਡੇ ਸੰਨਿਆਸੀ ਲੋਕ ਸੀ ਜਾਂ ਜਿਹੜੇ ਸਾਧੂ ਸੰਤ ਸੀ ਜਾਂ ਫਕੀਰ ਸੀ, ਰਿਸ਼ੀ ਮੁਨੀ ਸੀ, ਉਹ ਬਹੁਤ ਸਾਰੀਆਂ ਉਹਨਾਂ ਦੇ ਕੋਲ ਕਲਾਵਾਂ ਸੀਗੀਆਂ, ਬਹੁਤ ਸਾਰੀਆਂ ਜੜੀ ਬੂਟੀਆਂ ਦੇ ਬਾਰੇ 'ਚ ਜਾਣਦੇ ਸੀ ਤੇ ਉਹ ਆਯੁਰਵੇਦ ਨਾਲ ਇਲਾਜ ਕਰਦੇ ਸੀ। ਆਯੁਰਵੇਦ ਇੱਕ ਪ੍ਰੋਪਰ ਮੰਨੀ ਹੋਈ ਪੱਧਤੀ ਆ, ਉਹਦੇ ਵਿੱਚ ਡਿਗਰੀਆਂ ਵੀ ਹੁੰਦੀਆਂ ਤੇ ਉਹ ਬਹੁਤ ਸਾਰੀਆਂ ਚੀਜ਼ਾਂ ਦਾ ਇਲਾਜ ਕਰਦੇ ਵੀ ਨੇ। ਉਸ ਦੇ ਨਾਲ ਨਾਲ ਯੋਗਾ ਜਿਹੜਾ ਹੈਗਾ ਉਹ ਵੀ ਇੱਕ ਪੂਰੀ ਮੰਨੀ ਹੋਈ ਵਿਧੀ ਹੈ। ਸਾਹ ਲੈਣ ਦੀਆਂ ਪ੍ਰਕਿਰਿਆਵਾਂ ਨੇ, ਸਰੀਰ ਦੇ ਵਿੱਚ ਐਕਸਰਸਾਈਜ਼ ਕਰਨ ਦੀਆਂ ਬਹੁਤ ਸਾਰੀਆਂ ਪ੍ਰਕਿਰਿਆਵਾਂ ਨੇ, ਉਹ ਠੀਕ ਨੇ। ਯੂਨਾਨੀ ਇੱਕ ਅਲੱਗ ਵਿਧੀ ਹੈ, ਆਯੁਰਵੇਦ ਇੱਕ ਅਲੱਗ ਵਿਧੀ ਹੈ, ਤੁਹਾਡੀ ਜਿਹੜੀ ਹੋਮੋਪੈਥੀ ਹੈ ਉਹ ਇੱਕ ਅਲੱਗ ਵਿਧੀ ਹੈ, ਐਕੂਪੰਕਚਰ ਇੱਕ ਅਲੱਗ ਵਿਧੀ ਹੈ, ਬਹੁਤ ਸਾਰੀਆਂ ਵਿਧੀਆਂ ਨੇ। ਇਹ ਗੱਲ ਵੱਖਰੀ ਹੈ ਕਿ ਅੱਜ ਦੀ ਡੇਟ ਦੇ ਵਿੱਚ ਸਭ ਤੋਂ ਜ਼ਿਆਦਾ ਪ੍ਰਚਲਿਤ ਵਿਧੀ ਜਿਹੜੀ ਆ ਉਹ ਐਲੋਪੈਥੀ ਮੰਨੀ ਗਈ ਹੈ, ਕਿਉਂਕਿ ਦਵਾਈ ਖਾਓ ਤੇ ਉਹਦਾ ਜਿਹੜਾ ਰਿਜ਼ਲਟ ਹੈ ਉਹ ਛੇਤੀ ਮਿਲ ਜਾਂਦਾ, ਇਸ ਕਰਕੇ ਉਹ ਮੰਨੀ ਹੋਈ ਵਿਧੀ ਹੈ। ਰੈਪਿਡ ਰਿਜ਼ਲਟਸ ਹੈ। ਤੇ ਦੂਸਰੀ ਗੱਲ ਉਹਦੇ 'ਚ ਜਿਹੜੀ ਸਿਰਫ ਔਰ ਸਿਰਫ ਮਾਡਰਨ ਦੇ ਵਿੱਚ ਹੈ, ਉਹ ਹੈ ਉਹਨਾਂ ਕੋਲ ਇਕਵਿਪਮੈਂਟਸ ਬਹੁਤ ਜ਼ਿਆਦਾ ਨੇ ਤੇ ਸਰਜਰੀ ਕਰ ਸਕਦੇ ਆ ਇਨ ਕੇਸ ਆਫ ਐਮਰਜੈਂਸੀ। ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਸਿਰਫ ਇਸੇ ਵਿਧੀ ਦੇ ਵਿੱਚ ਨੇ। ਦੂਸਰੀਆਂ ਵਿਧੀਆਂ ਦੇ ਵਿੱਚ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਐਲੋਪੈਥੀ 'ਚ ਨਹੀਂ ਹੈਗੀਆਂ, ਪਰ ਰਾਮਦੇਵ ਨੇ ਇਹਨੂੰ ਇੱਕ ਮਜ਼ਾਕ ਦਾ ਵਿਸ਼ਾ ਬਣਾ ਲਿਆ। ਹਰ ਚੀਜ਼ ਦੇ ਉੱਤੇ ਉਹ ਵੱਖਰੀ ਟੀਚਰ ਕਰਦੇ ਨੇ। ਜਦੋਂ ਆਕਸੀਜਨ ਦੀ ਕਮੀ ਨਾਲ ਲੋਕ ਮਰ ਰਹੇ ਸੀ ਤੇ ਉਹ ਟੀਚਰਾਂ ਕਰਦੇ ਸੀ ਕਿ ਆਕਸੀਜਨ ਦੇ 2 ਸਿਲੰਡਰ ਨੇ, ਉਹ ਨਾਸਕਾਂ ਨੂੰ ਸਿਲੰਡਰ ਦੱਸਦੇ ਨੇ ਤੇ ਉਹ ਕਹਿੰਦੇ ਨੇ ਬਾਹਰੋਂ ਭਰੀ ਜਾਓ। ਅਸੀਂ ਜਾਣਦੇ ਹਾਂ ਇਹ ਗੱਲ ਬਿਲਕੁਲ ਠੀਕ ਹੈ, ਸਾਰਿਆਂ ਨੂੰ ਪਤਾ ਕਿ ਸਾਹ ਲੈਣਾ ਤੇ ਨੱਕ ਰਾਹੀਂ ਆਕਸੀਜਨ ਅੰਦਰ ਜਾਣੀ ਆ, ਪਰ ਜਦੋਂ ਮਰੀਜ਼ ਗੰਭੀਰ ਹੁੰਦਾ ਫਿਰ ਉਹਨੂੰ ਇਹ ਸਿਲੰਡਰ ਕੰਮ ਨਹੀਂ ਕਰਦੇ, ਉਹਨੂੰ ਆਰਟੀਫੀਸ਼ੀਅਲ ਆਕਸੀਜਨ ਦੇਣੀ ਪੈਂਦੀ ਹੈ। ਸੋ ਇੱਕ ਰਾਮਦੇਵ ਵਰਗਾ ਬੰਦਾ ਜਦੋਂ ਇਦਾਂ ਦੀਆਂ ਗੱਲਾਂ ਕਰਦਾ ਤੇ ਫਿਰ ਉਹਦੇ ਲਈ ਮਜ਼ਾਕ ਤੇ ਬਣਨਾ ਹੀ ਹੈ। ਡਾਕਟਰਾਂ ਨੂੰ ਵੀ ਟੀਚਰਾਂ ਕਰਦੇ, ਡਾਕਟਰ ਨੂੰ। ਦੂਸਰੀ ਗੱਲ, ਹਾਂ, ਉਹਨਾਂ ਨੇ ਜਿਹੜੀ ਬਹੁਤ ਭਿਅੰਕਰ ਟੀਚਰ ਕੀਤੀ ਆ ਹੁਣ ਤੱਕ, ਪਹਿਲੀ ਵੇਵ ਦੇ ਵਿੱਚ 700 ਤੋਂ ਜ਼ਿਆਦਾ ਡਾਕਟਰਾਂ ਦੀ ਮੌਤ ਹੋਈ ਆ ਇਸ ਬਿਮਾਰੀ ਦੇ ਦੌਰਾਨ। ਦੂਜੀ ਜਿਹੜੀ ਲਹਿਰ ਆ ਉਹਦੇ ਦੌਰਾਨ 400 ਤੋਂ ਜ਼ਿਆਦਾ ਡਾਕਟਰ ਮਰ ਚੁੱਕੇ ਨੇ ਤੇ ਇਹਦੇ ਵਿੱਚ ਦੂਜੇ ਸਟਾਫ ਦੀ ਅਸੀਂ ਗਿਣਤੀ ਨਾ ਵੀ ਕਰੀਏ, ਸਿਰਫ ਜਿਹੜੇ ਡਿਗਰੀ ਹੋਲਡਰ ਡਾਕਟਰ ਆ ਉਹੀ 1200 ਤੋਂ ਜ਼ਿਆਦਾ ਜਾਨਾਂ ਆਪਣੀਆਂ ਗਵਾ ਚੁੱਕੇ ਨੇ। ਤੇ ਇਹ ਉਹਨਾਂ ਦੀ ਟੀਚਰਾਂ ਕਰਦੇ ਨੇ ਵੀ ਉਹ ਇਹ ਕਾਹਦੇ ਡਾਕਟਰ ਨੇ ਜਿਹੜੇ ਆਪਣੇ ਆਪ ਨੂੰ ਨਹੀਂ ਬਚਾ ਸਕੇ। ਯਾਰ ਉਹ ਕਿੰਨੀ ਹਾਰਡ ਡਿਊਟੀ ਕਰਦੇ ਨੇ, ਉਸੇ ਬਿਮਾਰੀ ਦੇ ਪੇਸ਼ੈਂਟਸ ਦੇ ਵਿੱਚ ਰਹਿੰਦੇ ਨੇ, ਜੇ ਉਹਨਾਂ ਨੂੰ ਲਾਗ ਲੱਗਦੀ ਆ ਤੇ ਉਹਦੇ ਬਾਵਜੂਦ ਵੀ ਉਹ ਦਵਾਈ ਡਾਕਟਰੀ ਕਰਦੇ ਨੇ। ਕੁਰਬਾਨੀ ਉਹਨਾਂ ਦੀ, ਕੁਰਬਾਨੀ ਆ। ਸਰਕਾਰ ਨੇ ਉਹਨਾਂ ਨੂੰ ਫਰੰਟ ਲਾਈਨ ਵਾਰੀਅਰਸ ਕਿਹਾ ਤੇ ਇਹ ਉਹਨਾਂ ਨੂੰ ਟੀਚਰਾਂ ਕਰੀ ਜਾਂਦੇ। ਇਸ ਦੇ ਨਾਲ ਦੀ ਨਾਲ ਇਹਨਾਂ ਨੇ ਇੱਕ ਵਾਰੀ ਇੱਕ ਪੁੱਤਰ ਜੀਵੀ ਕਰਕੇ ਵੀ ਦਵਾਈ ਦਿੱਤੀ ਸੀ। ਉਹਨਾਂ ਨੇ ਕਿਹਾ ਸੀਗਾ ਕਿ ਇਸ ਦਵਾਈ ਦੇ ਸੇਵਨ ਨਾਲ ਸਿਰਫ ਜਿਹੜੇ ਆ ਪੁੱਤਰ ਦੀ ਹੀ ਪ੍ਰਾਪਤੀ ਹੁੰਦੀ ਹੈ। ਸਾਡੇ ਸਮਾਜ ਦੇ ਵਿੱਚ ਇਸ ਚੀਜ਼ ਦੀ ਬੜੀ ਵਹਿਮ ਭਰਮ ਆ ਤੇ ਬਹੁਤ ਦਵਾਈ ਉਹਨਾਂ ਦੇ ਵਿੱਚ ਵੀ ਜਦੋਂ ਰੌਲਾ ਪਿਆ ਫਿਰ ਇਹਨਾਂ ਨੇ ਉਹਦਾ ਖੰਡਨ ਕੀਤਾ ਕਿ ਸਾਡੇ ਔਲਾਦ ਨੂੰ ਹੀ ਪੁੱਤਰ ਕਿਹਾ ਜਾਂਦਾ। ਸੋ ਉਹਨਾਂ ਦੇ ਜਿਹੜੇ ਬਿਆਨ ਆ ਉਹ ਬਹੁਤ ਉਲਟ ਪੁਲਟ ਹੁੰਦੇ ਆ, ਬਹੁਤ ਗੱਲਾਂ ਕਰਦੇ ਨੇ। ਬੀਤੇ ਦਿਨ ਉਹਨਾਂ ਨੇ ਮੈਡੀਕਲ ਸਾਇੰਸ ਨੂੰ ਹੀ ਸਟੂਪਿਡ ਸਾਇੰਸ ਕਿਹਾ। ਫਿਰ ਜਦੋਂ IMA ਨੇ ਉਹਨਾਂ ਨੂੰ ਨੋਟਿਸ ਦਿੱਤਾ, ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ, ਤੇ ਫਿਰ ਉਹਨਾਂ ਨੇ ਉਹਦਾ ਮਾਫੀਕਰਨ ਮੰਗ ਲਿਆ। ਜਦੋਂ ਮਾਫੀ ਮੰਗਦੇ ਆ ਉਦੋਂ ਵੀ ਉਹ ਬੜੇ ਢੀਠਾਂ ਵਾਂਗ ਬੈਠੇ ਆ ਤੇ ਉਹਨਾਂ ਦਾ ਜਿਹੜਾ ਨਜ਼ਰੀਆ ਹੈ, ਜਿਹੜੀ ਉਹਨਾਂ ਦੇ ਹਾਵ ਭਾਵ ਆ, ਉਹ ਵੀ ਸ਼ਰਮਨਾਕ ਹੈ। ਫਿਰ ਉਹਨਾਂ ਨੇ ਕਰੋਨਾ ਦੇ ਦੌਰਾਨ ਹੀ ਉਹਨਾਂ ਨੇ ਸਾਰੀਆਂ ਦਵਾਈਆਂ ਨੂੰ ਫੇਲ ਦੱਸ ਦਿੱਤਾ ਕਿ ਪਲਾਜ਼ਮਾ ਥੈਰੇਪੀ ਫੇਲ ਹੋ ਗਈ, ਹਾਈਡਰੋਕਲੋਕਸੀਕਲੀਨ ਫੇਲ ਹੋ ਗਈ, ਫਲਾਨੀ ਫੇਲ ਹੋ ਗਈ, ਰੈਮਡੇਸਿਵਰ ਫੇਲ ਹੋ ਗਈ, ਆ ਵੀ ਹੋ ਗਿਆ, ਉਹ ਵੀ ਹੋ ਗਿਆ। ਬਹੁਤ ਸਾਰੀਆਂ ਜਿਹੜੀਆਂ ਵਿਰੋਧਾ ਭਾਵੀ ਵਾਲੀਆਂ ਗੱਲਾਂ ਰਾਮਦੇਵ ਜੀ ਕਰਦੇ ਆ। ਫਿਰ IMA ਨੇ, ਜਿੱਦਾਂ ਤੁਸੀਂ ਹੁਣੇ ਆਪਾਂ ਗੱਲ ਕੀਤੀ ਕਿ IMA ਨੇ ਉਹਨਾਂ ਨੂੰ ਕਿਹਾ, ਫਿਰ ਉਹਨਾਂ ਨੇ ਮਾਫੀ ਮੰਗ ਲਈ, ਪਰ ਨਾਲ ਦੀ ਨਾਲ ਉਹਨਾਂ ਨੇ 20-25 ਸਵਾਲ IMA ਨੂੰ ਪੁੱਛ ਲਏ। ਡਾਕਟਰ ਹਰਸ਼ਵਰਧਨ ਜਿਹੜੇ ਸਿਹਤ ਮੰਤਰੀ ਨੇ, ਉਹਨਾਂ ਨੇ ਉਹਨਾਂ ਦੀ ਤਾਰੀਫ ਵੀ ਕੀਤੀ ਤੇ ਉਹਨਾਂ ਨੂੰ ਪਹਿਲਾਂ ਮਾਫੀ ਮੰਗਣ ਲਈ ਵੀ ਕਿਹਾ ਤੇ ਬਾਅਦ ਵਿੱਚ ਰਾਮਦੇਵ ਦੀ ਤਾਰੀਫ ਵੀ ਕੀਤੀ। ਤੇ ਇਹ ਤਾਂ ਪਹਿਲਾਂ ਤਾਂ ਇਹ ਨਹੀਂ ਪਤਾ ਲੱਗਦਾ ਕਿ ਰਾਮਦੇਵ ਆ, ਬਾਬਾ ਰਾਮਦੇਵ ਆ ਕਿ ਸਵਾਮੀ ਰਾਮਦੇਵ। ਬਿਲਕੁਲ, ਇਹ ਆਪਣੇ ਨਾਮ ਨਾਲ ਸਵਾਮੀ ਰਾਮਦੇਵ ਲਿਖਦੇ ਆ, ਲੋਕ ਇਹਨਾਂ ਨੂੰ ਬਾਬਾ ਰਾਮਦੇਵ ਕਹਿੰਦੇ ਆ ਤੇ ਨਾਂ ਜਿਹੜਾ ਉਹ ਸਿਰਫ ਰਾਮਦੇਵ ਆ। ਤੇ ਜਿਹੜੀ ਬੀਤੀ ਸਰਕਾਰ ਸੀ ਮਨਮੋਹਨ ਸਿੰਘ ਵਾਲੀ, ਉਹਨੂੰ ਇਹਨਾਂ ਨੇ ਬਹੁਤ ਠਿੱਬੀ ਲਾਈ ਸੀ, ਪੂਰੇ ਜ਼ੋਰ ਸ਼ੋਰ ਨਾਲ ਪ੍ਰਚਾਰ ਕੀਤਾ ਸੀ। ਇੱਕ ਗੱਲ ਇਹਨਾਂ ਦੇ ਹੱਕ 'ਚ ਜਾਂਦੀ ਆ ਕਿ ਯੋਗਾ ਨੂੰ ਇਹਨਾਂ ਨੇ ਪੂਰੇ ਭਾਰਤ ਵਿੱਚ, ਪੂਰੀ ਦੁਨੀਆ ਦੇ ਵਿੱਚ ਫੈਲਾਇਆ। ਬਿਲਕੁਲ, ਪਰ ਉਹਦੇ ਨਾਲ ਨਾਲ ਜਿਹੜਾ ਆਪਣਾ ਬਿਜ਼ਨਸ ਚਮਕਾਇਆ। ਮੈਗੀ ਨੂੰ ਲੈ ਕੇ ਇਹਨਾਂ ਨੇ ਬਹੁਤ ਸਾਰੀਆਂ ਗੱਲਾਂ ਕੀਤੀਆਂ, ਬਾਅਦ 'ਚ ਆਪਣੇ ਨੂਡਲਸ ਲੈ ਜਾਂਦੇ। ਬਿਲਕੁਲ, ਸੋ ਵਪਾਰੀ ਵੀ ਵੱਡੇ ਨੇ ਸਾਡੇ
ਪ੍ਰੋਗਰਾਮ ਦੇ ਦੂਜੇ ਮਾਰ ਕੁਲਦੀਪ ਜੀ ਤੇ ਇਹਨਾਂ ਨੂੰ ਲਾਲਾ ਰਾਮਦੇਵ ਕਹਿੰਦੇ ਹੁੰਦੇ ਆ। ਬਿਲਕੁਲ। ਸੋ ਜਿਹੜੇ ਕੰਮ ਚੰਗੇ ਨੇ ਉਹ ਚੰਗੇ ਨੇ, ਪਰ ਜੇ ਤੁਸੀਂ ਅੱਜ ਦੀ ਤਰੀਕ ਦੇ ਵਿੱਚ ਡਾਕਟਰਾਂ ਨੂੰ ਹੀ ਕੰਡੈਮਨ ਕਰੀ ਜਾਂਦੇ ਆ, ਉਹਨਾਂ ਦੀਆਂ ਕੀਤੀਆਂ ਹੋਈਆਂ ਗੱਲਾਂ ਨੂੰ ਗਲਤ ਦੱਸੀ ਜਾਂਦੇ ਆ, ਫਿਰ ਉਹ ਬਹੁਤ ਮਾੜੀ ਗੱਲ ਆ। ਬੋਲਣ ਤੋਂ ਪਹਿਲਾਂ ਸੋਚਣਾ ਜਿਹੜਾ ਹੈ ਉਹ ਚੰਗੀ ਗੱਲ ਆ। ਪੰਜਾਬੀ ਦੀ ਕਹਾਵਤ ਹੈ, ਘੱਟ ਖਾਦੇ ਤੇ ਘੱਟ ਬੋਲੇ ਦਾ ਨੁਕਸਾਨ ਨਹੀਂ ਹੁੰਦਾ, ਤੇ ਬੋਲਦੇ ਜ਼ਿਆਦਾ ਨੇ। ਅੱਜ ਦੇ ਪ੍ਰੋਗਰਾਮ 'ਚ ਬਸ ਇੰਨਾ ਹੀ। ਸ਼ਰਮਾ ਜੀ, ਤੁਸੀਂ ਸਟੂਡੀਓ 'ਚ ਆਏ ਤੇ ਸਾਡੇ ਦਰਸ਼ਕਾਂ ਦੇ ਨਾਲ ਆਪਣੇ ਵਿਚਾਰਾਂ ਦੀ ਸਾਂਝ ਪਾਈ, ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਇਦਾਂ ਨਹੀਂ ਕਹਿੰਦੇ ਸ਼ਰਮਾ ਜੀ, ਤੁਸੀਂ ਵੀ ਬਹੁਤ ਬੋਲੇ ਅੱਜ। ਸ਼ੁਕਰੀਆ ਸੁਲਵੀਨ ਜੀ, ਧੰਨਵਾਦ। ਉਮੀਦ ਹੈ ਕਿ ਸਾਡੇ ਦਰਸ਼ਕਾਂ ਨੂੰ ਸਾਡਾ ਅੱਜ ਦਾ ਇਹ ਪ੍ਰੋਗਰਾਮ ਬਹੁਤ ਪਸੰਦ ਆਇਆ ਹੋਵੇਗਾ। ਅਗਲੀ ਵਾਰ ਨਵੇਂ ਮੁੱਦਿਆਂ ਤੇ ਨਵੀਂ ਗੱਲਬਾਤ ਲੈ ਕੇ ਬਹੁਤ ਜਲਦ ਹਾਜ਼ਰ ਹੋਵਾਂਗੇ। ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।